ਵਾਹਿਗੁਰੂ जी का खालसा वाहिगुरू जी की फतेह। अस्सलाम वालेकुम आदाब बर्ज महा ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत मेहरबानी जी। डॉक्टर साहब आज 13 अप्रैल 2023 31 चेत नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਰ ਵਿਕਟੋਰੀਅਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਾਂਗੇ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮਿਸ਼ੀਗਨ ਤੋਂ ਭੈਣ ਜਸਵਿੰਦਰ ਕੌਰ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਅੱਜ ਦੀ ਸਪਾਂਸਰਸ਼ਿਪ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਭੇਜੀ ਹੈ ਔਰ ਅਸੀਂ ਭੈਣ ਜੀ ਅਤੇ ਉਹਨਾਂ ਦੇ ਸਮੂਹ ਪਰਿਵਾਰ ਨੂੰ ਵਧਾਈ ਦਿੰਦੇ ਹਾਂ ਔਰ ਇਹਨਾਂ ਨੇ ਕੌਮ ਨੂੰ ਧੜਿਆਂ ਤੋਂ ਉੱਪਰ ਉੱਠ ਕੇ ਕੌਮੀ ਹਿੱਤਾਂ ਲਈ ਇੱਕ ਏਜੰਡੇ ਉੱਤੇ ਇਕੱਠੇ ਹੋਣ ਦੀ ਬੇਨਤੀ ਕੀਤੀ ਹੈ ਔਰ ਕੌਮੀ ਕਾਰ ਦੀ ਪ੍ਰਾਪਤੀ ਲਈ ਆਪਸੀ ਜਿਹੜੇ ਵੈਰ ਵਿਰੋਧ ਤਿਆਗੀਏ ਅਤੇ ਹਰ ਕੰਮ ਕਰਨ ਦਾ ਸਾਥ ਦਈਏ ਇਸ ਦੀ ਬੇਨਤੀ ਕੀਤੀ ਹੈ ਔਰ ਵਾਹਿਗੁਰੂ ਕਿਰਪਾ ਕਰਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਜਸਵਿੰਦਰ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਇਹ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੀ ਸ਼ੁਰੂਆਤ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਫਰਮਾਨ ਤੋਂ ਕਿ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇਂ ਹੋ ਕਰੋ ਨਿਵਾਸ। ਸੋ ਵਿਊਅਰਸ ਟੀਵੀ 84 ਦੀ ਟੀਮ ਵੱਲੋਂ ਖਾਲਸਾ ਸਾਜਨਾ ਦਿਵਸ ਦੀ ਈਵ ਮੌਕੇ ਆਪਾਂ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ ਔਰ ਇਹ ਖਾਲਸੇ ਦਾ 324ਵਾਂ ਸਾਜਨਾ ਖਾਲਸਾ ਦਿਵਸ ਹੈ। ਸੋ ਪਰ ਅਫਸੋਸ ਇਸ ਵੇਲੇ ਜਿਹੜਾ ਪੰਜਾਬ ਵਿੱਚ ਜਿਹੜੀ ਪੁਲਿਸ ਸਟੇਟ ਜਿਹੜਾ ਬਣਿਆ ਹੋਇਆ ਜਿਹੜਾ ਪੰਜਾਬ ਹੈ ਸੋ ਘਰਾਂ ਦੇ ਛਾਪੇਮਾਰੀ ਹੋ ਰਹੀ ਹੈ ਔਰ ਤਖਤ ਸਾਹਿਬਾਨਾਂ ਨੂੰ ਜਾਣ ਵਾਲੀਆਂ ਸੰਗਤਾਂ ਨੂੰ ਜਿਹੜਾ ਤੰਗ ਅਤੇ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਔਰ ਭਾਰਤੀ ਏਜੰਸੀਆਂ ਸਾਡੀ ਜਿਹੜੀ ਧਾਰਮਿਕ ਆਜ਼ਾਦੀ ਤੇ ਪਾਬੰਦੀਆਂ ਲਗਾ ਕੇ ਸਿੱਖ ਕੌਮ ਅੰਦਰ ਜਿਹੜਾ ਇੱਕ ਡਰ ਤੇ ਸਹਿਮ ਪੈਦਾ ਕਰ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਭੈਣ ਜੀ ਜਸਵਿੰਦਰ ਕੌਰ ਜਿਹੜੇ ਕਿ ਭਾਈ ਗੁਰਦੇਵ ਸਿੰਘ ਕਲਾ ਮਾਜ਼ੂ ਦੇ ਸਿੰਘਣੀ ਸਾਹਿਬਾਂ ਨੇ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸਲ ਦੇ ਵਿੱਚ ਅਸੀਂ ਵੀਕਐਂਡ ਦੇ ਉੱਤੇ ਜਦੋਂ ਕਿ ਕੈਪੀਟਲ ਹਿੱਲ ਤੇ 6ਵਾਂ ਫਰੀडम ਮਾਰਚ ਸੀ ਉਸ 'ਚ ਪਾਰਟਿਸਿਪੇਸ਼ਨ ਲਈ ਗਏ ਤੇ ਭਾਈ ਗੁਰਦੇਵ ਸਿੰਘ ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਸਪੈਸ਼ਲੀ ਡਰਾਈਵ ਕਰਕੇ ਕਲਾ ਮਾਜ਼ੂ ਤੋਂ 9-10 ਘੰਟੇ ਦੀ ਡਰਾਈਵ ਹੈ ਉਹ ਵੀ ਪਹੁੰਚੇ ਹੋਏ ਸੀ ਔਰ ਜਦੋਂ ਅਸੀਂ ਵਾਪਸੀ ਤੇ ਵੀ ਇਕੱਠੇ ਸੀ ਸੰਡੇ ਅਸੀਂ ਇੱਧਰ ਨੂੰ ਆਏ ਉੱਧਰ ਨੂੰ ਗਏ ਤੇ ਉਦੋਂ ਹੀ ਰਸਤੇ 'ਚ ਭਾਈ ਗੁਰਦੇਵ ਸਿੰਘ ਉਹਨਾਂ ਨੇ ਕਾਲ ਕਰਕੇ ਕਿਹਾ ਕਿ ਭਾਈ ਤੁਸੀਂ 13 ਅਪ੍ਰੈਲ ਦੀ ਸਪਾਂਸਰਸ਼ਿਪ ਤਾਂ ਨਹੀਂ ਹੈ ਕਿਸੇ ਦੀ? ਮੈਂ ਕਿਹਾ ਜੀ ਨਹੀਂ। ਕਹਿਣ ਲੱਗੇ ਫਿਰ ਇਹਨਾਂ ਵੱਲੋਂ ਜਿਹੜੀ ਹੈ ਹੋਏਗੀ ਔਰ ਜਿਵੇਂ ਉਹਨਾਂ ਨੇ ਬੜਾ ਖੂਬਸੂਰਤ ਮੈਸੇਜ ਦਿੱਤਾ ਹੈ ਕਿ ਧੜੇਬੰਦੀ ਤੋਂ ਉੱਪਰ ਉੱਠ ਕੇ। ਬਹੁਤ ਵਾਰ ਹੁਣ ਵੀ ਇਹਨਾਂ ਦਿਨਾਂ 'ਚ ਜਿੰਨੇ ਵੀ ਵੀਰਾਂ ਭੈਣਾਂ ਦੀਆਂ ਕਾਲਾਂ ਆਉਂਦੀਆਂ ਨੇ ਉਹ ਸਾਰੇ ਹੀ ਇਸ ਫਿਕਰਮੰਦੀ ਦਾ ਇਜ਼ਹਾਰ ਕਰਦੇ ਨੇ ਕਿ ਇੰਨਾ ਕੁਝ ਵਾਪਰ ਰਿਹਾ ਪੰਜਾਬ 'ਚ ਸਟੇਟ ਨੰਗੇ ਚਿੱਟੇ ਧੜ ਜਿਹੜੀ ਹੈ ਉਹ ਜ਼ੁਲਮ ਦੇ ਉੱਤੇ ਉਤਰੀ ਹੋਈ ਹੈ। ਇਹਦੇ ਬਾਵਜੂਦ ਇੱਕ ਤਾਂ ਉਹ ਨੇ ਜਿਹੜੇ ਸਿੱਖੀ ਦਾਇਰੇ ਤੋਂ ਹੀ ਬਾਹਰ ਨੇ, ਇੱਕ ਉਹ ਨੇ ਜਿਹੜੇ ਸਿਰ ਤੇ ਪੱਗਾਂ ਰੱਖ ਕੇ ਵੀ ਜਾਂ ਸਰਕਾਰ ਦੀ ਏਜੰਟੀ ਕਰਦੇ ਨੇ ਤੇ ਜਾਂ ਜਿਹੜਾ ਉਹਨਾਂ ਦੀ ਦਾਲ ਰੋਟੀ ਉਸ ਚੋਂ ਨਿਕਲਦੀ ਹੈ ਜਾਂ ਵੈਸੇ ਹੀ ਜਿਹੜੇ ਨੇ ਉਹ ਜਿਹੜੇ ਨੇ ਇਸ ਤੋਂ ਭਗੌੜੇ ਨੇ। ਪਰ ਬਹੁਤ ਸਾਰਿਆਂ ਦਾ ਕੰਸਰਨ ਇਹ ਹੈ ਕਿ ਜਿਹੜੀਆਂ ਧਿਰਾਂ ਖਾਲਿਸਤਾਨ ਦੀ ਹਮਾਇਤੀ ਧਿਰਾਂ ਨੇ ਜਿਹੜੇ
ਸਿੱਖੀ ਸਰੂਪ ਦੇ ਵਿੱਚ ਹੁੰਦੇ ਆ, ਜਿਨ੍ਹਾਂ ਨੇ ਖੁਦ ਵੀ ਕੋਈ ਨਾ ਕੋਈ ਕੰਟਰੀਬਿਊਸ਼ਨ ਕੀਤੀ ਹੋਈ ਹੈ ਜੀ, ਵੀ ਉਹਨਾਂ ਨੂੰ ਵੀ ਇਹ ਕਿਉਂ ਲੱਗਦਾ ਹੈ ਕਿ ਭਾਈ ਇਸ ਵੇਲੇ ਜੇ ਸਾਡੇ ਕੋਈ ਮਤਭੇਦ ਜਾਂ ਕਮਜ਼ੋਰੀਆਂ ਵੀ ਇੱਕ ਦੂਜੇ 'ਚ ਨੇ ਕਿ ਅਸੀਂ ਉਸ ਪਾਸੇ ਹੀ ਜ਼ਿਆਦਾ ਜ਼ੋਰ ਦੇਣਾ ਹੈ, ਬਜਾਏ ਕਿ ਅਸੀਂ ਆਪਣੀ ਤਾਕਤ ਨੂੰ ਇਕੱਠੀ ਕਰਕੇ ਇਕਜੁੱਟਤਾ ਦੇ ਨਾਲ ਸਟੇਟ ਦੇ ਟੈਰਰ ਦਾ, ਸਟੇਟ ਵੱਲੋਂ ਜਿਸ ਕਿਸਮ ਦਾ ਇਸ ਵੇਲੇ ਇੱਕ ਰੇਨ ਆਫ ਟੈਰਰ ਪੰਜਾਬ ਜੇ ਅਸੀਂ ਕਹਿੰਦੇ ਹਾਂ ਕਿ ਅੰਡਰ ਸੀਜ ਹੈ, ਘੇਰਾਬੰਦੀ ਚਾਹੇ ਤਾਂ ਗਲਤ ਨਹੀਂ ਹੈ, ਅਸੀਂ ਵੇਰਵੇ ਨਾਲ ਡਿਸਕਸ ਕਰਾਂਗੇ ਆਉਣ ਵਾਲੇ ਸੈਗਮੈਂਟਸ 'ਚ ਵੀ ਕਿ ਉੱਥੇ ਚੱਲ ਕੀ ਰਿਹਾ, ਕਿਉਂਕਿ ਮੁੱਖ ਧਾਰਾ ਮੀਡੀਆ ਤਾਂ ਵੈਸੇ ਹੀ ਉਹਨਾਂ ਦਾ ਜਿਹੜਾ ਉਹ ਪਾਲਤੂ ਮੀਡੀਆ ਹੈ, ਔਰ ਦੂਸਰੇ ਜਿਹੜੇ ਕੋਈ YouTube ਚੈਨਲਸ ਰਾਹੀਂ ਜਾਂ ਕੋਈ Facebook ਪੇजेस ਜਾਂ Instagram ਜਾਂ ਦੂਜੀ ਕੋਈ ਜਾਣਕਾਰੀ ਸੀ ਉਹ ਜਾਂ ਬਲੌਕ ਕਰ ਦਿੱਤੀ ਹੈ, ਜਾਂ ਲਗਾਤਾਰਤਾ ਨਾਲ ਜਿਹੜਾ ਹੁੰਦਾ ਹੈ ਕੋਈ ਕਿਸੇ ਦਾ ਟਵੀਟ ਹੁੰਦਾ ਉਹਨੂੰ ਉਡਾ ਦਿੱਤਾ ਜਾਂਦਾ ਹੈ। ਲੇਕਿਨ ਉੱਥੋਂ ਜੋ ਖਬਰਾਂ ਆ ਰਹੀਆਂ ਨੇ ਅੰਦਰੂਨੀ ਤੌਰ ਦੇ ਉੱਤੇ ਵੀ ਉਹ ਬਹੁਤ ਬਦਤਰ ਹਾਲਾਤ ਵੱਲ ਪੰਜਾਬ ਨੂੰ ਧੱਕਿਆ ਜਾ ਰਿਹਾ ਹੈ। ਅੱਜ ਇੱਕ ਵੀਰ ਨੇ ਕਿਹਾ, ਉਹਨਾਂ ਨੇ ਕਿਹਾ ਜੀ ਵੀ ਇਕੱਲਾ ਇਹ ਨਹੀਂ ਕਿ ਵੀ ਇਹ ਬੇਨਤੇ ਬੁੱਚੜ ਦੀ ਰੂਹ ਇਹਦੇ 'ਚ ਹੈ ਭਗਵੰਤ ਮਾਨ 'ਚ, ਇਹ ਤਾਂ ਹਰ ਇੱਕ ਨੂੰ ਪੰਜਾਬ 'ਚ ਵੀ ਪਤਾ ਹੈ ਵੀ ਇਹਨੇ ਮੁਕੰਮਲ ਸਰੈਂਡਰ ਕੀਤਾ ਹੋਇਆ ਔਰ ਟੋਟਲ ਜਿਹੜਾ ਪਾਰਟ ਹੈ ਉਹ ਏਜੰਸੀਆਂ ਦੀ ਖੇਡ ਹੈ। ਉਹਨਾਂ ਨੇ ਕਿਹਾ ਜੀ ਜਿਵੇਂ ਹੁਣ ਖਾਲਸਾ ਸਾਜਨਾ ਦਿਵਸ ਦੇ ਮੌਕੇ ਵੀ 4 ਚੁਫੇਰੇ ਪਾਬੰਦੀਆਂ, ਡਰ, ਸਹਿਮ, ਗੁਰਦੁਆਰਿਆਂ ਦੇ ਅੰਦਰ ਵੀ ਇੰਟਰਫੇਰੈਂਸ, ਤਖਤ ਸਾਹਿਬਾਨ ਦੇ ਅੰਦਰ ਵੀ, ਸਿਵਲ ਕੱਪੜਿਆਂ 'ਚ ਵੀ, ਉਹਨਾਂ ਨੇ ਕਿਹਾ ਇਹ ਤਾਂ ਲੱਖੂ ਦੀ ਯਾਦ ਕਰਵਾਉਂਦਾ ਹੈ। ਲਖਪਤ ਰਾਏ ਜਿਹੜਾ ਮੀਰ ਮਨੂੰ ਦੇ ਵੇਲੇ ਕਿਸ ਕਿਸਮ ਦਾ ਉਹਦਾ ਇੱਕ ਹਿੰਦੂ ਹਾਕਮ ਜਿਸ ਨੇ ਜਿਹੜਾ ਇੱਕ ਬੜੀ ਜ਼ਬਰ ਜ਼ੁਲਮ ਦੀ ਲਹਿਰ ਜਿਹੜੀ ਹੈ ਉਹ ਚਲਾਈ ਸੀ, ਛੋਟਾ ਘੱਲੂਘਾਰਾ ਵੀ ਉਹਦੇ ਪੀਰੀਅਡ 'ਚ ਹੋਇਆ, ਔਰ ਬੜੀਆਂ ਸ਼ਹੀਦੀਆਂ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਔਰ ਜਿਹੜੇ ਮਿਲਵਰਤਨੀਏ ਸਿੱਖ ਸੀ ਉਹਨਾਂ ਨੂੰ ਵੀ ਉਹਨੇ ਮਾਫ ਨਹੀਂ ਸੀ ਕੀਤਾ। ਉਹਨਾਂ ਨੇ ਕਿਹਾ ਜੀ ਇਹ ਤਾਂ ਬਿਲਕੁਲ ਉਸੇ ਵਾਂਗ ਹੀ ਲੱਖੂ ਵਾਂਗ ਜਿਹੜਾ ਇਹ ਉਹਨਾਂ ਦਾ ਮੋਹਰਾ ਬਣ ਗਿਆ, ਉਹਨਾਂ ਦੀ ਕੁਹਾੜੀ ਦਾ ਦਸਤਾ ਬਣ ਗਿਆ ਸੈਂਟਰਲ ਏਜੰਸੀਆਂ ਦਾ। ਸੋ ਇਸ ਦੇ ਹੁਣ ਇੱਕ ਜਿਹੜਾ ਵੀ ਥੋੜਾ ਬਹੁਤ ਵੀ ਇੱਕ ਇਮਾਨਦਾਰੀ ਨਾਲ ਸਿਚੁਏਸ਼ਨ ਨੂੰ ਅਬਜ਼ਰਵ ਕਰਨ ਵਾਲਾ ਹੈ ਉਸ ਨੂੰ ਨਜ਼ਰ ਆਉਂਦਾ ਵੀ ਕੀ ਹੈ। ਪਰ ਸਾਡੀਆਂ ਤਰ੍ਹਾਂ ਜਾਂ ਸਾਡੇ ਉਹ ਇੰਡੀਵਿਜੂਅਲ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਸਰੇ ਦੇ ਨਾਲ ਗਾਲੋ ਗਾਲੀ ਹੋਏ, ਤੂੰ ਚੋਰ ਕਰਨ ਤੇ ਲੱਗੇ ਹੋਏ ਨੇ, ਅਸੀਂ ਕਦੋਂ ਸਮਝਾਂਗੇ ਕਿ ਭਾਈ ਸਾਨੂੰ ਇਸ ਵੇਲੇ ਇੱਕ ਮੁਠਤਾ ਦਾ ਇਜ਼ਹਾਰ ਕਰਨ ਦੀ ਲੋੜ ਹੈ। ਔਰ ਬਿਲਕੁਲ ਭੈਣ ਜੀ ਨੇ ਠੀਕ ਫਰਮਾਇਆ ਕਿ ਅਲਟੀਮੇਟਲੀ ਜੇ ਇਕਜੁੱਟਤਾ ਹੋਏਗੀ ਤੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਅਸੀਂ ਕਰ ਸਕਾਂਗੇ, ਨਹੀਂ ਤਾਂ ਫਿਰ ਉਹੀ ਖਵਾਰੀ ਇੱਕ ਤੋਂ ਬਾਅਦ ਇੱਕ ਅਸੀਂ 47 ਦੀ ਲੀਡਰਸ਼ਿਪ ਨੂੰ ਦੋਸ਼ ਦਿੰਦੇ ਆ, 84 ਤੋਂ ਬਾਅਦ ਜੁਝਾਰੂ ਲਹਿਰ ਨੇ ਇਹ ਨਹੀਂ ਕੀਤਾ, ਉਹ ਨਹੀਂ ਕੀਤਾ, ਇਵੇਂ ਕਰ ਲੈਂਦੇ, ਉਵੇਂ ਕਰ ਲੈਂਦੇ। ਅੱਜ ਇੱਕ ਹੋਰ ਅਪਰਚੁਨਿਟੀ, ਕਿਉਂਕਿ ਅਪਰਚੁਨਿਟੀ ਅਲਟੀਮੇਟਲੀ ਜ਼ਬਰ ਜ਼ੁਲਮ ਚੋਂ ਹੀ ਨਿਕਲਦੀ ਹੈ। ਜੇ ਛੋਟਾ ਘੱਲੂਘਾਰਾ ਹੁੰਦਾ ਤੇ ਅਸੀਂ ਦੇਖਦੇ ਹਾਂ ਕਿ ਉਸ ਤੋਂ ਬਾਅਦ ਸਿੱਖ ਮਿਸਲਾਂ ਦਾ ਰਾਹ ਪੱਧਰਾ ਹੁੰਦਾ, ਜਦੋਂ ਵੱਡਾ ਘੱਲੂਘਾਰਾ ਹੁੰਦਾ ਉਸ ਤੋਂ ਬਾਅਦ ਸਿੱਖ ਇਸ ਪਹੁੰਚ ਜਾਂਦੇ ਨੇ ਆਪਣੇ ਟਾਰਗੇਟ ਦੇ ਉੱਤੇ ਵੀ ਅਸੀਂ ਲਾਹੌਰ ਵੀ ਲੈਣਾ, ਅਸੀਂ ਦਿੱਲੀ ਵੀ ਲੈਣਾ। ਸੋ ਘੱਲੂਘਾਰਿਆਂ ਨੇ ਜਾਂ ਜ਼ੁਲਮਾਂ ਨੇ ਸਾਨੂੰ ਕਦੇ ਕਮਜ਼ੋਰ ਨਹੀਂ ਕੀਤਾ, ਰਾਦਰ ਹਮੇਸ਼ਾ ਜਦੋਂ ਜ਼ੁਲਮ ਹੁੰਦਾ ਹੈ ਸਿੱਖੀ ਸਪਿਰਿਟ ਇਹੀ ਹੁੰਦੀ ਹੈ ਕਿ ਗੁਰੂ ਨੇ ਕੁਠਾਲੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ। ਕੁਠਾਲੀ ਫਾਇਰ ਨੂੰ ਕਹਿੰਦੇ ਨੇ, ਭਾਈ ਅਸੀਂ ਅੱਗ ਚੋਂ ਨਿਕਲ ਆਏ, ਅਸੀਂ ਫਾਇਰ ਟੈਸਟ ਦੇਖ ਲਿਆ। ਲੇਕਿਨ ਜੇ ਅਸੀਂ 18ਵੀਂ ਸਦੀ ਦੀਆਂ ਇਹਨਾਂ ਉਦਾਹਰਨਾਂ ਦੀ ਗੱਲ ਕਰਦੇ ਹਾਂ ਤੇ ਉਸ ਪੀਰੀਅਡ 'ਚ ਬੇਸ਼ੱਕ ਉਹਨਾਂ ਦੇ ਆਪਸੀ ਤਫਰਕੇ ਵੀ ਸੀ, ਜਦੋਂ ਮਿਸਲਾਂ ਬਣ ਗਈਆਂ ਉਹਨਾਂ ਦਾ ਵੀ ਐਂਬੀਸ਼ਨ ਇੱਕ ਦੂਜੇ ਨਾਲ ਟਕਰਾਉਂਦਾ ਸੀ, ਲੇਕਿਨ ਉਸ ਚੋਂ ਹੀ ਸਰਬੱਤ ਖਾਲਸਾ ਦੀ ਇੰਸਟੀਟਿਊਸ਼ਨ ਨਿਕਲੀ। ਉਹ ਫੈਸਲਾ ਕਰਦੇ ਸੀ ਕਿ ਕਿਵੇਂ ਅਸੀਂ ਕਿਹੜੇ ਮੁੱਦੇ ਤੇ ਇਕੱਠੇ ਹੋ ਕੇ ਵੈਰੀ ਨੂੰ ਟੱਕਰਨਾ। ਸੋ ਘੱਟੋ ਘੱਟ ਜਿਵੇਂ ਭੈਣ ਜੀ ਜਸਵਿੰਦਰ ਕੌਰ ਹੋਰਾਂ ਨੇ ਇਹ ਮੈਸੇਜ ਦਿੱਤਾ ਹੈ, ਜਿੱਥੋਂ ਤੱਕ ਵੀ ਸਾਡੀ ਆਵਾਜ਼ ਪਹੁੰਚਦੀ ਹੈ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਹਾਲ ਦੀ ਘੜੀ ਇਹ ਜਿਹੜੇ ਤੋਪਾਂ ਦੇ ਮੂੰਹ ਤੁਸੀਂ ਆਪਣਿਆਂ ਵੱਲ ਮੋੜੇ ਹੋਏ ਨੇ, ਇਹਨਾਂ ਨੂੰ ਘੱਟੋ ਘੱਟ ਉਹ ਤੋਪ ਦੀ ਨਾਲ ਪਾਸੇ ਕਰੋ, ਬੈਠੋ ਠੰਡੇ ਦਿਲੋਂ ਦਿਮਾਗ ਨਾਲ ਸੋਚੋ ਕਿ ਸਾਡੇ ਸਾਹਮਣੇ ਚੈਲੰਜ ਕਿੰਨਾ ਵੱਡਾ ਹੈ, ਹਾਂਜੀ, ਔਰ ਅਸੀਂ ਇਹਨੂੰ ਕਿਵੇਂ ਜਿਹੜਾ ਆਪਣੇ ਨਿਸ਼ਾਨੇ ਤੱਕ ਪਹੁੰਚਣਾ। ਅੱਜ ਜ਼ਾਹਰ ਹੈ ਕਿ 324ਵੇਂ ਖਾਲਸਾ ਸਾਜਨਾ ਦਿਵਸ ਦੀ ਈਵ, ਜਦੋਂ ਅਸੀਂ ਈਵ ਕਹਿੰਦੇ ਆ ਲਫ਼ਜ਼ ਤਾਂ ਇਹਨਾਂ ਤੋਂ ਹੀ ਆਇਆ ਕਿਉਂਕਿ ਕ੍ਰਿਸਮਸ ਇਹਨਾਂ ਲਈ ਇੰਨੀ ਇੰਪੋਰਟੈਂਟ ਨਹੀਂ ਹੁੰਦੀ, ਕ੍ਰਿਸਮਸ ਈਵ ਹੁੰਦੀ ਹੈ ਸ਼ਾਇਦ ਇਸ ਕਰਕੇ ਕਿਉਂਕਿ ਕ੍ਰਿਸਮਸ ਈਵ ਦੇ ਉੱਤੇ ਪੋਪ ਦਾ ਮੈਸੇਜ ਹੁੰਦਾ ਸੀ ਵੱਡਾ। ਦੁਨੀਆ ਦਾ ਜਿਹੜਾ ਕ੍ਰਿਸਚੀਅਨਸ ਚੋਂ ਆਲਮੋਸਟ 1.5 ਬਿਲੀਅਨ ਤਾਂ ਕੈਥੋਲਿਕ ਹੀ ਨੇ। ਅਸੀਂ ਇਸ ਲਈ ਈਵ ਕਹਿੰਦੇ ਹਾਂ ਕਿਉਂਕਿ ਕੱਲ ਅਸੀਂ ਹੋਣਾ ਨਹੀਂ ਇੱਥੇ, ਇਸ ਲਈ ਅਸੀਂ ਤਾਂ ਹਾਂ ਮੂਲ
ਨਾਨਕਸ਼ਾਹੀ ਕੈਲੰਡਰ ਮੁਤਾਬਕ 14 ਅਪ੍ਰੈਲ ਖਾਲਸਾ ਸਾਜਨਾ ਦਿਵਸ ਵਜੋਂ ਜਿਹੜਾ ਐਲਾਨਿਆ ਗਿਆ। ਲੇਕਿਨ ਅਸੀਂ ਜ਼ਰੂਰ ਜਦੋਂ ਈਵ ਵੀ ਕਹਿੰਦੇ ਹਾਂ, ਜਦੋਂ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ ਜਿਸ ਧਰਤੀ ਦੇ ਉੱਤੇ ਖਾਲਸਾ ਪ੍ਰਕਾਸ਼ਮਾਨ ਹੁੰਦਾ ਹੈ, ਪ੍ਰਗਟ ਹੁੰਦਾ ਹੈ, ਜ਼ਾਹਰ ਹੁੰਦਾ ਹੈ, ਉਸ ਧਰਤੀ ਦੇ ਉੱਤੇ ਆਲਰੇਡੀ ਅੰਮ੍ਰਿਤ ਵੇਲਾ ਹੋ ਚੁੱਕਾ ਹੈ। ਪੌ ਫਟਾਲਾ ਹੈ ਔਰ ਸੂਰਜ ਦੀਆਂ ਕਿਰਨਾਂ ਬਹੁਤ ਜਲਦੀ ਜਿਹੜੀਆਂ ਨੇ ਉਹ ਨਿਕਲਣ ਵਾਲੀਆਂ ਹੋਣਗੀਆਂ। ਔਰ ਨਾਲ ਦੀ ਨਾਲ ਜਦੋਂ ਅਸੀਂ ਕਿਹਾ ਕਿ ਉਹ ਗੁਰੂਆਂ ਦੀ ਧਰਤੀ ਪੰਜਾਬ, ਉਹ ਅਨੰਦਪੁਰ ਦਾ ਤਖਤ ਕੇਸਗੜ੍ਹ ਸਾਹਿਬ ਜਾਂ ਤਖਤ ਦਮਦਮਾ ਸਾਹਿਬ, ਜਿੱਥੇ ਸ਼ੁਰੂ ਤੋਂ ਹੀ ਸਾਬੋ ਕੀ ਤਲਵੰਡੀ ਇਸ ਦਾ ਪੁਰਾਤਨ ਸਾਡੇ ਸੋਰਸਿਸ 'ਚ ਨਾਂ ਹੈ। ਔਰ ਇਸ ਦਾ ਮੇਲਾ ਹੀ ਕਿਹਾ ਜਾਂਦਾ ਸੀ ਕਿ ਸਾਬੋ ਕੀ ਤਲਵੰਡੀ ਦਾ ਮੇਲਾ। ਔਰ ਅਕਸਰ ਇਹ ਹੁੰਦਾ ਸੀ ਕਿ ਭਾਈ ਵਿਸਾਖੀ ਇੱਥੋਂ ਦੀ, ਹੋਲਾ ਮਹੱਲਾ ਆਨੰਦਪੁਰ ਦਾ, ਦੀਵਾਲੀ ਅੰਮ੍ਰਿਤਸਰ ਦੀ, ਇਹ ਆਮ ਸ਼ਹਿਰੀ ਕਿਸਮ ਦੇ ਜਦੋਂ ਸਿਵਲਾਈਜੇਸ਼ਨਲ ਢਾਂਚੇ 'ਚ ਅੰਗਰੇਜ਼ਾਂ ਦੇ ਜ਼ਮਾਨੇ 'ਚ ਐਸਟੈਬਲਿਸ਼ ਹੋ ਗਈਆਂ ਚੀਜ਼ਾਂ ਜਾਂ ਦੂਸਰਾ ਹੋਇਆ। ਲੇਕਿਨ ਉਸ ਤੋਂ ਪਹਿਲਾਂ ਵੀ ਜਦੋਂ ਅਸੀਂ ਖਾਲਸਾ ਚੱਲਦਾ ਵਹੀਰ ਦੀ ਗੱਲ ਕਰਦੇ ਹਾਂ ਤਾਂ ਫਿਰ ਨਿਹੰਗ ਸਿੰਘਾਂ ਦੇ ਜਥਿਆਂ ਦੇ ਨਾਲ ਵੀ ਜਿਹੜਾ ਪੰਜਵਾਂ ਤਖਤ ਜਿਹੜਾ ਆਪਣੇ ਆਪ ਨੂੰ ਕਹਿੰਦੇ ਨੇ, ਉਹ ਇਵੇਂ ਹੀ ਹੁੰਦਾ ਸੀ ਕਿ ਉਹਨਾਂ ਦੇ ਸਾਲ ਦਾ ਕੈਲੰਡਰ ਹੈ ਕਿ ਭਾਈ 10ਵੇਂ ਪਾਤਸ਼ਾਹ ਦੇ ਜਿਹੜਾ ਪ੍ਰਕਾਸ਼ ਪੁਰਬ ਵੇਲੇ ਜਾਂ ਉਸ ਤੋਂ ਪਹਿਲਾਂ ਹੀ ਦੁਸਹਿਰੇ ਮੌਕੇ ਖਾਸ ਤੌਰ ਤੇ ਹਜ਼ੂਰ ਸਾਹਿਬ ਪਹੁੰਚ ਜਾਂਦੇ ਸੀ। ਫਿਰ ਉਹਨਾਂ ਨੇ ਜਿਹੜਾ ਹੈ ਹੋਲਾ ਮਹੱਲਾ ਉਹ ਅਨੰਦਪੁਰ ਸਾਹਿਬ ਆ ਕੇ ਫਰਵਰੀ ਮਾਰਚ ਦੇ ਵਿੱਚ, ਫਿਰ ਇਹਨਾਂ ਨੇ ਜਿਹੜਾ ਇਹ ਖਾਲਸਾ ਸਾਜਨਾ ਦਿਵਸ ਹੈ ਇਹ ਅਨੰਦਪੁਰ ਸਾਹਿਬ, ਫਿਰ ਉਹਨਾਂ ਦਾ ਆਪਣਾ ਮਾਰਚ ਚੱਲਦਾ। ਲੇਕਿਨ ਇਹ ਜ਼ਰੂਰੀ ਸੀ ਕਿ ਭਾਈ ਦੀਵਾਲੀ ਤੱਕ ਪਹੁੰਚਦੇ ਆ, ਬੰਦੀ ਛੋੜ ਜਿਸ ਦਾ ਨਾਂ ਹੈ, ਉਹ ਫਿਰ ਅੰਮ੍ਰਿਤਸਰ। ਤੇ ਇਹਨਾਂ ਦੋਨਾਂ ਦਿਨਾਂ ਦੀ ਅਹਿਮੀਅਤ ਇਤਿਹਾਸ ਦੇ ਵਿੱਚ ਦੀਵਾਲੀ ਔਰ ਵਿਸਾਖੀ ਦੀ ਇਸ ਲਈ ਵੀ ਬਣੀ ਕਿਉਂਕਿ 18ਵੀਂ ਸਦੀ 'ਚ ਜਦੋਂ ਇੱਕ ਵੱਡਾ ਲੀਡਰਸ਼ਿਪ ਕ੍ਰਾਈਸਿਸ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਆਇਆ ਔਰ ਉਸ 'ਚੋਂ ਜਿਹੜੀ ਸਰਬੱਤ ਖਾਲਸਾ ਦੀ ਪਰੰਪਰਾ ਨਿਕਲੀ। ਸੋ ਇਹ ਇਵੇਂ ਹੀ ਸੀ ਜਿਵੇਂ ਪਾਰਲੀਮੈਂਟ ਸੈਸ਼ਨ ਜਿਨ੍ਹਾਂ ਮੁਲਕਾਂ 'ਚ ਜਮਹੂਰੀਅਤ ਹੈ, ਇੱਕ ਸਮਰ ਦੇ ਵਿੱਚ ਇੱਕ ਵਿੰਟਰ ਦੇ ਵਿੱਚ ਹੁੰਦਾ ਹੈ। ਸੋ ਇਹ ਦੋ ਜਿਹੜੇ ਪੱਕੇ ਹੀ ਸਰਬੱਤ ਖਾਲਸਾ ਸੀ, ਖਾਲਸਾ ਸਾਜਨਾ ਦਿਵਸ ਦੇ ਮੌਕੇ, ਇਹ ਆਲਮੋਸਟ ਅਪ੍ਰੈਲ ਮਹੀਨੇ 'ਚ ਹੀ ਹੁੰਦਾ ਹੈ, ਤੇ ਦੂਸਰਾ ਜਿਹੜਾ ਉਹ ਦੀਵਾਲੀ ਦੇ ਮੌਕੇ ਜਿਹੜਾ ਅਕਤੂਬਰ 'ਚ ਹੁੰਦਾ। ਸੋ ਇਹ ਪਰਮਾਨੈਂਟ ਹੁੰਦੇ ਹੀ ਹੁੰਦੇ ਸੀ ਕਿ ਸਰਬੱਤ ਖਾਲਸਾ ਦੇ ਮੌਕੇ ਜਿਹੜਾ ਉਹ ਦੀਵਾਲੀ ਔਰ ਵਿਸਾਖੀ ਇਹ ਹੋਣਾ। ਲੇਕਿਨ ਇਸ ਤੋਂ ਇਲਾਵਾ ਜਦੋਂ ਕੋਈ ਐਮਰਜੈਂਸੀ ਸਿਚੁਏਸ਼ਨ ਹੁੰਦੀ ਸੀ ਉਦੋਂ ਵੀ ਸਰਬੱਤ ਖਾਲਸਾ ਕਿਤੇ ਵੀ ਕਾਲ ਕੀਤਾ ਜਾ ਸਕਦਾ ਸੀ, ਉਸ ਦਾ ਜ਼ਿਕਰ ਅਸੀਂ ਆਲਰੇਡੀ ਕਰ ਚੁੱਕੇ ਹਾਂ। ਇਸ ਤੋਂ ਪਹਿਲਾਂ ਕਿ ਜਿੱਥੇ ਅਸੀਂ ਆਪਣੇ ਸਾਰੇ ਹੀ ਦਰਸ਼ਕਾਂ ਨੂੰ ਮੁਬਾਰਕਬਾਦ ਦਿੰਦੇ, ਪਰ ਮੈਂ ਥੋੜਾ ਜਿਹਾ ਬਰੀਫ ਕਿਉਂਕਿ ਸਾਡੇ ਜਿਹੜੇ ਹਿਸਟਰੀ ਕੌਨਸ਼ੀਅਸ ਜਾਂ ਹਿਸਟਰੀ ਇੰਟਰਸਟ ਵਾਲੇ ਵਿਊਅਰ ਨੇ, ਸਾਡੇ ਪਾਕਿਸਤਾਨੀ ਭੈਣ ਭਰਾ ਵੀ, ਉਹ ਹਮੇਸ਼ਾ ਹੀ ਜਦੋਂ ਕੋਈ ਦਿਨ ਹੁੰਦਾ ਜਾਂ ਦੂਜਾ, ਅਸੀਂ ਬਹੁਤ ਵਾਰ ਸਿੱਖ ਜਿਹੜੇ ਸਾਡੇ ਆਪਣੇ ਦਿਨ ਨੇ ਸਾਨੂੰ ਤਾਂ ਪਤਾ ਹੀ ਹੈ ਵੀ ਇਵੇਂ ਹੋਣਾ, ਲੇਕਿਨ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਸ ਨਾਲ ਜੁੜਿਆ ਹੋਇਆ ਆਪਣਿਆਂ ਨੂੰ ਵੀ, ਜਿਹੜੇ ਖਾਸ ਤੌਰ ਤੇ ਆਪਣੇ ਬਾਹਰ ਜੰਮੇ ਪਲੇ ਬੱਚੇ ਨੇ, ਉਹ ਠੀਕ ਹੈ ਬਹੁਤ ਵਾਰੀ ਗੂਗਲ ਕਰਕੇ ਜਾਂ ਦੂਜਾ ਲੱਭਣ ਦੀ ਕੋਸ਼ਿਸ਼ ਕਰਦੇ ਨੇ, ਪਰ ਉਹਦੇ 'ਚ ਵੀ ਇਸ ਗੱਲ ਦਾ ਧਿਆਨ ਰਹੇ ਕਿ ਇੰਟਰਨੈਟ ਦੇ ਉੱਤੇ ਜਾਂ ਸਾਡੇ ਜਿਹੜੇ ਸੋਰਸ ਵੀ ਇਸ ਰਾਹੀਂ ਨੇ ਉਹਦੇ 'ਚ ਜਿੰਨੀ ਕੁ ਜਾਣਕਾਰੀ ਪਈ ਹੈ ਉਸ ਨਾਲੋਂ 3 ਗੁਣਾ ਜ਼ਿਆਦਾ ਮਿਸ ਇਨਫੋਰਮੇਸ਼ਨ ਵੀ ਪਈ ਹੈ। ਔਰ ਇਹ ਜਿਹੜਾ ਜਿਹਨੂੰ ਤਾਂ ਥੋੜਾ ਬਹੁਤ ਪਹਿਲਾਂ ਕਿਸੇ ਦੀ ਟ੍ਰੇਨਿੰਗ ਇਸ ਪਾਸੇ ਹੋਈ ਹੈ, ਉਹ ਤਾਂ ਉਹਦੀ ਸਿਫਟਿੰਗ ਕਰ ਸਕਦਾ, ਉਹਨੂੰ ਛਾਣ ਸਕਦਾ, ਉਹਦੇ 'ਚ ਹੈਲਪਫੁਲ ਹੁੰਦਾ ਹੈ ਜਿਹੜਾ ਇੰਟਰਨੈਟ ਦੇ ਉੱਤੇ ਸੋਰਸ ਨੇ, ਕਿਉਂਕਿ ਹੁਣ ਤੁਹਾਨੂੰ ਕਿਤਾਬਾਂ ਇਕੱਠੀਆਂ ਕਰਨ ਦੀਆਂ ਜਾਂ ਜਾ ਕੇ ਲਾਇਬ੍ਰੇਰੀਆਂ 'ਚ ਸਰਚ ਕਰਨ ਦੀ ਲੋੜ ਨਹੀਂ ਹੁੰਦੀ। ਲੇਕਿਨ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਵੀ ਇਹ ਜਿਹੜੀ ਜਾਣਕਾਰੀ ਜੋ ਤੁਸੀਂ ਦੇਖ ਰਹੇ ਹੋ ਕਿੰਨੀ ਕੁ ਠੀਕ ਹੈ। ਬਹੁਤ ਸਾਰੇ ਸਾਡੇ ਜਿਹੜੇ ਵਿਕੀਪੀਡੀਆ ਵੱਲ ਜਾਂਦੇ ਨੇ, ਵਿਕੀਪੀਡੀਆ ਤਾਂ ਬਿਲਕੁਲ ਹੀ ਨਾਨ ਰਿਲਾਇਬਲ ਹੁੰਦਾ, ਉਹ ਤਾਂ ਕੋਈ ਵੀ ਜਾ ਕੇ ਐਡਿਟ ਕਰਕੇ ਜੋ ਮਰਜ਼ੀ ਪਾ ਦੇ। ਇਹੀ ਕਾਰਨ ਹੈ ਕਿ ਇੱਥੇ ਜਿਹੜੀਆਂ ਰਿਸਰਚਸ ਮਾਸਟਰਸ ਜਾਂ PhD ਜਾਂ ਦੂਸਰਿਆਂ ਹੁੰਦੀਆਂ ਨੇ, ਉਹ ਵਿਕੀਪੀਡੀਆ ਨੂੰ ਨਹੀਂ ਕੋਟ ਕਰਨ ਦਿੰਦੇ ਔਰ ਉਹਨੂੰ ਉਹ ਪ੍ਰਮਾਣਿਕ ਨਹੀਂ ਮੰਨਦੇ। ਐਨਸਾਈਕਲੋਪੀਡੀਆ ਜੇ ਪ੍ਰਮਾਣਿਕ ਹੁੰਦਾ ਸੀ। ਸੋ ਇਸ ਗੱਲ ਦਾ ਧਿਆਨ ਰਹੇ ਕਿ ਵੀ ਬੇਸ਼ੱਕ ਜਦੋਂ ਅਸੀਂ ਪਹਿਲੀ ਵਿਸਾਖ ਦਾ ਜ਼ਿਕਰ ਕਰਦੇ ਹਾਂ, ਹੁਣ ਵਿਸਾਖ ਵੱਵੇ ਨਾਲ ਵੀ ਲਿਖਿਆ ਜਾਂਦਾ ਹੈ, ਬੱਬੇ ਨਾਲ ਵੀ ਲਿਖਿਆ ਜਾਂਦਾ ਹੈ, ਗੁਰਬਾਣੀ 'ਚ ਵੀ ਇਵੇਂ ਦੋਨੋਂ ਤਰ੍ਹਾਂ। ਔਰ ਹੁਣ ਜਦੋਂ ਅਸੀਂ ਉੱਥੋਂ ਦੇ ਈਸਟ ਦੇ ਜਿਹੜਾ ਉਸ ਪੀਰੀਅਡ ਟਾਈਮ ਫਰੇਮ 'ਚ ਦੇਖੀਏ, ਇਹਨੂੰ ਸ਼ੁਭ ਮਹੀਨਾ ਮੰਨਿਆ ਜਾਂਦਾ ਸੀ, ਸ਼ਾਇਦ ਕਿਉਂਕਿ ਐਗਰੀਕਲਚਰ ਬੇਸਡ ਇਕੋਨਮੀ ਰਹੀ ਹੈ ਲੰਬਾ ਵਕਤ। ਅੱਜ ਵੀ ਭਾਰਤ ਦੀ 60-65% ਉਹ ਸਬ ਕੰਟੀਨੈਂਟ ਭਾਰਤ ਜਾਂ ਪਾਕਿਸਤਾਨ ਦੇ
ਲੋਕਾਂ ਦੀ ਸਾਰੀ ਆਰਥਿਕਤਾ ਇਹਦੇ ਨਾਲ ਹੀ ਜੁੜੀ ਹੋਈ ਹੈ। ਔਰ ਜੇ ਹਾੜੀ ਸੌਣੀ ਦੋ ਫਸਲਾਂ ਦੇ ਹਵਾਲੇ ਨਾਲ ਦੇਖੀਏ ਤੇ ਫਿਰ ਕਣਕਾਂ ਵੱਢਣ ਦਾ ਇਹ ਮਹੀਨਾ ਹੁੰਦਾ ਹੈ ਔਰ ਆਲਰੇਡੀ ਜਦੋਂ ਕਣਕ ਆ ਗਈ ਹੈ ਤੁਸੀਂ ਉਹਦੀ ਵਾਢੀਆਂ ਹੋ ਗਈਆਂ, ਤੁਹਾਡੇ ਕੋਲ ਸਾਲ ਦਾ ਰਿਜ਼ਕ ਹੈ। ਔਰ ਕੱਲਾ ਇਹ ਨਹੀਂ ਹੈ, ਅੱਜ ਤਾਂ ਅਸੀਂ ਸਮਝਦੇ ਹਾਂ ਵੀ ਜਿਹਦੇ ਖੇਤ ਨੇ ਉਹੀ ਮਾਲਕ ਹੈ, ਪਰ ਜੇ ਅਸੀਂ ਪੇਂਡੂ ਸਮਾਜ ਵੱਲ ਨਜ਼ਰ ਮਾਰੀਏ ਤੇ ਉਹੀ ਜ਼ਿਮੀਦਾਰ ਦੀ ਉਸ ਕਣਕ ਦੇ ਨਾਲ ਲੋਹਾਰ, ਤਰਖਾਣ, ਛੀਂਬਾ, ਮੋਚੀ, ਨਾਈ, ਦੂਜੇ, ਕਿਉਂਕਿ ਸਾਰਾ ਸਾਲ ਭਰ ਜਿਹੜੇ ਪਿੰਡ ਦੀ ਇਕਨੋਮੀ 'ਚ ਤਾਂ ਹੁੰਦਾ ਹੀ ਹੈ, ਅਸੀਂ ਸਿਰਫ ਉਹ ਲੂਣ ਬਾਹਰੋਂ ਖਰੀਦਦੇ ਸੀ, ਹੋਰ ਤਾਂ ਕਿਸੇ ਚੀਜ਼ ਦੀ ਉਹਨਾਂ ਨੂੰ ਹੈ ਹੀ ਨਹੀਂ ਸੀ। ਹਰ ਚੀਜ਼ ਜਿਹੜੀ ਹੈ ਤੇ ਉਹਨਾਂ ਦੇ ਲਈ ਵੀ ਜਿਹੜੇ ਸਾਲ ਦੇ ਦਾਣੇ ਨੇ ਉਹ ਇੱਥੋਂ ਹੀ ਹੁੰਦੇ ਸੀ। ਜੇ ਫਸਲ ਪੱਕੀ ਹੈ, ਬਿਲਕੁਲ ਸੁਰੱਖਿਅਤ ਹੈ, ਕੋਈ ਗੜਾ ਮਾਰ ਨਹੀਂ ਹੋਈ, ਕੋਈ ਅਕਾਲ ਨਹੀਂ ਪਿਆ, ਕੋਈ ਦੂਜਾ ਨਹੀਂ ਹੋਇਆ, ਤੇ ਉਹਨਾਂ ਦੇ ਲਈ ਸਾਲ ਦੇ ਦਾਣੇ ਜੋ ਹਿੱਸਾ ਕਿਸੇ ਦਾ ਉਹਨਾਂ ਨੂੰ ਹੁੰਦਾ ਸੀ, ਉਹਨਾਂ ਦੀਆਂ ਸੇਵਾਵਾਂ ਉਹ ਰੈਕਗਨਾਈਜ਼ ਹੁੰਦੀਆਂ ਸੀ ਔਰ ਇਸ ਤਰੀਕੇ ਨਾਲ ਇਕਨੋਮੀ ਚੱਲਦੀ ਸੀ। ਸੋ ਇਹ ਸਮਝ ਆਉਣ ਵਾਲੀ ਗੱਲ ਹੈ ਕਿ ਭਾਈ ਜਦੋਂ ਤੁਹਾਡਾ ਰਿਜ਼ਕ ਇਹਦੇ ਨਾਲ ਜੁੜਿਆ ਹੈ। ਲੇਕਿਨ ਜੇ ਅਸੀਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਦੇਖੀਏ ਤਾਂ ਫਿਰ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ 1539 ਦੇ ਵਿੱਚ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ, 3 ਗੁਰੂ ਪਾਤਸ਼ਾਹੀਆਂ ਜਿਹੜੀਆਂ ਨੇ ਉਹ ਸਰੀਰਕ ਤੌਰ ਦੇ ਉੱਤੇ ਇਸ ਧਰਤੀ ਤੇ ਮੌਜੂਦ ਸਨ। ਗੁਰੂ ਅੰਗਦ ਸਾਹਿਬ ਨੂੰ ਤਾਂ ਉਹਨਾਂ ਨੇ ਗੁਰਗੱਦੀ ਦਿੱਤੀ, ਭਾਈ ਲਹਿਣਾ ਜੀ ਨੂੰ। ਗੁਰੂ ਅਮਰਦਾਸ ਜੀ ਵੀ ਜਿਹੜੇ ਨੇ ਉਹ ਪ੍ਰਕਾਸ਼ਮਾਨ ਸਨ, ਬੇਸ਼ੱਕ ਅਜੇ ਗੁਰੂ ਨਹੀਂ ਸੀ। ਤੇ ਚੌਥੇ ਪਾਤਸ਼ਾਹ ਭਾਈ ਜੇਠਾ ਜੀ ਜਿਹੜੇ ਗੁਰੂ ਰਾਮਦਾਸ ਬਣਦੇ ਨੇ ਉਹ ਵੀ ਮੌਜੂਦ ਸਨ। ਸੋ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ 20 ਸਾਲ ਬਾਅਦ ਗੁਰੂ ਅੰਗਦ ਸਾਹਿਬ ਦੀ ਜਿਹੜੀ ਗੁਰਗੱਦੀ ਦਾ ਵਕਤ ਹੈ ਉਹ 9 ਸਾਲ ਦੇ ਕਰੀਬ ਹੈ। ਫਿਰ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਬੈਠਦੇ ਨੇ ਔਰ 1559 ਦੇ ਵਿੱਚ 20 ਸਾਲ ਬਾਅਦ ਗੁਰੂ ਸਾਹਿਬ ਦੇ ਜਦੋਂ ਕਿ ਗੁਰੂ ਅੰਗਦ ਸਾਹਿਬ ਗੁਰਗੱਦੀ ਤੇ ਬੈਠੇ ਨੇ ਔਰ ਇਸ ਦੇ ਉੱਤੇ ਵਿਚਾਰ ਹੋ ਗਿਆ ਕਿ ਭਾਈ ਇੱਕ ਸੈਂਟਰਲ ਜਿਹੜਾ ਸਿੱਖਾਂ ਦਾ ਜਿਹੜਾ ਉਸ ਦੇ ਲਈ ਗੈਦਰਿੰਗ ਪਲੇਸ, ਜਿਹਦੇ ਲਈ ਤੀਰਥ ਲਫ਼ਜ਼ ਅਸੀਂ ਇਸਤੇਮਾਲ ਕਰ ਸਕਦੇ ਹਾਂ, ਤਾਂ ਕਿ ਜਿਹੜੇ ਅਜੇ ਵੀ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਥਾਟ ਨਾਲ ਜਿਹੜੇ ਨਾਲ ਲੱਗੇ, ਪਰ ਅਜੇ ਵੀ ਇੱਕ ਤਬਕਾ ਗੰਗਾ ਜਮਨਾ ਉਹ ਸਾਰੇ ਜਿਹੜੇ ਹਿੰਦੂਆਂ ਦਾ, ਬ੍ਰਾਹਮਣਾਂ ਦਾ ਕਰਮਕਾਂਡ ਹੈ ਉਹਦੇ ਵੱਲ ਝੁਕੇ ਹੋਏ ਸੀ। ਸੋ ਗੋਇੰਦਵਾਲ ਸਾਹਿਬ ਜਿਹੜਾ ਉਹ ਸਾਡਾ ਪਹਿਲਾ ਪਿਲਗ੍ਰਿਮ ਸੈਂਟਰ ਬਣਦਾ ਹੈ। ਬੌਲੀ ਜਿਹੜੀ ਹੁਣ ਉੱਥੇ ਅੱਜ ਤਾਂ ਅਸੀਂ ਨਲਕਾ ਖੋਲਦੇ ਹਾਂ, ਪਾਣੀ ਆ ਜਾਂਦਾ, ਪਰ ਅਸੀਂ ਅੰਦਾਜ਼ਾ ਲਾਈ ਹੈ ਵੀ ਪਾਣੀ ਦੇ ਲਈ ਜਿਹੜੀ ਬੌਲੀ ਖੋਦੀ ਜਾਂਦੀ ਹੈ ਉਸ ਨੂੰ ਪਾਣੀ ਨਾਲ ਭਰਨਾ, ਧਰਤੀ ਦੇ ਕਿੰਨਾ ਡੂੰਘਾ ਜਾਣਾ ਹੈ। ਔਰ ਬਿਆਸਾ ਦੇ ਕੰਢੇ ਜੇ ਤੁਸੀਂ ਗੋਇੰਦਵਾਲ ਜਾਂਦੇ ਹੋ, ਸੋ ਉਹ ਬੌਲੀ ਜਿਹੜੀ ਹੈ ਉਹ ਤਿਆਰ ਸੀ। ਔਰ ਇਹ ਇੱਕ ਵੱਡੀ ਖੁਸ਼ੀ ਦੀ ਗੱਲ ਵੀ ਸੀ ਕਿ ਭਾਈ ਸਿੱਖੀ ਦੀ ਜਿਹੜੀ ਹੈ ਸ਼ੁਰੂਆਤ ਉਸ ਪਾਠ ਦੀ ਹੋ ਰਹੀ ਹੈ ਜਿੱਥੇ ਕਿ ਸਾਡੀ ਇੱਕ ਆਪਣੀ ਵਿਲੱਖਣ ਹੋਂਦ ਵੱਲ ਕਦਮ ਵੱਧ ਰਹੇ ਨੇ। ਤੇ ਭਾਈ ਪਾਰੋ ਜੁਲਕਾ ਜਿਨ੍ਹਾਂ ਦਾ ਪਿੰਡ ਡੱਲਾ ਸ਼ਾਇਦ ਅੱਜ ਦੇ ਜ਼ਿਲ੍ਹਾ ਕਪੂਰਥਲਾ 'ਚ ਹੀ ਹੈ, ਉੱਥੋਂ ਦੇ ਰਹਿਣ ਵਾਲੇ ਬੜੇ ਅਨੰਨ ਗੁਰਸਿੱਖ ਔਰ ਭਾਈ ਪਾਰੋ ਜੁਲਕਾ ਉਹ ਵੀ ਨੇ ਜਿਨ੍ਹਾਂ ਦਾ ਨਾਂ ਜਦੋਂ ਭਾਈ ਗੁਰਦਾਸ ਜੀ ਨੇ ਪ੍ਰੋਮੀਨੈਂਟ ਸਿੱਖ ਗੁਰੂ ਸਾਹਿਬਾਨ ਦੇ ਪੀਰੀਅਡ ਦੇ ਦਿੱਤੇ ਨੇ ਤੇ ਉਹਨਾਂ ਦਾ ਵੀ ਨਾਂ ਦਿੱਤੇ। ਤੇ ਉਹਨਾਂ ਨੂੰ ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਜੀ ਨੂੰ ਕਿਹਾ ਕਿ ਭਾਈ ਹੁਣ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਗਏ ਉੱਥੇ ਧਰਮਸ਼ਾਲਾਵਾਂ ਬਣਵਾਈਆਂ, ਸਿੱਖ ਸੰਗਤ ਮੌਜੂਦ ਸੀ। ਗੁਰੂ ਅਮਰਦਾਸ ਜੀ ਨੇ ਆਲਰੇਡੀ 22 ਮੰਜੀਆਂ ਸਥਾਪਿਤ ਕਰ ਦਿੱਤੀਆਂ ਸੀ ਜਿੱਥੇ ਜਿੱਥੇ। ਔਰ ਜਦੋਂ ਅਸੀਂ 22 ਮੰਜੀਆਂ ਦੇਖਦੇ ਹਾਂ ਤੇ ਕਾਬਲ ਤੋਂ ਲੈ ਕੇ ਹਿਮਾਚਲ ਦੇ ਸਿਰਮੌਰ ਤੱਕ ਔਰ ਦੱਖਣੀ ਭਾਰਤ ਤੱਕ ਚਾਰੇ ਪਾਸੇ ਸਿੱਖੀ ਦੀ ਗੱਲ ਸੀ। ਔਰ ਇਹ ਹੋਇਆ ਕਿ ਭਾਈ ਗੁਰੂ ਨਾਨਕ ਦੇ ਪਿਆਰੇ ਸਿੱਖਾਂ ਦਾ ਇੱਕ ਇਕੱਠ ਜਿਹੜਾ ਸੱਦਿਆ ਜਾਏ, ਇੱਕ ਥਾਂ ਸੈਂਟਰਲ ਪਲੇਸ ਬਣ ਗਿਆ ਸੀ। ਗੋਇੰਦਵਾਲ ਬੌਲੀ ਸਾਹਿਬ ਤਿਆਰ ਸੀ ਔਰ ਇਹ ਫਿਰ ਪਹਿਲੀ ਵਿਸਾਖ 1559 ਦਾ ਦਿਨ ਚੁਣਿਆ ਗਿਆ ਇਸ ਇਕੱਠ ਦੇ ਲਈ। ਔਰ ਇਹ ਪਹਿਲੀ ਵਿਸਾਖੀ ਜੇ ਅਸੀਂ ਇਤਿਹਾਸ ਦੀ ਕਹਿਣੀ ਹੋਏ ਤੇ ਉਹ 1559 ਦੇ ਵਿੱਚ। ਔਰ ਕਿਉਂਕਿ ਕੁਝ ਸਕਾਲਰ ਇਹ ਵੀ ਸਮਝਦੇ ਨੇ ਵੀ ਇਹ ਦਿਨ ਵੀ ਇਸ ਲਈ ਚੁਣਿਆ ਗਿਆ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਣ ਦਾ ਦਿਨ ਪਹਿਲੀ ਵਿਸਾਖ ਹੀ ਸੀ। ਇੱਕ ਵੱਖਰੀ ਡਿਬੇਟ ਹੈ ਕਿ ਉਹਨੂੰ ਮਨਾਉਣ ਦੀ ਰਵਾਇਤ ਜਿਹੜੀ ਹੈ ਉਹ ਕੱਤਕ ਦੀ ਪੁੰਨਿਆ ਦੇ ਨਾਲ ਜੁੜ ਗਈ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ। ਹੁਣ ਕੱਤਕ ਦੀ ਪੁੰਨਿਆ ਨਵੰਬਰ ਦੇ ਮਹੀਨੇ 'ਚ ਕਦੇ ਨਵੰਬਰ ਦੇ ਪਹਿਲੇ ਹਫਤੇ, ਕਦੇ ਤੀਸਰੇ ਹਫਤੇ ਚਲੀ ਜਾਂਦੀ ਹੈ। ਲੇਕਿਨ ਮੈਂ ਇਸ ਪਾਸੇ ਨਾ ਜਾਵਾਂ, ਲੇਕਿਨ ਇਸ ਤੋਂ ਕੋਈ ਵੀ ਇਤਿਹਾਸਕਾਰ ਇਨਕਾਰ ਨਹੀਂ ਕਰਦਾ ਕਿ ਪਹਿਲਾ ਇਸ ਲੈਵਲ ਦਾ ਸਾਰੇ ਸਿੱਖਾਂ ਦਾ ਇਕੱਠ ਜਿਹੜਾ ਉਹ ਪਹਿਲੀ ਵਿਸਾਖ 1559 ਨੂੰ
ਗੋਇੰਦਵਾਲ ਸਾਹਿਬ ਦੇ ਵਿਖੇ ਹੁੰਦਾ ਔਰ ਇਹ ਇੱਥੋਂ ਇਹ ਪਰੰਪਰਾ ਜਾਂ ਟ੍ਰੈਡੀਸ਼ਨ ਦੀ ਸ਼ੁਰੂਆਤ ਹੁੰਦੀ ਹੈ। ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਵੇਲੇ ਇਸੇ ਹੀ ਦਿਨ ਦੇ ਮੌਕੇ 1699 ਈਸਵੀ ਦੀ ਵਿਸਾਖੀ ਨੂੰ ਹੁਕਮਨਾਮਿਆਂ ਰਾਹੀਂ 80,000 ਸਿੱਖਾਂ ਦੇ ਇਕੱਠ ਦੀ ਗੱਲ ਕਰਦੇ ਤੇ ਫਿਰ ਇਹ ਉਹਦੀ ਕੰਟੀਨਿਊਟੀ ਸੀ, ਕਿਉਂਕਿ ਉਸ ਜ਼ਮਾਨੇ ਦੇ ਵਿੱਚ ਇਵੇਂ ਤਾਂ ਨਹੀਂ ਸੀ ਤੁਸੀਂ ਜਹਾਜ਼ ਤੇ ਉੱਡੇ ਔਰ ਪਹੁੰਚੇ ਔਰ 4 ਦਿਨ ਇੱਥੇ ਗਏ ਫਿਰ ਵਾਪਸ ਆ ਗਏ। ਹੁਣ ਜੇ ਕਿਸੇ ਨੇ ਪੰਜਾਬ ਵੱਲ ਪਹੁੰਚਣਾ ਹੈ, ਕੋਈ ਕਾਬਲ ਤੋਂ ਤੁਰੀ ਸੰਗਤ ਹੈ, ਕੋਈ ਕਰਨਾਟਕਾ ਤੋਂ ਆ ਰਹੀ ਹੈ, ਕੋਈ ਅਸਾਮ ਤੋਂ ਆ ਰਹੀ ਹੈ, ਤੇ ਸਫ਼ਰ ਦੀਆਂ ਕਿਸ ਕਿਸਮ ਦੀਆਂ ਬੰਦਸ਼ਾਂ ਪਾਬੰਦੀਆਂ, ਤੇ ਜੇ 6-6 ਮਹੀਨੇ ਦਾ ਗੈਪ ਸੀ ਵਿਸਾਖ ਤੱਕ ਪਹੁੰਚਦੇ ਆ ਉਹ ਤਾਂ 4 ਮਹੀਨੇ ਪਹਿਲਾਂ ਤੁਰ ਪੈਂਦੇ ਹੋਣਗੇ। ਫਿਰ ਸੇਫਟੀ ਫੈਕਟਰ ਵੀ ਹੁੰਦਾ ਸੀ, ਸਰਾਵਾਂ 'ਚ ਰੁਕਣੇ, ਕਿਉਂਕਿ ਬਹੁਤ ਵਾਰ ਜਿਹੜੇ ਗੁਰੂ ਘਰ ਦੇ ਪ੍ਰਚਾਰਕ ਆਉਂਦੇ ਸੀ ਸੰਗਤ ਨੂੰ ਲੈ ਕੇ, ਤੇ ਜਿਹੜੀ ਸੰਗਤ ਨਹੀਂ ਸੀ ਆ ਸਕਦੀ ਉਹ ਆਪਣਾ ਦਸਵੰਧ ਵੀ ਭੇਜਦੀ ਸੀ ਕਿ ਭਾਈ ਗੁਰੂ ਦੇ ਲਈ, ਤੇ ਉਹਨਾਂ ਦੇ ਜਿਹੜੀ ਹੈ ਲੁੱਟ ਖੋਹ ਦਾ ਵੀ ਬਰਾਬਰ ਮੁਕਾਮ ਹੁੰਦਾ ਸੀ। ਸੋ ਇਹ ਇਸ ਲਈ ਸਮਝਣਾ ਜ਼ਰੂਰੀ ਹੈ ਕਿ ਭਾਈ ਇਹ 10ਵੇਂ ਪਾਤਸ਼ਾਹ ਨੇ ਜਿਹੜਾ ਇੱਕ ਵੱਡਾ ਇਕੱਠ ਇਸ ਮੌਕੇ ਤੇ ਹੁੰਦਾ ਹੋਇਆ 80,000 ਦਾ, ਜਿਸ ਚੋਂ 5 ਗੁਰੂ ਕੇ ਸਿੱਖ, ਔਰ ਅਸੀਂ ਪਿਛਲੇ ਦਿਨਾਂ 'ਚ ਵੀ ਜ਼ਿਕਰ ਕਰਦੇ ਰਹੇ ਹਾਂ, ਮੈਂ ਵੇਰਵੇ 'ਚ ਨਹੀਂ ਜਾਵਾਂਗਾ ਕਿ ਇਹ ਬੇਸ਼ੱਕ ਕ੍ਰਾਈਟੇਰੀਆ ਤਾਂ ਉਹੀ ਹੈ। ਹੁਣ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਵਾਰਾਂ ਤੇ ਵਧੀਕ 'ਚ ਦੇਖਦੇ ਹਾਂ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕ੍ਰਾਈਟੇਰੀਆ ਰੱਖਿਆ ਹੋਇਆ, ਸ਼ਰਤ ਹੈ ਕਿ ਇਸ ਜੇ ਸਕੂਲ ਦੇ ਵਿੱਚ ਦਾਖਲ ਹੋਣਾ ਹੈ ਤੇ ਇਹਦੀ ਫੀਸ ਇਹ ਹੈ ਕਿ ਸਿਰ ਨੂੰ ਤਲੀ ਤੇ ਰੱਖਣਾ ਪੈਣਾ। ਹੁਣ ਇਹੀ ਕ੍ਰਾਈਟੇਰੀਆ ਜਿਹੜਾ ਆਪਾ ਕੁਰਬਾਨ ਗੁਰੂ ਤੋਂ, ਸੱਚ ਹੱਕ ਇਨਸਾਫ ਤੋਂ, ਇਹੀ ਕ੍ਰਾਈਟੇਰੀਆ ਜਿਹੜੇ 9 ਜਾਮੇ ਉਸ ਗੁਰੂ ਨਾਨਕ ਸਾਹਿਬ ਤੋਂ ਬਾਅਦ ਨੇ ਉਹਨਾਂ ਦੇ ਸਾਹਮਣੇ ਸੀ, ਜਿਸ ਚੋਂ ਪੂਰਾ ਉਤਰੇ। ਆਪਣਾ ਆਪਾ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਤੇ ਇਹੀ ਪਰਖ ਜਿਹੜੀ ਲਿਟਰਲੀ ਗੁਰੂ ਸਾਹਿਬ ਨੇ ਬਾਣੀ ਰੂਪ ਚ ਕਹੀ ਸੀ, ਗੁਰੂ ਸਾਹਿਬ ਨੇ ਪ੍ਰੈਕਟੀਕਲੀ ਤਲਵਾਰ ਖਿੱਚ ਕੇ 80,000 ਦੇ ਇਕੱਠ ਚ ਕਿਹਾ ਕਿ ਆਓ ਭਾਈ, ਕਿਹੜਾ ਜਿਹੜਾ ਉਹ ਆਪਣਾ ਸਿਰ ਦੇਗਾ ਇਸ ਸੱਚ ਹੱਕ ਇਨਸਾਫ ਦੇ ਰਸਤੇ ਲਈ। ਔਰ ਉਸ ਨੂੰ ਪੁਰਾਤਨ ਪੰਜਾਬੀ ਔਰ ਹਿੰਦੀ ਦਾ ਰਾਦਰ ਉਰਦੂਆਈਜ਼ਡ ਮਿਕਸ ਦੇ ਵਿੱਚ ਇੱਕ ਬੜੀ ਖੂਬਸੂਰਤ ਕਿਸੇ ਦੀ ਨਜ਼ਮ ਰਹੀ ਹੈ ਕਿ हाथ में लेकर तेग बरहना, बिरहा प्यासी खून दी, हाथ में लेकर तेग बरहना, सच्चे सतगुर आते हैं, रोब चेहरे पर दमके ऐसा, देख शेर डर जाते हैं, प्रेम त्योरी मस्तक पर है, आंखें मत वाली हैं लाल, गर्ज शेर की मानद सतगुर, मुख से यूं फरमाते हैं, है कोई ऐसा सिख गुरु का शीश जो हमको दे भेटा, भीखी परमी कच्चे पिल्ले सारे दौड़े जाते हैं, उस वक्त एक सिख गुरु का आ लपका गुरु चरणों में, वहां पकड़कर उसको सतगुर तंबू में ले जाते हैं। इस तरह सब संगत में से सिख गुरु के निकले 5, उनको दस्ते मुबारक से गुरु आबे हयात पिलाते हैं। कि मुबारक हत्थां नाल आबे हयात, ये परशियन दा लफज है। ਉਹ ਆਬ ਪਾਣੀ ਨੂੰ ਕਹਿੰਦੇ ਨੇ, ਹਯਾਤ ਜਿਸ ਪਾਣੀ ਨੂੰ ਪੀਣ ਨਾਲ ਕੋਈ ਅਮਰ ਹੋ ਜਾਏ, ਫਿਰ ਮਾਰ ਹੀ ਨਾ ਸਕੇ। ਇਹ ਫਿਜ਼ੀਕਲ ਮੌਤ ਨਹੀਂ। ਇਹ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਹਿੰਦੇ ਸਨ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਹੀ ਮੌਤ ਹੈ। ਸੋ ਇੱਕ ਮੌਤ ਫਿਜ਼ੀਕਲ ਹੈ, ਉਹ ਰੱਬ ਦੇ ਕੋਲ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰੀ ਹੈ। ਇੱਕ ਉਹ ਹੈ ਜਿਹੜੇ ਮਰੀਆਂ ਜ਼ਮੀਰਾਂ ਵਾਲੇ, ਜਿਹੜੇ ਡਰ ਖੌਫ ਭੈ ਦੇ ਥੱਲੇ ਜਿਉਂਦੇ ਨੇ, ਉਹਨਾਂ ਦਾ ਭੈ ਮੁਕਤ ਹੋ ਜਾਣਾ। ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਗਿਆਨੀ, ਗਿਆਨਵਾਨ, ਵਿਵੇਕੀ, ਸੰਤ, ਗੁਰਮੁਖ, ਫਕੀਰ ਉਸ ਨੂੰ ਡਿਫਾਈਨ ਕੀਤਾ ਸੀ। ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਕਿ ਗਿਆਨੀ, ਗਿਆਨਵਾਨ, ਵਿਵੇਕੀ, ਰੱਬ ਦਾ ਬੰਦਾ, ਸੱਚਾ, ਸੰਤ, ਫਕੀਰ ਉਹੀ ਕਹਾਣ ਦਾ ਹੱਕਦਾਰ ਹੈ। ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਿ ਜਿਹੜਾ ਨਾ ਡਰ ਦਿੰਦਾ ਤੇ ਨਾ ਡਰ ਮੰਨਦਾ। ਔਰ ਫਿਰ ਇਹ ਜਿਹੜਾ ਆਬੇ ਹਯਾਤ ਹੈ,
इस आबे हयात ने की तब्दीली की। हालांकि थॉट वही है, मैं क्योंकि रिपीट नहीं मैं करना चाहता, थॉट वही है जो गुरु नानक साहब ने गाड़ी राह चलाया, जी मारिया सिक्का जगत विच नानक निर्मल पंथ चलाया, निर्मल पंथ और शब्द जित्ती सिद्ध मंडली की तो अपना पंथ निराला, वही निराला पंथ है। और यही कंटिन्यूटी है, वही थॉट, वही जोत ओहा जुगत साए सह काया फेर पलटी है। ਹੁਣ ਉਹ ਜਿਹੜਾ ਥਾਟ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਿਸ ਦੇ ਉੱਤੇ ਜਿਹੜਾ ਨੀਵਿਆਂ ਨਤਾਣਿਆਂ ਨੂੰ ਮਾਣ ਦੇ ਕੇ ਗਲ ਨਾਲ ਲਾਉਂਦਾ ਨਾਨਕ ਤਿੰਨ ਕੈ ਸੰਗ ਸਾਥ ਕਹਿ ਕੇ, ਉਹੀ ਗੁਰੂ ਕਲਗੀਧਰ ਪਾਤਸ਼ਾਹ ਅੰਮ੍ਰਿਤ ਦੀ ਦਾਤ ਦੇ ਕੇ ਫਰਮਾਉਂਦੇ ਨੇ ਅੱਜ ਤੋਂ ਤੁਹਾਡੀ ਕੁਲ ਨਾਸ ਕਰਮ ਨਾਸ ਭਰਮ ਨਾਸ ਵਰਣ ਨਾਸ ਤੁਸੀਂ ਖਾਲਸਾ। ਹੁਣ ਔਰ ਉਸ ਸਾਰੇ ਚੋਂ ਜੇ ਗੁਰੂ ਨਾਨਕ ਸਾਹਿਬ ਨੇ ਨਾਨਕ ਤਿੰਨ ਕੈ ਸੰਗ ਸਾਥ ਕਿਹਾ ਸੀ तो गुरु साहब ने पहले ही रंगरेटे गुरु के बेटे, पर नाल दी नाल के इन गरीब सिखन को देऊं पातशाही ये याद करें हमरी गुरियाई। ये जिहड़ी सारी तब्दीली है ये एक कौम दे रूप च 230 वरे 1469 तो 1699 तक उस सारे करिश्मे नूं जो गुरु साहब ने करके दिखाया। और एक वड्डे शायर 20वीं सदी च नानक चंद नाज होए ने जिन्हां ने जो जफरनामा तो इलावा फतहनामा भी एक होर डॉकूमेंट गुरु साहब नाल जुड़दा है, परशियन दे उहदे कुछ शेयर कुछ ने कुछ गायब ने, उन्होंने उर्दू दे विच ट्रांसलेट किया सी। और एक जमाने दे विच प्रभात अखबार उर्दू दी हुंदी सी, उहदे च छपया पहला शेयर 10वें पातशाह दा परशियन च, फिर उन्हें अपने उस नूं हिंदीआइज वर्शन दिता है। मन आंक नू बेआफजाले पुरशे अकाल के कुनम जे आब आहिन चुना बर्गशाल, जो लोहे के बर्तन में पानी भरा तो पानी में लोहे का खंडा धरा, हिलाया जो वो खंडा मैंने जरा तो पानी में लोहे का जहर घुला, नजर आए कतरे मचलते हुए उभरते हुए और उछलते हुए, एक एक कतरा दरियाए जोशो खरोश, एक एक तूफान महशर बादोश, एक एक मौज में नहराए इनकलाब, एक एक मौज में जर्राए आफताब। जब इन कतरों पे मैंने डाली नजर तो देखा शजायत का उनमें असर, एक एक कतरा जलवाए जिंदगी, एक एक कतरा में नूर ता बंदगी, हवेदा हुए जिंदगी के नुकात, ये था आबे आहिन के आबे हयात। इस अमृत से बरसात होने लगी, मुहंग अफसरदा कलियों के धोने लगी, इस अमृत से एक बूंद चिड़िया ने पी, पकड़ ली उस जुबान शाहीबाज की। ये तब्दीली सी कि भाई उस चो गैरतमंद एक एक कतरे चो जेड़ा इनकलाब दी गल, तब्दीली दी गल, जुर्रत दी गल, शजायत दी गल और वो हिम्मत जदों ये फोकलोर दे विच भी आया कि चिड़ियों से मैं बाज तोड़ाऊं, 1.25 लाख से एक लड़ाऊं, तब है गोबिंद सिंह नाम कहूं। सो सचमुच ही कि जे चिड़िया तो बाज तोड़ना ही है कि इस अमृत से एक बूंद चिड़िया ने पी, पकड़ ली उस जुबां शाहीबाज की। और ये कोई छोटी गल नहीं सी, उस धरती ते 1000 साल नहीं, उस तो भी पहला अलेक्जेंडर 2500 साल पहला एक खौफ, एक डर, एक उस सारे च रहन वाले। और जदों पंगाणी दे युद्ध वेले जदों अजे अमृत भी नहीं सी तैयार होया, लेकिन उदों दा एक कपलेट जिहड़ा साडी पुरातन रवायत कोट हुंदा है कि जदों गुरु साहब ने हथियार चुकण नूं कहा ते जिहड़े सी उस किस्म दे दुकानदार और दूसरे किस्म के लोग उन्होंने कहा जी काम हमारा तोले तकड़ी, नंगी कर्द कभी नहीं पकड़ी, चिड़ी उड़े डर से मर जाए, मुगलन से कैसे लड़ पाए कि तुसी सानू मरवाना है, उन्हां नाल असीं लड़ना है भी असीं तां चिड़ी उड़दी है ते साडी जान जिहड़ी है वो सुक जांदी है। हुण ये जिहड़ी तब्दीली है फिर वो जिहड़ी गुरु ने 1.25 लाख नाल लड़न दी स्पिरिट पैदा की, वो चमकौर दी गढ़ी होए जदों 40 सिखां दे नाल 10 लाख फौज दा टाकरा है, जां जे मौजूदा समय च देखना होए जून 84 दा पहला हफ्ता जदों के कुछ दर्जन भुखे पाने सिंह भारत दी 2 लाख तो ज्यादा फौज दा टाकरा करदे ने। ये
ਕ੍ਰਿਸ਼ਮੇ ਹੋਰ ਕੀ ਹੁੰਦੇ ਨੇ? ਇਹੀ ਹੁੰਦਾ ਹੈ ਕਿ ਵੀ ਤੁਸੀਂ ਰੱਬ ਦੇ ਉੱਤੇ ਭਰੋਸਾ ਰੱਖ ਕੇ ਤੁਰ ਪੈਂਦੇ ਹੋ, ਇੱਕ ਬੇਪਰਵਾਹੀ ਤੁਹਾਡੇ 'ਚ ਹੁੰਦੀ ਹੈ, ਤੁਹਾਨੂੰ ਹੁੰਦਾ ਹੈ ਕਿ ਭਾਈ ਅਸੀਂ ਜਿੱਤਣਾ ਹੀ ਜਿੱਤਣਾ ਹੈ, ਹਮ ਪਾਤਸ਼ਾਹੀ ਸਤਿਗੁਰ ਦਈ। ਗੁਰੂ ਸਾਹਿਬ ਨੇ ਕਿਹਾ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੇ ਤਿਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਕਿ ਬਈ ਇਹ ਜਿਹੜੇ ਵਿਚਾਰੇ ਰੁਲੇ ਹੋਏ ਨੇ, ਜਿਨ੍ਹਾਂ ਨੂੰ ਬਿਲਕੁਲ ਉਹਨਾਂ ਨੇ ਨੀਵੇਂ ਬਣਾਇਆ ਹੋਇਆ, ਸ਼ੂਦਰ ਬਣਾਇਆ ਹੋਇਆ, ਦਲਿਤ ਬਣਾਇਆ ਹੋਇਆ, ਇਹਨਾਂ ਨੂੰ ਮੈਂ ਪਾਵਰ ਦਿਆਂਗਾ। ਔਰ ਇਹੀ ਨਹੀਂ ਕਿ ਇਕੱਲੀ ਮੈਨਲੀ ਐਮਪਾਵਰਮੈਂਟ ਹੁੰਦੀ ਹੈ। ਜੇ ਅਸੀਂ ਅੱਜ ਫਖਰ ਨਾਲ ਸਾਡੀਆਂ ਬੱਚੀਆਂ, ਬੀਬੀਆਂ, ਕੌਰ, ਸ਼ਹਿਜ਼ਾਦੀਆਂ ਨੇ, ਔਰ ਉਸੇ ਤਰ੍ਹਾਂ ਜਿਹੜਾ ਉਹਨਾਂ ਨੇ ਸਿੱਖ ਇਤਿਹਾਸ ਦੀਆਂ ਇਹਨਾਂ 324 ਵਰੇ ਦੀ ਖਾਲਸਾ ਹਿਸਟਰੀ 'ਚ ਉਹਨਾਂ ਨੇ ਵੀ ਉਵੇਂ ਹੀ ਫਰੰਟਲ ਰੋਲ ਪਲੇ ਕੀਤਾ। ਤੇ ਇਹ ਕੋਈ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ ਕਿ ਉਹੀ ਗੁਣ ਦੇ ਨਾਲ, ਉਹੀ ਗੁਣਾਂ ਦੇ ਨਾਲ, ਔਰ ਉਹ ਵੀ ਉਸੇ ਹੀ ਬਰਾਬਰੀ ਦੀ ਗੱਲ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਸੋ ਕਿਉਂ ਮੰਦਾ ਆਖੀ ਹੈ, ਜਿਤ ਜੰਮੇ ਰਾਜਾਨ ਨਾਲ ਜੋ ਰੁਤਬਾ ਦਿੱਤਾ ਸੀ, ਗੁਰੂ ਨੇ ਕਿਹਾ ਇਹ ਮੇਰੇ ਸ਼ਹਿਜ਼ਾਦੇ ਨੇ। ਕੌਰ ਸ਼ਹਿਜ਼ਾਦੇ ਨੂੰ ਕਹਿੰਦੇ ਨੇ, ਯੰਗੈਸਟ। ਜਿਹੜਾ ਐਲਡੈਸਟ ਹੁੰਦਾ ਸੀ ਉਹਨੂੰ ਟਿੱਕਾ ਕਹਿੰਦੇ ਸੀ, ਕਰਾਊਨ ਪ੍ਰਿੰਸ। ਔਰ ਜਿਹੜਾ ਯੰਗੈਸਟ ਪ੍ਰਿੰਸ ਹੈ ਕਿ ਇਹ ਮੇਰੇ ਸ਼ਹਿਜ਼ਾਦੇ ਨੇ। ਔਰ ਅਸੀਂ ਜਦੋਂ ਅੱਜ ਦੇ ਕੰਟੈਕਸਟ 'ਚ ਗੱਲ ਕਰ ਰਹੇ ਹਾਂ, ਬੇਸ਼ੱਕ ਬਹੁਤ ਸਾਰਾ ਕੁਛ ਇਸ ਪੀਰੀਅਡ 'ਚ ਜਿਹੜਾ ਵਿਸਾਖੀ ਦੇ ਨਾਲ ਜੁੜਿਆ ਹੋਇਆ ਹੈ। 13 ਅਪ੍ਰੈਲ 1978 ਦੀ ਵਿਸਾਖੀ ਸਾਡੀਆਂ ਯਾਦਾਂ 'ਚ ਹੈ, ਜਦੋਂ ਕਿ 13 ਸਿੰਘਾਂ ਨੇ ਅੰਮ੍ਰਿਤਸਰ ਸ਼ਹਿਰ 'ਚ ਨਰਕਧਾਰੀਆਂ ਦੇ ਉਸ ਪਖੰਡ ਨੂੰ ਚੈਲੰਜ ਕੀਤਾ ਔਰ ਉਹਨਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ। ਫਿਰ ਅਸੀਂ ਦੇਖ ਰਹੇ ਹਾਂ ਕਿ ਅੱਜ ਜਦੋਂ ਅਸੀਂ 324ਵਾਂ ਖਾਲਸਾ ਸਾਜਨਾ ਦਿਵਸ ਇਸ ਦੀ ਗੱਲ ਕਰ ਰਹੇ ਹਾਂ, ਤੇ ਪੰਜਾਬ ਘੇਰਾਬੰਦੀ ਦੇ ਵਿੱਚ ਹੈ, ਤਖਤਾਂ ਦੇ ਬਾਹਰ ਹੀ ਨਹੀਂ ਅੰਦਰ ਵੀ ਸਿਵਲ ਕੱਪੜਿਆਂ ਦੇ ਵਿੱਚ ਗ੍ਰਿਫਤਾਰੀਆਂ ਦਾ ਸਿਲਸਿਲਾ ਜਾਰੀ ਹੈ। ਔਰ ਜੇ ਮੈਂ ਇਸ ਸਟੇਟਮੈਂਟ ਆਪਣੇ ਵੱਲੋਂ ਜੇ ਮੈਂ ਵੇਰਵੇ 'ਚ ਕਵਾਂ ਤੇ ਸ਼ਾਇਦ ਲੱਗੇਗਾ ਕਿ ਵੀ ਪਤਾ ਨਹੀਂ ਅਸੀਂ ਐਗਜ਼ੈਜਰੇਟ ਕਰ ਰਹੇ ਹਾਂ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਾਦਲਾਂ ਦੀ ਜਿਹੜੀ ਹੈ ਉਹੀ ਉਹਨਾਂ ਦੀ ਐਡਵਾਈਸ ਦੇ ਉੱਤੇ ਚੱਲਦੀ ਹੈ। ਲੰਬਾ ਵਕਤ ਬੀਜੇਪੀ ਦੇ ਨਾਲ ਔਰ ਦਿੱਲੀ ਸਰਕਾਰ ਦੇ ਨਾਲ, RSS ਨਾਲ ਇਹਨਾਂ ਦੀ ਅਲਾਇੰਸ ਹੈ। ਔਰ ਇਹ ਉਹਨਾਂ ਦੇ SGPC ਦੇ ਪ੍ਰਧਾਨ ਦਾ ਬਿਆਨ ਹੈ, ਖਾਲਸਾ ਸਾਜਨਾ ਦਿਵਸ ਮੌਕੇ ਗੁਰੂ ਘਰਾਂ ਅੰਦਰ ਪੁਲਿਸ ਦਾ ਬੇਲੋੜਾ ਦਖਲ ਬਰਦਾਸ਼ਤ ਨਹੀਂ। ਸੰਗਤ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਤੋਂ ਹਟੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ। ਉਹਨਾਂ ਦੀ ਡਿਟੇਲ ਸਟੇਟਮੈਂਟ ਹੈ। ਉਹਨਾਂ ਨੇ ਕਿਹਾ ਕਿ ਵੀ ਬੇਲੋੜੇ ਦਖਲ ਦਿੱਤੇ ਜਾ ਰਹੇ ਨੇ ਔਰ ਅਸੀਂ ਕੌਮੀ ਰਵਾਇਤਾਂ ਅਨੁਸਾਰ ਮਨਾਉਂਦੇ ਹਾਂ, ਲੇਕਿਨ ਪੁਲਿਸ ਪ੍ਰਸ਼ਾਸਨ ਮਨਮਰਜ਼ੀ ਨਾਲ ਗੁਰੂ ਘਰਾਂ ਦੇ ਅੰਦਰ ਵੀ ਦਖਲ ਅੰਦਾਜ਼ੀ ਕਰ ਰਿਹਾ। ਸਿਵਲ ਕੱਪੜਿਆਂ ਦੇ ਵਿੱਚ ਉਹ ਅੰਦਰ ਬੈਠੇ ਹੋਏ ਨੇ ਔਰ ਇਹ ਸਾਡੇ ਲਈ, ਉਹਨਾਂ ਕਿਹਾ, ਖਾਲਸਾ ਸਾਜਨਾ ਦਿਵਸ ਸਿੱਖ ਕੌਮ ਲਈ ਬੇਹੱਦ ਮਹੱਤਵਪੂਰਨ ਤੇ ਸ਼ਰਧਾ ਭਰਪੂਰ ਹੋਣ ਕਰਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਦਮਦਮਾ ਸਾਹਿਬ ਵਿਖੇ ਭਰਵੀਂ ਗਿਣਤੀ ਵਿੱਚ ਸੰਗਤ ਪੁੱਜਦੀ ਹੈ, ਪਰ ਪੁਲਿਸ ਦੀ ਬਿਨਾਂ ਵਜ੍ਹਾ ਤਾਇਨਾਤੀ ਕਰਕੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਿੱਖ ਸੰਗਤ ਅੰਦਰ ਜਾਣ ਬੁੱਝ ਕੇ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬਾਨਾਂ ਅੰਦਰ ਪੁਲਿਸ ਕਰਮੀ ਪ੍ਰਬੰਧਕਾਂ ਨੂੰ ਵੀ ਆਪਣੀ ਇੱਛਾ ਅਨੁਸਾਰ ਚੱਲਣ ਲਈ ਦਬਾਅ ਪਾ ਰਹੇ ਹਨ। ਇਹ ਬਰਦਾਸ਼ਤ ਤੋਂ ਬਾਹਰ ਦੀ ਕਾਰਵਾਈ ਹੈ। ਇਹ ਪੁਲਿਸ ਵੱਲੋਂ ਮਰਿਆਦਾ ਨੂੰ ਦਿੱਤੀ ਸਿੱਧੀ ਚੁਣੌਤੀ ਵਾਂਗ ਹੈ। ਉਹਨਾਂ ਕਿਹਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੋਂ ਇਹ ਰਿਪੋਰਟਾਂ ਮਿਲ ਰਹੀਆਂ ਹਨ ਕਿ ਗੁਰੂ ਘਰਾਂ ਅੰਦਰ ਸਿਵਲ ਪਹਿਰਾਵੇ ਵਿੱਚ ਮੌਜੂਦ ਪੁਲਿਸ ਬੇਪਛਾਣ ਹੋ ਕੇ ਸੰਗਤ ਉੱਤੇ ਨਿਗਾਹ ਰੱਖਦਿਆਂ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ, ਜਿਸ ਤੇ ਸੰਗਤ ਵੱਲੋਂ ਭਾਰੀ ਇਤਰਾਜ਼ ਜਤਾਏ ਜਾ ਰਹੇ ਹਨ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਸਰਕਾਰ ਤੁਰੰਤ ਗੁਰੂ ਘਰਾਂ ਤੋਂ ਪੁਲਿਸ ਨੂੰ ਬਾਹਰ ਕੱਢੇ। ਉਹਨਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਉਹ ਪੁਲਿਸ ਵੱਲੋਂ ਪੈਦਾ ਕੀਤੇ ਜਾ ਰਹੇ ਭੈ ਨੂੰ ਨਕਾਰ ਕੇ ਗੁਰੂ ਘਰਾਂ 'ਚ ਸ਼ਰਧਾ ਪ੍ਰਗਟਾਉਣ ਲਈ ਪੁੱਜੇ। ਉਹਨਾਂ ਕਿਹਾ ਜੇ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਸੰਗਤਾਂ ਨੂੰ ਤੰਗ ਪਰੇਸ਼ਾਨ ਜਿੱਥੇ ਕਰਦੀ ਹੈ, ਉਹਦੀ ਸੂਚਨਾ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਦਿੱਤੀ ਜਾਏ। ਹੁਣ ਜੇ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਜਿਹੜਾ ਕਿ ਬਿਲਕੁਲ ਸਰਕਾਰ ਪੱਖੀ ਲਾਈਨ ਵਾਲੇ ਨੇ, ਇਹ ਉਹਨਾਂ ਦਾ ਕਹਿਣਾ ਹੈ, ਜੇ ਅਸੀਂ ਗੱਲ ਕਰਾਂਗੇ ਕਿ ਇਸ ਵੇਲੇ ਛਾਪਾਮਾਰੀ ਦੇ ਥੱਲੇ ਔਰ ਪੰਜਾਬ 'ਚ ਕਿਵੇਂ ਬੀਬੀਆਂ ਨੂੰ ਚੁੱਕਿਆ ਜਾ ਰਿਹਾ, ਕਿਵੇਂ ਉਹਨਾਂ ਦੀ ਹਰਾਸਮੈਂਟ ਹੋ ਰਹੀ ਹੈ। ਭਾਈ ਅਵਤਾਰ ਸਿੰਘ ਖੰਡਾ ਜਿਹੜੇ UK 'ਚ ਨੇ, ਉਹਨਾਂ ਦੀ 65 ਸਾਲਾ ਮਾਤਾ ਨੂੰ ਚੁੱਕਿਆ ਘਰੋਂ, ਉਹਨਾਂ ਦੀ ਛੋਟੀ ਭੈਣ ਜਿਹੜੀ ਨਰਸਿੰਗ ਕਰਦੀ ਹੈ ਉਹਨੂੰ ਚੰਡੀਗੜ੍ਹੋਂ ਚੁੱਕਿਆ। ਸੋ ਇਸ ਕਿਸਮ ਦੀਆਂ ਬਹੁਤ ਸਾਰੀਆਂ ਰਿਪੋਰਟਾਂ ਨੇ। ਸੋ ਅਸੀਂ ਸਮਝਦੇ ਹਾਂ ਕਿ 324 ਵਰੇ ਪਹਿਲਾਂ ਜਿਸ ਡਰ ਭੈ ਦੇ ਮਾਹੌਲ ਨੂੰ ਖਤਮ ਕਰਨ ਲਈ ਔਰ ਇਸ ਧਰਤੀ ਦੇ ਉੱਤੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਭੈ ਅਵਲੋਕ ਚ ਪੈਣਗੇ,
ਇਹ ਖਾਲਸਾ ਪੰਥ ਪ੍ਰਗਟ ਹੁੰਦਾ ਹੈ। ਅੱਜ ਫੇਰ ਸਾਡੀ ਉਹ ਪੰਜਾਬ ਦੀ ਧਰਤੀ, ਖਾਲਸੇ ਦੀ ਸਾਜਨਾ ਵਾਲੀ ਧਰਤੀ, ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ। ਔਰ ਉਦੋਂ ਵੀ ਖਾਲਸੇ ਨੇ ਇਹ ਮਿਥ ਲਿਆ ਸੀ ਕਿ ਅਸੀਂ ਇਸ ਧਰਤੀ ਨੂੰ ਆਜ਼ਾਦ ਕਰਵਾਉਣਾ ਹੈ। ਇਹੀ ਉਹਨਾਂ ਦਾ ਮਤਾ ਸੀ। ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਦੱਖਣ ਤੋਂ ਆਉਣ ਵਾਲੇ ਮਰਾਠੇ ਜਾਂ ਦਰਾ ਖੈਬਰ ਪਾਰ ਦੇ ਹਮਲਾਵਰ ਕਿਵੇਂ ਪੰਜਾਬ ਦੀ ਧਰਤੀ ਨੂੰ ਲੁੱਟਣ। ਇਹ ਪੰਜਾਬ ਦੀ ਧਰਤੀ, ਪੰਜਾਬ ਦੀ ਦੌਲਤ ਪੰਜਾਬੀਆਂ ਲਈ ਹੈ, ਪੰਜਾਬ ਦੇ ਲੋਕਾਂ ਲਈ। ਔਰ ਇਹੀ ਕਾਰਨ ਸੀ ਕਿ ਜਦੋਂ ਖਾਲਸਾ ਰਾਜ ਕਾਇਮ ਹੁੰਦਾ ਹੈ, ਫਿਰ ਬਿਨਾਂ ਜ਼ਾਤ, ਰੰਗ, ਨਸਲ, ਧਰਮ ਦੇ ਵਿਤਕਰੇ ਦੇ ਉਸ ਨੂੰ ਸਾਂਝੇ ਤੌਰ ਦੇ ਉੱਤੇ ਅੱਜ ਵੀ ਯਾਦ ਕੀਤਾ ਜਾਂਦਾ ਹੈ। ਅੱਜ ਵੀ ਹੁਣ ਤਾਂ ਪਾਕਿਸਤਾਨ ਵਿਚਲੇ ਸਕਾਲਰ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਦੀ ਲਿਟਰੇਸੀ ਦੀ ਗੱਲ ਕਰਦੇ ਨੇ ਕਿ ਭਾਈ ਯੂਰਪ ਵਾਲਿਆਂ ਨੇ, ਖਾਸ ਤੌਰ ਤੇ ਬ੍ਰਿਟਿਸ਼ ਨੇ, ਕਿਵੇਂ ਦੇਖਿਆ ਕਿ ਕਿਵੇਂ ਕੋਈ ਕਿਸੇ ਵੀ ਜਿਹੜਾ ਮਸੀਤ, ਗੁਰਦੁਆਰਾ ਜਿਹਨੂੰ ਧਰਮਸਾਲ ਕਹਿੰਦੇ ਸੀ, ਜਾਂ ਮੰਦਿਰ ਬਣਾਉਣ ਦੀ ਉਦੋਂ ਤੱਕ ਇਜਾਜ਼ਤ ਨਹੀਂ ਸੀ ਹੁੰਦੀ ਜਦੋਂ ਤੱਕ ਉਹਦੇ ਨਾਲ ਮਦਰਸਾ, ਪਾਠਸ਼ਾਲਾ ਜਾਂ ਧਾਰਮਿਕ ਸਕੂਲ ਨਹੀਂ ਸੀ ਖੋਲਿਆ ਜਾਂਦਾ, ਤਾਂ ਕਿ ਸਾਰੇ ਦੇ ਸਾਰੇ ਸ਼ਹਿਰੀ ਜਿਹੜੇ ਨੇ ਉਹ ਜਿਹੜੇ ਨੇ ਲਿਟਰੇਟ ਹੋਣ, ਪੜ੍ਹੇ ਲਿਖੇ ਹੋਣ। ਸੋ ਇਹ ਇੱਕ ਪਾਸੇ ਭੈ ਦਾ ਮਾਹੌਲ ਹੁੰਦਾ ਹੈ। ਭੈ 'ਚ ਤੁਹਾਨੂੰ ਤੁਹਾਡੀ ਦੌਲਤ ਵੀ ਲੁੱਟੀ ਜਾਂਦੀ ਹੈ, ਤੁਹਾਨੂੰ ਗਰੀਬ ਵੀ ਰੱਖਿਆ ਜਾਂਦਾ ਹੈ। ਸੋ ਜਿੱਥੇ ਅਸੀਂ ਸਮੂਹ ਸਿੱਖ ਸੰਗਤਾਂ ਨੂੰ 324ਵੇਂ ਖਾਲਸਾ ਸਾਜਨਾ ਦਿਵਸ ਦੇ ਮੌਕੇ ਈਵ ਤੇ ਮੁਬਾਰਕਬਾਦ ਦਿੰਦੇ ਹਾਂ। ਕੱਲ ਅਸੀਂ ਫਲਾਈ ਕਰ ਰਹੇ ਹਾਂ, ਸਾਡੀ ਸਾਰੀ ਟੀਮ TV 84 ਦੀ ਕੈਲੀਫੋਰਨੀਆ ਲਈ ਸਟਾਕਟਨ। ਔਰ ਸਾਡੀ ਕੱਲ ਕੋਸ਼ਿਸ਼ ਹੋਏਗੀ ਕਿ ਸ਼ਾਮ ਦਾ ਦੀਵਾਨ ਅਸੀਂ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਉਸ ਦੀ ਕਵਰੇਜ ਵੀ ਕਰਾਂਗੇ। ਔਰ ਸੈਚਰਡੇ ਸੰਡੇ ਦੋਨੋਂ ਹੀ, ਸੰਡੇ ਪੈਰੇਡ ਹੈ, ਸੈਚਰਡੇ ਦਾ ਦੀਵਾਨ ਜਿਹੜਾ ਹੈ ਉਹ ਰਾਤ ਦਾ ਹੁੰਦਾ ਹੈ, ਪਰ ਬਾਅਦ ਜਾ ਕੇ ਵੀ YouTube, Facebook ਤੇ ਸਾਡੇ ਵਿਊਅਰ ਦੇਖ ਸਕਦੇ ਨੇ। ਟਾਈਮ ਫਰੇਮ ਸਾਰੇ ਪਾਸੇ ਦੇਖਿਆ ਜਾ ਸਕਦਾ ਹੈ। ਸੋ ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਕੱਲ ਦਾ ਪ੍ਰੋਗਰਾਮ ਅਸੀਂ ਇੱਥੋਂ ਨਹੀਂ ਕਰ ਪਾਵਾਂਗੇ। ਲੰਬਾ ਸਫ਼ਰ ਹੁੰਦਾ ਹੈ, 5-6 ਘੰਟੇ ਦੀ ਫਲਾਈਟ ਹੁੰਦੀ ਹੈ, ਲੇਕਿਨ ਅਸੀਂ ਤੁਹਾਡੇ ਨਾਲ ਜੁੜੇ ਰਵਾਂਗੇ। ਔਰ ਬਹੁਤ ਬਹੁਤ ਮੁਬਾਰਕ ਜੀ। ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 24ਵਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਸਟਾਕਟਨ, ਕੈਲੀਫੋਰਨੀਆ ਵਿਖੇ 16 ਅਪ੍ਰੈਲ 2023 ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ। 15 ਅਪ੍ਰੈਲ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਵਿਖੇ ਰੋਜ਼ਾਨਾ ਕਥਾ ਅਤੇ ਕੀਰਤਨ ਸਮਾਗਮ ਦਾ ਆਨੰਦ ਵੀ ਮਾਣੋ। ਗੁਰੂ ਘਰ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਵੱਧ ਚੜ੍ਹ ਕੇ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅਮਰਿਤਪਾਲ ਸਿੰਘ ਨਾਲ ਜੁੜੇ ਹੋਣ ਦਾ ਬਹਾਨਾ ਬਣਾ ਕੇ ਬਾਹਰ ਬੈਠੇ ਸਿੱਖਾਂ ਦੇ ਪੰਜਾਬ ਵਿਚਲੇ ਰਿਸ਼ਤੇਦਾਰਾਂ ਦੀ ਜਿਹੜੀ ਫੜੋ-ਫੜੀ ਉਹ ਧੜਾਧੜ ਹੋ ਰਹੀ ਹੈ। ਔਰ ਮੀਡੀਆ ਰਿਪੋਰਟਾਂ ਅਨੁਸਾਰ UK ਵਿੱਚ ਕਾਫੀ ਸਰਗਰਮ ਅਵਤਾਰ ਸਿੰਘ ਖੰਡਾ ਦੀ 65 ਸਾਲਾ ਮਾਂ ਅਤੇ ਚਰਨਜੀਤ ਕੌਰ ਅਤੇ ਉਹਨਾਂ ਦੀ ਛੋਟੀ ਭੈਣ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਹਰ ਪਾਸਿਓਂ ਆ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਕਿ ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੋ ਕੁਝ ਪੰਜਾਬ 'ਚ 18 ਮਾਰਚ ਤੋਂ ਲਗਾਤਾਰਤਾ ਨਾਲ ਚੱਲ ਰਿਹਾ ਹੈ, ਇਹ ਏਜੰਸੀਆਂ ਦਾ ਉਹੀ ਆਪਰੇਸ਼ਨ ਜਿਵੇਂ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਇਹਨਾਂ ਨੇ ਜੋ ਕੁਛ ਉਸ ਟਰਾਈਬਲ ਬੈਲਟ ਦੇ ਵਿੱਚ ਆਦੀਵਾਸੀਆਂ ਨਾਲ, ਜਿੱਥੇ ਕਿ ਡਰੋਨਸ ਦੇ ਨਾਲ ਬੰਬ ਵੀ ਸੁੱਟ ਰਹੇ ਨੇ, ਹੈਲੀਕਾਪਟਰਸ ਨਾਲ
ਤੇ ਜਿਹੜੀਆਂ ਲੱਗੀਆਂ ਮਸ਼ੀਨ ਗਨਾਂ ਨੇ ਉਹਨਾਂ ਨਾਲ ਫਾਇਰਿੰਗ ਵੀ ਕਰ ਰਹੇ ਨੇ ਅੱਛਾ ਔਰ ਉਸ ਨੂੰ ਉਹਨਾਂ ਨੇ ਉਸ ਦਾ ਨਾਂ ਆਪਰੇਸ਼ਨ ਸਮਾਧਾਨ ਪ੍ਰਹਾਰ ਰੱਖਿਆ ਹੋਇਆ ਸਮਾਧਾਨ ਫਾਈਨਲ ਸੋਲੂਸ਼ਨ ਨੂੰ ਕਹਿੰਦੇ ਨੇ, ਪ੍ਰਹਾਰ ਅਟੈਕ ਨੂੰ ਕਹਿੰਦੇ। ਅੱਛਾ ਸੋ ਅਸੀਂ ਸਮਝਦੇ ਹਾਂ ਕਿ ਜੇ ਇਹਨਾਂ ਦੀਆਂ ਗੁਪਤ ਫਾਈਲਾਂ ਤੱਕ ਸਾਡੀ ਪਹੁੰਚ ਹੋਏ ਤੇ ਇਹ ਸਮਾਧਾਨ ਪ੍ਰਹਾਰ 1 ਪੰਜਾਬ ਹੋਏਗਾ, ਸਮਾਧਾਨ ਪ੍ਰਹਾਰ 2 ਜਿਹੜਾ ਹੈ ਇਹ ਛੱਤੀਸਗੜ੍ਹ ਦੀ ਬਸਤਰ ਜ਼ਿਲ੍ਹਾ ਜਿੱਥੇ ਕਿ ਇਹ ਵਾਪਰ ਰਿਹਾ। ਕਿਉਂਕਿ ਜਿਸ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਇਹ ਭਗਵੰਤ ਮਾਨ ਔਰ ਉਹਦੀ ਸਾਰੀ ਐਡਮਿਨਿਸਟ੍ਰੇਸ਼ਨ, ਪੁਲਿਸ, ਦੂਜੇ ਤੀਜੇ, ਇਹ ਤਾਂ ਸਿਰਫ ਜਿਹੜੇ ਨੇ ਇਹ ਗੋਡੇ ਟੇਕ ਕੇ ਬੈਠੇ ਨੇ, ਇਹਨਾਂ ਨੂੰ ਤਾਂ ਕੋਈ ਪੁੱਛਦਾ ਦੱਸਦਾ ਵੀ ਨਹੀਂ ਹੈ। ਸਾਰਾ ਪਾਰਟੀ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਜਿਹਦਾ ਹੈਡ ਦਿਨਕਰ ਗੁਪਤਾ, ਨੋਨ ਹਿੰਦੂ ਤਵੀ ਬਾਈ ਆਈਡੀਓਲੋਜੀ, ਔਰ ਜੋ ਪੰਜਾਬ 'ਚ ਉਹਨੇ ਪੰਜਾਬ ਦੇ DGP ਹੁੰਦਿਆਂ ਜੋ ਕੁਛ ਕੀਤਾ ਕੈਪਟਨ ਅਮਰਿੰਦਰ ਦੀ ਸਰਪ੍ਰਸਤੀ ਥੱਲੇ ਸਭ ਦੇ ਸਾਹਮਣੇ, ਉਹਦੇ ਉੱਤੇ ਉਹਦਾ ਪਿਓ ਜਿਹੜਾ ਉਹ ਅਜੀਤ ਡੋਵਲ ਜਿਹੜਾ ਇਸ ਵੇਲੇ ਹਕੂਮਤ ਨੂੰ ਰਨ ਕਰ ਰਿਹਾ, ਸਾਰੀ ਨੀਤੀ ਜਿਹੜੀ ਹੈ ਈਵਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਉਹ ਉਸ ਨੂੰ ਇਹੀ ਤੈਅ ਕਰਦਾ। ਔਰ ਪੰਜਾਬ ਦੇ ਵਿੱਚ ਗੌਰਵ ਯਾਦਵ ਜਿਹੜਾ ਅਸੀਂ ਦੇਖਦੇ ਹਾਂ ਕਿ ਝੂਠ ਬੋਲਣ ਦਾ ਮਾਹਰ, ਜੇ ਲਾਰੈਂਸ ਬਿਸ਼ਨੋਈ ਉੱਥੋਂ ਬੈਠ ਕੇ ਧਮਕੀ ਵੀ ਦੇ ਰਿਹਾ ਹੈ ਔਰ ਬਿਲਕੁਲ ਆਪਣੇ ਆਪ ਨੂੰ ਉਹ ਗਊਸ਼ਾਲਾ ਖੋਲ੍ਹਣ ਵਾਲਾ ਔਰ ਖਾਲਿਸਤਾਨ ਦਾ ਵਿਰੋਧੀ ਔਰ ਦੂਸਰਾ ਦੱਸ ਰਿਹਾ, ਔਰ ਗੌਰਵ ਯਾਦਵ ਕਹਿ ਰਿਹਾ ਜੀ ਨਹੀਂ ਇਹ ਤਾਂ ਅਜੇ ਉਦੋਂ ਉਹਦਾ ਪਹਿਲਾ ਇੰਟਰਵਿਊ ਆਇਆ ਸੀ ਉਹਦਾ ਲਾਰੈਂਸ ਬਿਸ਼ਨੋਈ ਦਾ, ਲੇਕਿਨ ਉਹਨੇ ਕਿਹਾ ਜੀ ਨਹੀਂ ਪੰਜਾਬ 'ਚ ਨਹੀਂ ਹੋਇਆ, ਇਹ ਤਾਂ ਇੱਥੇ ਨਹੀਂ ਹੈ। ਦੂਜੇ 'ਚ ਉਹਨੇ ਫਿਰ ਸਾਬਤ ਕੀਤਾ ਕਿ ਭਾਈ ਉੱਥੇ ਹੀ ਬੈਠਾ, ਕੋਈ ਇਨਕੁਆਰੀ ਨਹੀਂ, ਕੋਈ ਰਿਮੂਵਲ ਨਹੀਂ, ਕੋਈ ਪਾਰਟ, ਕਿਉਂਕਿ ਇਹ ਜਿਹੜੀ ਇਸ ਵੇਲੇ ਸਿੱਖਾਂ ਦੇ ਖਿਲਾਫ ਇਹ ਸਮਾਧਾਨ ਪ੍ਰਹਾਰ ਆਪਰੇਸ਼ਨ ਦੇ ਨਾਂ ਥੱਲੇ ਜੋ ਕਰ ਰਹੇ ਨੇ, ਇਸ ਦੇ ਵਿੱਚ ਇਹਨਾਂ ਨੇ ਗੈਂਗਸਟਰਸ ਨੂੰ ਵੀ ਆਪਣਾ ਸਾਥੀ ਬਣਾਇਆ ਹੋਇਆ, ਜਿਹੜੇ ਗੈਂਗਸਟਰ ਇਹਨਾਂ ਦੇ ਹੀ ਪਾਲੇ ਹੋਏ ਨੇ। ਹੁਣ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਵੀ ਅਤੀਕ ਰਹਿਮਾਨ ਜਿਹੜਾ ਇੱਕ ਪ੍ਰੋਮੀਨੈਂਟ ਮੁਸਲਮਾਨ ਚਿਹਰਾ UP ਦਾ ਰਿਹਾ, ਉਹਦੇ ਮੁੰਡੇ ਨੂੰ ਜਾ ਕੇ ਸ਼ਾਇਦ ਗਵਾਲੀਅਰ ਕਿ ਕਿੱਥੇ ਅੱਜ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ, ਕਿਉਂਕਿ ਇਹ ਜੋ ਆਦਿੱਤਿਆਨਾਥ ਯੋਗੀ ਕਰ ਰਿਹਾ ਉਹਨੂੰ ਤਾਂ ਬੜੇ ਮਾਣ ਨਾਲ ਉਹਨਾਂ ਦਾ ਮੀਡੀਆ ਬੁਲਡੋਜ਼ਰ ਬਾਬਾ ਲਿਖਦਾ ਹੈ। ਬੁਲਡੋਜ਼ਰ ਬਾਬਾ ਇਸ ਲਈ ਕਿਉਂਕਿ ਉਹਨੇ ਹਜ਼ਾਰਾਂ ਜਿਹੜੇ ਮੁਸਲਮਾਨਾਂ ਦੇ ਘਰ ਨੇ ਉਹ ਬੁਲਡੋਜ਼ ਕਰਵਾਏ ਨੇ, ਉਹ ਜਿੱਥੇ ਜਾਂਦਾ ਹੈ ਕਿੱਥੇ ਆਬਾਦੀ ਆ ਉਹਨੂੰ ਕਰ ਦਿਓ ਬੁਲਡੋਜ਼। ਔਰ ਦੂਸਰੇ ਪਾਸੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨ ਦਾ ਸਿਲਸਿਲਾ ਲਗਾਤਾਰਤਾ ਨਾਲ ਜਾਰੀ ਹੈ ਔਰ ਉਹ ਮੁਸਲਮਾਨਾਂ ਨੂੰ ਚੁਣ ਕੇ ਜਾਂ ਤਾਂ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਤੇ ਜਾਂ ਉਹ ਐਨਕਾਊਂਟਰ ਬਣਾ ਕੇ ਜਿਹੜੇ ਨੇ ਉਹਨਾਂ ਨੂੰ ਉਹ ਮਾਰ ਰਹੇ ਨੇ। ਸੋ ਇਸ ਵੇਲੇ ਇੱਕ ਪਾਸੇ ਉਹੀ ਜਿਹੜੀ ਸਾਰੀ ਉਹਨਾਂ ਦੀ ਇੱਕ ਗੈਂਗਸਟਰਸ ਦਾ ਵੀ ਜਿਹੜਾ ਇੱਕ ਗਰੁੱਪ ਹੈ ਜਿਹੜਾ ਅਮਿਤ ਸ਼ਾਹ ਦੀ ਡਾਇਰੈਕਟ ਸਰਪ੍ਰਸਤੀ ਥੱਲੇ ਕਰਦਾ, ਔਰ ਇਹ ਲਾਰੈਂਸ ਬਿਸ਼ਨੋਈ ਦਿੱਲੀ ਤੋਂ ਹੀ ਪੰਜਾਬ ਲਿਆਂਦਾ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਕਿਸ ਅੰਦਾਜ਼ 'ਚ ਜੇ ਭਗਵੰਤ ਮਾਨ ਔਰ ਇਹਨਾਂ ਦੀ ਮਿਲੀ ਭੁਗਤ ਏਜੰਸੀਆਂ ਦੀ ਹੋਏ ਕਿ ਉਸ ਦੀ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਵਾਪਸ ਲਈ ਜਾਂਦੀ ਹੈ, ਨਾਲ ਦੀ ਨਾਲ ਉਸ ਦਾ ਜਿਹੜਾ ਚੀਫ ਮਿਨਿਸਟਰ ਦਾ ਮੀਡੀਆ ਪੇਜ ਹੈ ਉਸ ਦੇ ਉੱਤੇ ਇਹਨਾਂ ਦਾ ਇਹ ਜਾਣਕਾਰੀ ਜਾਰੀ ਕੀਤੀ ਜਾਂਦੀ ਹੈ ਕਿ ਜੀ ਉਹਦੀ ਸਿਕਿਉਰਿਟੀ ਜਿਹੜੀ ਆ ਉਹ ਘਟਾ ਦਿੱਤੀ ਗਈ ਹੈ ਔਰ ਅਗਲੇ 24 ਘੰਟੇ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਜਿਹੜੀ ਆ ਉਹ ਬੜੇ ਸੋਫਿਸਟੀਕੇਟ ਵੈਪਨਸ ਦੇ ਨਾਲ ਜਿਹੜੇ ਕਿਤੇ ਉੱਥੇ ਅਵੇਲੇਬਲ ਨਹੀਂ ਅਦਰ ਦੈਨ ਕਿ ਉਹਨਾਂ ਦੀ ਟ੍ਰੇਨਡ ਮਿਲਟਰੀ ਕਮਾਂਡੋਸ ਕੋਲ ਕਿਵੇਂ ਆਏ, ਕਿਨੇ ਰੇਕੀ ਕਰਵਾਈ, ਉਹ ਕਿੱਥੇ ਨੇ, 34-35 ਬੰਦੇ ਇਧਰਲੇ ਉਧਰਲੇ ਗੈਂਗਸਟਰ ਦੇ ਨਾਂ ਥੱਲੇ ਫੜੇ ਹੋਏ ਨੇ। ਲੇਕਿਨ ਅੱਜ ਤੱਕ ਵੀ ਲਗਭਗ 1 ਸਾਲ ਇਸ ਗੱਲ ਨੂੰ ਬੀਤ ਗਿਆ ਔਰ ਉਸ ਤੋਂ ਬਾਅਦ ਅਸੀਂ ਲਗਾਤਾਰਤਾ ਨਾਲ ਦੇਖ ਰਹੇ ਹਾਂ ਕਿ ਭਾਈ ਹੁਣ ਦੂਸਰਿਆਂ ਨੂੰ ਵੀ ਧਮਕੀਆਂ ਦਾ ਸਿਲਸਿਲਾ ਜਾਰੀ ਹੈ, ਸਲਮਾਨ ਖਾਨ ਨੂੰ ਵੀ ਔਰ ਸਿੱਧੂ ਮੂਸੇਵਾਲਾ ਦੇ ਡੈਡੀ ਨੂੰ ਵੀ। ਹੁਣ ਇੱਕ ਪਾਸੇ ਤਾਂ ਉਹਨਾਂ ਨੇ ਇਹ ਫੀਅਰ ਅਨਲੀਸ਼ ਕੀਤਾ ਇਹ ਸਾਰੇ ਦੇ ਥੱਲੇ ਔਰ ਭਗਵੰਤ ਮਾਨ ਕਿਵੇਂ ਮੋਹਰਾ ਬਣਿਆ ਹੋਇਆ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਦੀਪ ਸਿੱਧੂ ਜਿਹੜਾ ਇੱਕ ਪ੍ਰੋਮੀਨੈਂਟ ਫੇਸ ਬਣ ਕੇ ਆਇਆ ਉਹਨੂੰ ਐਕਸੀਡੈਂਟ ਦੇ ਹਵਾਲੇ ਨਾਲ ਔਰ ਕਿਵੇਂ ਫਿਰ ਉਹ ਰੀਨਾ ਰਾਏ ਤੇ ਕੌਣ ਕੀ ਕਹਿ ਰਿਹਾ, ਕਿਵੇਂ ਚੈਨਲਾਂ ਦਾ ਇਸਤੇਮਾਲ, ਕਿਵੇਂ ਕਿਰਦਾਰਕੁਸ਼ੀ ਉਸ ਤੋਂ ਦੀਪ ਸਿੱਧੂ ਦੀ ਕਿਰਦਾਰਕੁਸ਼ੀ ਕਰਵਾਈ। ਔਰ ਜੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਉੱਭਰਦੇ ਨੇ ਪੰਜਾਬ ਦੇ ਵਿੱਚ 7-8 ਮਹੀਨੇ ਪਹਿਲਾਂ ਤੇ ਤੁਸੀਂ ਦੇਖੋਗੇ ਵੀ ਕਿਸ ਕਿਸਮ ਦੀਆਂ ਇੱਕ ਪਾਸੇ ਤਾਂ ਸਟੋਰੀਜ਼ ਪਲਾਂਟ ਕੀਤੀਆਂ ਜਾ ਰਹੀਆਂ। ਹੁਣ 18 ਮਾਰਚ ਤੋਂ ਬਾਅਦ ਜਿੱਥੇ ਕਿ ਇੱਕ ਜੈਨੂਇਨ ਸਵਾਲ ਕੋਈ ਵੀ ਕਾਮਨ ਔਰ ਇਹ ਹਾਈ ਕੋਰਟ ਦੇ ਜੱਜ ਨੇ ਪੁੱਛਿਆ ਜਦੋਂ ਹੈਬੀਅਸ ਕਾਰਪਸ ਲੱਗੀ ਕਿ 80,000 ਤੁਹਾਡੀ ਫੋਰਸ ਬੰਦਾ ਕਿਵੇਂ ਚਲਾ ਗਿਆ, ਕੀ ਤੁਸੀਂ ਕੰਪੀਟੈਂਟ ਨਹੀਂ ਹੈ, ਕਿਵੇਂ ਨਿਕਲ ਗਿਆ ਬੰਦਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਹ 18 ਮਾਰਚ ਤੋਂ ਲੈ ਕੇ ਹੁਣ ਦੁਬਾਰਾ 18 ਅਪ੍ਰੈਲ ਹੋਣ ਵਾਲਾ 4 ਦਿਨ 5 ਦਿਨ ਵਿੱਚ ਰਹਿ ਗਏ ਨੇ। ਚੱਪਾ ਜਿਹੜਾ ਉਹ ਉਹਨਾਂ ਨੇ ਆਪਣੀ ਇਸ ਲੈਵਲ ਦੇ ਉੱਤੇ ਤਾਇਨਾਤੀ ਕੀਤੀ ਹੋਈ ਹੈ। ਲੇਕਿਨ
ਇਹ ਇੱਕ ਜਿਵੇਂ ਅਸੀਂ ਕਿਹਾ ਸੀ ਕਿ ਵੀ ਇਹ ਕੈਟ ਐਂਡ ਮਾਊਸ ਵਾਂਗ ਗੇਮ ਵੀ ਏਜੰਸੀਆਂ ਪਲੇ ਕਰ ਰਹੀਆਂ ਨੇ, ਪਰ ਇਹਦੇ ਨਾਲ ਉਹ ਇੱਕ ਐਲੀਬਾਈ ਇਸਤੇਮਾਲ ਕਰ ਰਹੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ, ਬਾਕੀਆਂ ਦੀ ਅਰੈਸਟ ਲਈ, ਬੰਦੇ ਚੁੱਕਣ ਲਈ। ਪੂਰੀਆਂ ਲਿਸਟਾਂ ਜਿਹੜੀਆਂ ਉਹਨਾਂ ਨੇ ਕਿਸਾਨ ਮੋਰਚੇ ਤੋਂ ਬਾਅਦ ਜੋ ਉਹਨਾਂ ਨੇ ਪੰਜਾਬ 'ਚ ਦੇਖ ਲਿਆ ਸੀ ਵੀ ਜੇ ਹਿੰਦੂਤਵਾਦ ਦੇ ਰੱਥ ਨੂੰ ਰੋਕਿਆ ਤੇ ਸਿੱਖਾਂ ਨੇ ਰੋਕਿਆ, ਔਰ ਉਹਨਾਂ ਨੂੰ ਅਸੀਂ ਸਬਕ ਸਿਖਾਣਾ। ਸੋ ਇਹ ਨੀਤੀ ਨਾ ਜੇ ਅੰਮ੍ਰਿਤਪਾਲ ਸਿੰਘ ਸੀਨ ਤੇ ਨਾ ਵੀ ਹੁੰਦਾ, ਕੋਈ ਹੋਰ ਐਲੀਬਾਈ ਹੋ ਜਾਣਾ ਸੀ। ਲੇਕਿਨ ਇਸ ਵੇਲੇ ਜੋ ਖਬਰਾਂ ਨੇ ਅਸੀਂ ਦੇਖਿਆ ਕਿ ਕਿਵੇਂ ਪਹਿਲਾਂ ਇਹਨਾਂ ਨੇ ਉਸੇ ਨਾਲ ਰਿਲੇਟਡ ਜੇ ਉੱਥੇ ਪਹੁੰਚ ਗਿਆ, ਕੁਰੂਕਸ਼ੇਤਰ ਆ ਗਿਆ, ਸ਼ਾਹਬਾਦ ਪਹੁੰਚ ਗਿਆ, ਪੀਲੀਭੀਤ ਪਹੁੰਚ ਗਿਆ, ਕਾਰ ਸੇਵਾ ਦੀ ਗੱਡੀ ਲਈ, ਪਪਲਪ੍ਰੀਤ ਆ ਗਿਆ, ਹੁਸ਼ਿਆਰਪੁਰ ਆ ਗਿਆ, ਬਾਬਾ ਨਿਧਾਨ ਸਿੰਘ ਦੇ ਹੁਣ ਪਪਲਪ੍ਰੀਤ ਸਿੰਘ ਜੋ ਹੀ, ਔਰ ਜਦੋਂ ਉਹ ਜਾਣ ਲੱਗੇ 1 ਮਿੰਟ 'ਚ ਇਹ ਕਹਿੰਦਾ ਕਿ ਜੋ ਪੁਲਿਸ ਮੁਤਾਬਕ ਮੈਂ ਕੱਲ ਹੀ ਫੜਿਆ। ਤਾਂ ਹੁਣ ਅਸੀਂ ਉਸ ਦਿਨ ਗੱਲ ਕੀਤੀ ਸੀ, ਹੁਣ ਮੈਂ ਦੇਖਿਆ ਵੀ ਬਹੁਤ ਸਾਰੇ ਵੀ ਉਹ ਕਹਿਣ ਲੱਗ ਗਿਆ ਜੀ ਉਹਦੇ 'ਚ ਤਾਂ ਬੜੀ ਰਮਜ਼ ਦੀ ਗੱਲ ਉਹਨੇ ਕਹੀ ਹੈ। ਇਹਦਾ ਮਤਲਬ ਵੀ ਉਹਨਾਂ ਦੀ ਹਿਰਾਸਤ ਸੀ, ਕਦੋਂ ਸੀ, ਕਿੱਥੇ ਸੀ। ਕਹਾਣੀ ਜੋ ਅਸੀਂ ਵੀ ਫੋਲੋ ਕਰਦੇ ਹਾਂ ਤਾਂ ਉਹੀ ਹੈ ਜੋ ਮੀਡੀਆ 'ਚ ਪਲਾਂਟ ਕੀਤੀ ਜਾ ਰਹੀ ਹੈ। ਹੁਣ ਫਿਰ ਇਹ ਹੋਇਆ, ਔਰ ਡਿਬਰੂਗੜ੍ਹ ਦੇ ਵਿੱਚ ਕੀ ਹੋ ਰਿਹਾ ਸਾਨੂੰ ਨਹੀਂ ਪਤਾ, ਕਿਉਂਕਿ ਇੱਥੋਂ ਚੁੱਕਣ ਵੇਲੇ ਵੀ ਉਹੀ ਲਿਸਟ ਹੈ ਉਹਨਾਂ ਦੀ ਜਿਹੜੀ ਉਹਨਾਂ ਦੀ NIA ਦੀ ਹੈ, ਤੇ ਡਿਬਰੂਗੜ੍ਹ ਵੀ ਉਹਨਾਂ ਦੇ ਹੀ ਕੰਟਰੋਲ 'ਚ ਹੈ, ਕਿਉਂਕਿ ਅਸਾਮ ਦਾ ਚੀਫ ਮਿਨਿਸਟਰ ਉਹ ਅਮਿਤ ਸ਼ਾਹ ਦਾ ਰਾਈਟ ਹੈਂਡ ਮੈਨ, ਜਿਵੇਂ ਆਦਿੱਤਿਆਨਾਥ ਯੋਗੀ ਮੋਦੀ ਦਾ ਰਾਈਟ ਹੈਂਡ ਮੈਨ, ਉੱਥੇ ਇਹ ਚੱਲ ਰਿਹਾ। ਹੁਣ ਜਦੋਂ ਅਸੀਂ ਗੱਲ ਵੀ ਕਰ ਰਹੇ ਹਾਂ, ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਵੀ ਪੰਜਾਬ 'ਚ ਗੁਰਦੁਆਰਿਆਂ ਦੀ ਕਿਵੇਂ ਘੇਰਾਬੰਦੀ ਕੀਤੀ ਹੋਈ ਹੈ, ਔਰ ਇਸ ਦੇ ਲਈ ਇੱਕ ਜਿਹੜੀ ਖਬਰ ਪਹਿਲਾਂ 2 ਹਫ਼ਤੇ ਤੋਂ ਚਲਾਈ ਗਈ ਕਿ ਜੀ ਅੰਮ੍ਰਿਤਪਾਲ ਸਿੰਘ ਉਹ ਵੱਡੇ ਅਪੀਅਰ ਹੋ ਜਾਏਗਾ, ਅਕਾਲ ਤਖਤ ਤੇ ਆ ਜਾਏਗਾ, ਦਮਦਮਾ ਸਾਹਿਬ ਆ ਜਾਏਗਾ, ਕੇਸਗੜ੍ਹ ਸਾਹਿਬ ਆ ਜਾਏਗਾ, ਉੱਥੇ ਉਹ ਐਲਾਨ ਕਰੇਗਾ ਔਰ ਉੱਥੇ ਜਿਹੜਾ ਉਹ ਗ੍ਰਿਫਤਾਰੀ ਦੇ। ਸੋ ਇਸ ਬਹਾਨੇ ਨਾਲ ਉਹਨਾਂ ਨੇ ਗੁਰਦੁਆਰੇ ਅੰਡਰ ਸੀਜ ਕਰ ਲਏ। ਫਿਰ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਇਹਦੇ ਨਾਲ ਗੱਲ ਨਹੀਂ। ਹੁਣ ਜਿਹੜੀ ਇੱਕ ਸਟੋਰੀ ਇਹਨਾਂ ਨੇ ਲਿਆਂਦੀ, is Amritpal in Hanumangarh, search operation underway to nab pro Khalistan activist। ਹੁਣ ਹਨੂਮਾਨਗੜ੍ਹ ਕਿਸੇ ਵੇਲੇ ਜ਼ਿਲ੍ਹਾ ਗੰਗਾਨਗਰ ਰਾਜਸਥਾਨ ਦੀ ਤਹਿਸੀਲ ਹੁੰਦੀ ਸੀ, ਹੁਣ ਇਹ ਇੰਡੀਪੈਂਡੈਂਟ ਜ਼ਿਲ੍ਹਾ ਹੈ, ਔਰ ਇਹ ਹਨੂਮਾਨਗੜ੍ਹ 'ਚ ਜੇ ਮੈਂ ਗਲਤ ਨਾ ਹੋਵਾਂ ਤੇ 40 ਤੋਂ 50% ਆਬਾਦੀ ਸਿੱਖਾਂ ਦੀ ਹੈ। ਮਾਲਵੇ ਦੇ ਸਿੱਖ ਫਾਰਮਰਸ ਬਹੁਤ ਸਾਰੇ ਉੱਥੇ ਸੈਟਲ ਹੋਏ ਨੇ, ਜਿਵੇਂ ਗੰਗਾਨਗਰ 'ਚ ਹੋਏ। ਹੁਣ ਉੱਥੇ ਸਿੱਖਾਂ ਦੀ ਧੂ ਪਕੜ ਹੋ ਰਹੀ ਹੈ, ਔਰ ਕੱਲਾ ਇਹੀ ਨਹੀਂ ਕਿ DGP ਰਾਜਸਥਾਨ ਦਾ ਵੀ ਔਰ ਪੰਜਾਬ ਦਾ ਵੀ ਉਹ ਇਕੱਠੀ ਪ੍ਰੈਸ ਕਾਨਫਰੰਸ ਜਾਂ ਇਕੱਠੇ ਬਿਆਨਬਾਜ਼ੀ, ਅਸੀਂ ਪਰਿੰਦਾ ਵੀ ਨਹੀਂ ਜਿਹੜਾ ਉਹ ਫੜਕਣ ਦਿਆਂਗੇ, ਅਸੀਂ ਲੱਭ ਲਾਂਗੇ, ਅਸੀਂ ਬਹੁਤ ਨੇੜੇ ਆਂ, ਅਸੀਂ ਬਹੁਤ ਜਲਦੀ ਇਹ ਕਰਾਂਗੇ। ਸੋ ਹੁਣ ਇਹਨਾਂ ਦੀ ਖਬਰ ਹੈ ਕਿ ਵੀ ਉਹਨਾਂ ਨੇ ਇਹ ਸਰਚ ਆਪਰੇਸ਼ਨ ਵਾਜ਼ ਰਿਪੋਰਟਡਲੀ ਕੈਰੀਡ ਆਊਟ ਟੂ ਨੈਬ ਖਾਲਿਸਤਾਨ ਸਿੰਪੈਥਾਈਜ਼ਰ ਐਂਡ ਵਾਰਿਸ ਪੰਜਾਬ ਦੇ ਚੀਫ ਅੰਮ੍ਰਿਤਪਾਲ ਸਿੰਘ ਐਟ ਹਨੂਮਾਨਗੜ੍ਹ ਇਨ ਰਾਜਸਥਾਨ। ਹੁਣ ਉੱਥੇ ਵੀ ਜਾ ਕੇ ਉਹਨਾਂ ਨੇ ਫਿਰ ਕੱਲ ਅਸੀਂ ਦੇਖਿਆ ਕਿ ਭਾਈ ਉਹਨਾਂ ਨੇ ਬਟਾਲਾ ਰੇਲਵੇ ਸਟੇਸ਼ਨ ਦੇ ਉੱਤੇ ਪੋਸਟਰ ਇਨਫਾਰਮਰਸ ਨੂੰ ਇਨਾਮ ਦੇਣ ਦੀ ਗੱਲ ਔਰ ਦੂਜਾ ਕੀਤੀ। ਸੋ ਇੱਕ ਪਾਸੇ ਉਸ ਸਟੋਰੀ ਨੂੰ ਇਹ ਡਰੈਗ ਕਰ ਰਹੇ ਨੇ 18 ਮਾਰਚ ਤੋਂ ਲੈ ਕੇ ਲਗਾਤਾਰਤਾ ਨਾਲ, ਪਰ ਦੂਸਰਾ ਪਾਸਾ ਜਿਹੜਾ ਇਸ ਤੋਂ ਵੀ ਜ਼ਿਆਦਾ ਪਰੇਸ਼ਾਨੀ, ਹੁਣ ਜਿਹੜੀ ਖਬਰ ਬਠਿੰਡਾ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਫੌਜੀ ਛਾਉਣੀ ਹੈ, ਮੈਨੂੰ ਨਹੀਂ ਸੀ ਪਤਾ, ਕੱਲ ਆਇਆ ਵੀ ਉਸ ਦੀ ਜਿਹੜੀ ਸਾਈਡ ਵਾਲ ਹੈ ਆਰਮੀ ਕੰਟੋਨਮੈਂਟ ਦੀ ਉਹ 45 ਕਿਲੋਮੀਟਰ ਹੈ, ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਹੈ ਕੰਟੋਨਮੈਂਟ। 45 ਮਾਈਲਸ ਉਹਦੀ ਬਾਉਂਡਰੀ ਵਾਲ ਹੈ, ਜਿਹਦੇ ਅੰਦਰ ਹੁਣ 4 ਜਿਹੜੇ ਫੌਜੀ ਮਾਰੇ, ਔਰ ਇੱਕ ਖਬਰ ਨਾਲ ਹੀ ਆਈ ਕਿ ਜੀ ਇੱਕ ਹੋਰ ਨੇ ਸੁਸਾਈਡ ਕਰ ਲਿਆ। ਫਿਰ ਉਹਨਾਂ ਨੇ ਕਿਹਾ ਜੀ ਉਹਦਾ 4 ਦੇ ਮਰਿਆਂ ਨਾਲ ਕੋਈ ਤਾਲੁਕ ਨਹੀਂ, ਲੇਕਿਨ ਇਹ ਖਬਰ 24 ਘੰਟੇ 'ਚ ਗਾਇਬ ਹੋ ਗਈ ਕਿ ਭਾਈ ਮਾਰਨ ਵਾਲੇ ਇਹਨਾਂ ਦੇ ਕਹਿਣ ਮੁਤਾਬਕ ਕੁਰਤੇ ਪਜਾਮੇ 'ਚ ਸੀ, 2 ਬੰਦੇ ਸੀ, ਗਿੱਠੇ ਸੀ, ਨਿਕਲ ਗਏ, ਕਿੱਥੇ ਚਲੇ ਗਏ, ਉਹਨਾਂ ਦਾ ਕੋਈ ਸਰਚ ਆਪਰੇਸ਼ਨ ਨਹੀਂ ਹੈ। ਇੰਨਾ ਵੱਡਾ ਤੁਹਾਡੀ ਪ੍ਰੈਸਟੀਜੀਅਸ ਫੌਜੀ ਛਾਉਣੀ ਜਿੱਥੇ ਤੁਸੀਂ ਪ੍ਰਿਥਵੀ ਮਿਜ਼ਾਈਲ ਵਰਗੀਆਂ ਸਰਫੇਸ ਟੂ ਸਰਫੇਸ ਮਿਜ਼ਾਈਲਾਂ ਰੱਖੀਆਂ ਹੋਈਆਂ ਨੇ, ਜੇ ਇਸ ਲੈਵਲ ਦਾ ਇਹ ਰੀਅਲ ਜੇ ਕੋਈ ਲੈਪ ਸੀ, ਇਨਵੈਸਟੀਗੇਸ਼ਨ ਦਾ ਕੰਮ ਸੀ। ਅੰਮ੍ਰਿਤਪਾਲ ਸਿੰਘ ਤਾਂ ਇੱਕ ਸਿਵਿਲੀਅਨ, ਉਸ ਦੇ ਉੱਤੇ ਵੱਧ ਤੋਂ ਵੱਧ ਤੁਸੀਂ ਕੀ ਚਾਰਜ ਲਾ ਲੋਗੇ ਜਾਂ ਕੀ ਉਹਨੇ ਕੀਤਾ, ਲੇਕਿਨ ਕਿਉਂਕਿ ਨਿਸ਼ਾਨਾ ਜਿਹਨੂੰ ਕਹਿੰਦੇ ਨੇ ਕਿ ਵੀ ਨਿਸ਼ਾਨਾ ਕਿਤੇ ਹੈ ਤੇ ਨਿਗਾਹਾਂ ਕਿਤੇ ਨੇ, ਔਰ ਇਹ ਸਿੱਖਾਂ ਨੂੰ ਸਬਕ ਸਿਖਾਉਣ ਦੇ ਥੱਲੇ ਜੇ ਉਹਨਾਂ ਨੇ ਹਰਿਆਣੇ ਦੇ ਸਿੱਖਾਂ ਨੂੰ ਕੁੱਟ ਚਾੜ ਲਈ, ਫੜ ਲਏ, ਬੱਚੀ ਨੂੰ ਵੀ ਉੱਥੋਂ ਫੜ ਕੇ ਲਿਆਏ ਸ਼ਾਹਬਾਦ ਦੇ, ਉੱਥੋਂ ਪੀਲੀਭੀਤ ਤੱਕ ਪਹੁੰਚ ਗਏ, UP ਵਾਲਿਆਂ ਨੂੰ ਵੀ ਸਬਕ ਸਿਖਾਉਣਾ ਸੀ, ਬੜੇ ਕਿਸਾਨ ਲਹਿਰ 'ਚ ਤੁਰੇ ਫਿਰਦੇ।
ਹਜ਼ੂਰ ਸਾਹਿਬ ਘਰਾਂ ਚੋਂ 3 ਫੁੱਟੀਆਂ ਕਿਰਪਾਨਾਂ ਵੀ ਲੈ ਗਏ ਔਰ ਕੇਸ ਬਣਾ ਦਿੱਤੇ। ਉਹਨਾਂ ਨੇ ਕਿਹਾ ਹੁਣ ਰਾਜਸਥਾਨ ਦਾ ਵੀ ਕੰਮ ਕਰ ਦਈਏ। ਪਰ ਇਸ ਦੇ ਨਾਲ ਨਾਲ ਮੈਂ ਸਮਝਦਾ ਵੀ ਜਿਹੜਾ ਪਾਰਟ ਸਭ ਤੋਂ ਫਿਕਰ ਵਾਲਾ ਹੈ ਕਿ ਉਹਨਾਂ ਨੇ ਸਿੱਖ ਬੀਬੀਆਂ ਨੂੰ ਵੀ ਚੁੱਕਣਾ ਸ਼ੁਰੂ ਕੀਤਾ ਹੋਇਆ ਔਰ ਬੱਚੀਆਂ ਨੂੰ ਵੀ ਬਿਨਾਂ ਦੱਸੇ ਪੰਚਾਇਤ ਭੱਜੀ ਫਿਰਦੀ ਆ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕੌਣ ਲੈ ਗਿਆ ਕਿੱਥੇ ਲੈ ਗਿਆ। ਫਿਰ ਜਿਹੜੇ ਸਿੱਖ ਬਾਹਰ ਐਕਟਿਵ ਨੇ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕਰਨ ਦਾ ਸਿਲਸਿਲਾ ਸੀ। ਜਿਵੇਂ ਕੈਨੇਡਾ ਦੇ ਹਵਾਲੇ ਨਾਲ ਇੱਕ ਸਿੱਖ ਵੀਰ ਐਕਟਿਵਿਸਟ ਜਿਨ੍ਹਾਂ ਦੇ ਪਿਤਾ ਜੀ ਜਿਹੜੇ ਨੇ ਉਹ ਗਏ ਸੀ, ਜੋ ਉਹਨਾਂ ਦੇ ਦਾਦਾ ਜੀ ਚੜ੍ਹਾਈ ਕਰ ਗਏ, ਸੋ ਉੱਥੇ ਉਹਨਾਂ ਨੂੰ ਕਿਵੇਂ ਉਹਨਾਂ ਨੇ ਚੁੱਕਿਆ ਔਰ ਕਿਵੇਂ ਉਹਨਾਂ ਦੇ ਨਾਲ ਜਿਹੜਾ ਥੋੜਾ ਬਹੁਤ ਇਨਫਲੂਐਂਸ ਰੱਖਦਾ ਹੈ ਉਹਨਾਂ ਦਾ ਤਾਂ ਬਚਾਅ ਹੋ ਜਾਂਦਾ। ਮੈਂ ਵੇਰਵੇ ਨਹੀਂ ਦੇਣਾ ਚਾਹੁੰਦਾ ਪਰਿਵਾਰ ਦੇ, ਲੇਕਿਨ ਇਹ ਔਰ ਇਸ ਕਿਸਮ ਦੀਆਂ ਹੋਰ ਵੀ ਘਟਨਾਵਾਂ ਹੋ ਰਹੀਆਂ ਨੇ। ਔਰ ਹੁਣ ਜਦੋਂ ਅਸੀਂ ਇਸ ਖਬਰ ਵੱਲ ਨਜ਼ਰ ਮਾਰਦੇ ਕਿ ਬ੍ਰਦਰਜ਼ ਅਰੈਸਟਡ ਫॉर ਹਾਰਬਰਿੰਗ ਖਾਲਿਸਤਾਨ ਸਿੰਪੈਥਾਈਜ਼ਰ ਅਮਰਿਤਪਾਲ ਸਿੰਘ ਇਨ ਪੰਜਾਬ। ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ 2 ਭਰਾ ਹਰਦੀਪ ਸਿੰਘ ਔਰ ਕੁਲਦੀਪ ਸਿੰਘ 22 ਤੇ 30 ਸਾਲ ਦਾ, ਇਹ ਰਾਜਪੁਰ ਭਾਈਆਂ ਪਿੰਡ ਦੇ ਰਹਿਣ ਵਾਲੇ ਨੇ, ਉਹਨਾਂ ਨੂੰ ਚੁੱਕਿਆ। 4 ਦਿਨ ਦਾ ਪੁਲਿਸ ਰਿਮਾਂਡ ਲੈ ਰਹੇ ਨੇ ਔਰ ਉਹਨਾਂ ਦੇ ਮੁਤਾਬਕ ਇਹ ਹੈ ਜੀ ਕਿ ਅਮਰਿਤਪਾਲ ਸਿੰਘ ਜਦੋਂ ਪੁਲਿਸ ਕੋਲੋਂ ਬਚ ਕੇ ਨਿਕਲਿਆ ਮਾਰਨੀਆਂ ਪਿੰਡ ਚੋਂ ਤੇ ਉਹ ਇਹਨਾਂ ਭਰਾਵਾਂ ਨੂੰ ਮਿਲਿਆ ਜਿਹੜੇ ਕਿ ਟਰੈਕਟਰ ਟਰਾਲੀ ਦੇ ਵਿੱਚ ਰੇਤਾ ਲੱਦ ਰਹੇ ਸੀ ਔਰ ਉਹਨਾਂ ਨੇ ਇਹ ਜਿਹੜੇ ਭਰਾ ਨੇ ਅਮਰਿਤਪਾਲ ਨੂੰ ਆਪਣੇ ਘਰ ਲੈ ਗਏ। ਉਹਨਾਂ ਨੇ ਉਹਨੂੰ ਰੋਟੀ ਖਵਾਈ, ਉਹਨੂੰ ਕੱਪੜੇ ਵੀ ਦਿੱਤੇ ਔਰ ਇਸ ਜੁਰਮ ਦੇ ਵਿੱਚ ਉਹਨਾਂ ਨੂੰ ਦੋਨਾਂ ਭਰਾਵਾਂ ਨੂੰ ਚੁੱਕ ਕੇ ਔਰ 4 ਦਿਨ ਦਾ ਪੁਲਿਸ ਰਿਮਾਂਡ ਲੈ ਕੇ ਜਿਹੜਾ ਔਰ ਮਜ਼ਦੂਰੀ ਕਰਨ ਵਾਲੇ ਜਿਹੜੇ ਬੰਦੇ ਨੇ, ਮਤਲਬ ਅਸੀਂ ਮੁਗਲਾਂ ਦੇ ਜ਼ੁਲਮਾਂ ਦੀ ਗੱਲ ਕਰਦੇ ਆਂ ਜਾਂ ਬ੍ਰਿਟਿਸ਼ ਦਾ ਤਾਂ ਕੁਝ ਵੀ ਨਹੀਂ ਸੀ। ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ, ਇਹ ਅਜੇ ਕੋਈ ਕਨਵਿਕਟ ਨਹੀਂ ਹੈ ਅਮਰਿਤਪਾਲ, ਉਹਨੂੰ ਕਿਸੇ ਅਦਾਲਤ ਨੇ ਭਗੌੜਾ ਨਹੀਂ ਕਰਾਰ ਕਿਉਂਕਿ ਕੋਈ FIR ਜਾਂ ਕੋਈ ਹੈ ਹੀ ਨਹੀਂ ਸੀ। ਪਰ ਇਸ ਤੋਂ ਵੀ ਬਦਤਰ ਜਦੋਂ ਅਸੀਂ ਦੇਖਦੇ ਹਾਂ ਕਿ UK ਬੇਸਡ ਐਕਟਿਵਿਸਟ ਖੰਡਾ's mother among 3 detained और ये है कि पुलिस हैव रिपोर्टेडली डिटेन्ड चरणजीत कौर 65 years old, mother of pro Khalistan activist Avtar Singh Khanda from her house located in the vicinity of the old town area of the city। ये मोगा डेटलाइन की खबर है। सो मोगे तो उन्होंने अवतार सिंह खंडा ਜਿਹੜੇ ਐਕਟਿਵ ਨੇ ਜਿਨ੍ਹਾਂ ਨੇ ਜਦੋਂ ਇਹ 18 ਮਾਰਚ ਨੂੰ ਇਹਨਾਂ ਨੇ ਕੀਤਾ, 19 ਮਾਰਚ ਨੂੰ ਜਿਹੜਾ ਪ੍ਰੋਟੈਸਟ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਹੋਇਆ ਜਿੱਥੇ ਤਿਰੰਗਾ ਲਾਇਆ ਗਿਆ, ਉਸ ਗਰੁੱਪ ਦੇ ਵਿੱਚ ਉਹ ਸ਼ਾਮਲ ਸੀ ਔਰ ਉਹਨਾਂ ਦੇ ਉੱਤੇ ਦਾ ਕਾਊਂਟਰ ਇੰਟੈਲੀਜੈਂਸ ਟੀਮ ਵਾਸ ਵਰਕਿੰਗ ਔਨ ਇਲੀਗਲ ਮਨੀ ਟ੍ਰਾਂਸਫਰ ਥਰੂ ਹਵਾਲਾ ਐਂਡ ਚਰਨਜੀਤ ਕੌਰ ਵਾਸ ਲਾਈਕਲੀ ਟੂ ਬੀ ਕੁਐਸਚਨਡ ਇਨ ਹੁਣ ਉਹ 65 ਸਾਲਾਂ ਦੀ ਮਾਂ ਨੂੰ ਹਵਾਲਾ ਕਾਂਡ 'ਚ ਫਸਾਣਗੇ, ਮਨੀ ਲਾਂਡਰਿੰਗ। ਸਬਕ ਬਾਹਰਲਿਆਂ ਨੂੰ ਦੇਣਾ ਚਾਹੋ ਕਿਉਂਕਿ ਉਹਨਾਂ ਨੇ ਇਹ ਜਿਹੜਾ ਉਹਨਾਂ ਦਾ ਬਾਰ-ਬਾਰ ਪ੍ਰੈਸ਼ਰ ਹੈ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਦੀਆਂ ਹਕੂਮਤਾਂ ਤੇ ਵੀ ਇਹਨਾਂ ਨੂੰ ਨੱਥ ਪਾਓ, ਇਹਨਾਂ ਨੂੰ ਬੰਦ ਕਰੋ, ਜੇਲ੍ਹਾਂ 'ਚ ਡੱਕੋ, ਇਹਨਾਂ ਨੂੰ ਫਲਾਣਾ, ਉਹ ਅਜੇ ਉਹ ਤਾਂ ਉਸ ਲੈਵਲ ਤੇ ਅਸਰਅੰਦਾਜ਼ ਨਹੀਂ ਹੋਇਆ ਕਿਉਂਕਿ ਇਹਨਾਂ ਹਕੂਮਤਾਂ ਨੇ ਬਾਈ ਦਾ ਲਾਅ ਜਾਣਾ। ਪਰ ਇਹਨਾਂ ਨੇ ਰਿਵਰਸ ਸ਼ੁਰੂ ਕਰ ਲਿਆ ਕਿ ਉਹਨਾਂ ਨਾਲ ਸੰਬੰਧਿਤ ਕੋਈ ਵੀ ਜਿਹੜਾ ਹੈ ਉਹਨੂੰ ਤੁਸੀਂ ਚੁੱਕੋ, ਖਾਸ ਤੌਰ ਤੇ ਮਾਵਾਂ ਭੈਣਾਂ ਨੂੰ ਤੁਸੀਂ ਬੇਇੱਜ਼ਤ ਕਰੋ ਤਾਂ ਕਿ ਜਿਹੜੇ ਬਾਹਰਲੇ ਨੇ ਉਹ ਆਪਣਾ ਕੰਮ ਛੱਡ ਦੇਣ ਜਾਂ ਖਾਲਿਸਤਾਨ ਦੀ ਗੱਲ ਕਰਨੀ ਛੱਡ ਦੇਣ। ਹੁਣ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਉਹਨਾਂ ਦਾ CIA ਸਟਾਫ ਦਾ ਇੰਸਪੈਕਟਰ ਹੈ ਉਹਨੇ ਕਿਹਾ ਜੀ ਕਿ ਚਰਨਜੀਤ ਕੌਰ ਵਾਸ ਪਿਕਡ ਅਪ ਬਾਈ ਕਾਊਂਟਰ ਇੰਟੈਲੀਜੈਂਸ ਵਿੰਗ ਆਫ ਪੰਜਾਬ ਪੁਲਿਸ ਲੁਧਿਆਣਾ ਯੂਨਿਟ। ਹੁਣ ਲੁਧਿਆਣਾ ਪੁਲਿਸ ਦੀ ਯੂਨਿਟ CIA ਯੂਨਿਟ ਉੱਥੋਂ ਚੁੱਕ ਕੇ ਮੋਗੇ ਤੋਂ ਲਿਆ ਰਹੀ ਹੈ। ਇਸ ਤੋਂ ਵੀ ਬਦਤਰ, ਮੀਨਵਾਈਲ ਇਟ ਵਾਸ ਲਰਨਡ that Khanda's younger sister had also been picked up from a Mohali hospital where she is working as a nurse। ਦੇਖੋ ਹੁਣ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਬਿਲਕੁਲ ਉਹਨਾਂ ਨੇ ਹੁਣ ਜਿਨ੍ਹਾਂ ਬੱਚੀਆਂ ਨੂੰ, ਜਿਨ੍ਹਾਂ ਮਾਵਾਂ ਨੂੰ ਜੋ ਇਹ ਕਰਦੇ ਨੇ ਲਿਜਾ ਕੇ ਥਾਣਿਆਂ 'ਚ, ਅਸੀਂ ਉਹ ਬਿਆਨ ਵੀ ਨਹੀਂ ਕਰ ਸਕਦੇ। ਫਿਰ ਉਹਨਾਂ ਨੇ ਇਹ ਕਿਹਾ ਵੀ ਨਾਲ ਦੀ ਨਾਲ ਫਿਰ ਉਹਨਾਂ ਨੇ ਕਿਹਾ ਜੀ ਕਿ ਇਹ ਸੀਨੀਅਰ ਪੁਲਿਸ ਆਫਿਸਰ ਕਨਫਰਮਡ that they has also picked up Hardeep Singh alias Deepa of Turkot, Chard Singhwala village on Tuesday and sent him to Ludhiana in the custody of counter intelligence wing। ਉਹਨਾਂ ਨੂੰ ਵੀ ਅੰਮ੍ਰਿਤਪਾਲ ਕੇਸ ਫੜਿਆ ਔਰ ਫਿਰ ਉਹਨਾਂ ਨੇ ਕਿਹਾ ਕਿ ਇੱਕ ਦੀਪਾ ਦੇ ਹੋਰ ਸਾਥੀ ਨੂੰ ਫੜਿਆ ਔਰ ਉਹਨਾਂ ਨੇ ਕਿਹਾ ਜੀ ਖੰਡਾ ਜਿਹੜਾ ਅਵਤਾਰ ਸਿੰਘ ਖੰਡਾ ਇਹ ਅੰਮ੍ਰਿਤਪਾਲ ਨਾਲ ਇਨ ਟੱਚ ਸੀ, ਉਹਨੇ ਹੀ ਉਹਨੂੰ ਟ੍ਰੇਨਡ ਕੀਤਾ, ਉਹਨੂੰ ਮੈਂਟਲੀ ਜਿਹੜਾ ਉਹ ਖਾਲਿਸਤਾਨ ਵੱਲ ਲਿਆਂਦਾ ਔਰ ਇਹ ਜਿਹੜੀ ਹੈ ਮੋਸਟ ਵਾਂਟਡ ਲਿਸਟ ਦੇ ਉੱਤੇ ਹੈ ਔਰ ਇਹ ਫਲਾਣੇ ਦੇ ਨਾਲ ਜੁੜਿਆ ਹੋਇਆ, ਫਲਾਣੇ ਦੇ ਨਾਲ ਜੁੜਿਆ ਹੋਇਆ। ਅਨੰਦਪੁਰ ਖਾਲਸਾ ਫੋਰਸ ਵਾਸ ਫਾਊਂਡ ਬਾਈ ਅੰਮ੍ਰਿਤਪਾਲ with the help of Pamma under the guidance of Khanda।
ਹੁਣ ਉਹ ਜਿਹੜੇ 7 ਸਿਕਿਉਰਿਟੀ ਗਾਰਡ ਨੇ ਉਹਨਾਂ ਨੂੰ ਇਹਨਾਂ ਨੇ ਇੱਕ ਵੱਡੀ ਫੌਜ ਬਣਾ ਦਿੱਤਾ ਹੈ ਔਰ ਉਹਨਾਂ ਨੂੰ ਜੋੜ ਕੇ ਦਹਿਸ਼ਤਗਰਦੀ ਦੇ ਨਾਲ ਜੋ ਕਰ ਰਹੇ ਨੇ। ਸੋ ਮੈਂ ਸਮਝਦਾ ਅੱਜ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਦੀ ਈਵ ਤੇ ਗੱਲ ਕਰ ਰਹੇ ਹਾਂ, ਅਸੀਂ ਹਮੇਸ਼ਾ ਫਖਰ ਨਾਲ ਕਹਿੰਦੇ ਹਾਂ ਕਿ ਅਬਦਾਲੀ ਸਾਡੇ ਉਸ ਧਰਤੀ ਦੀ ਅਜ਼ਮਤ ਨੂੰ ਲੁੱਟ ਕੇ ਲਿਜਾ ਰਿਹਾ ਸੀ ਔਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਥੱਲੇ ਅਸੀਂ ਉਹਨਾਂ ਦੀਆਂ ਮਾਵਾਂ ਧੀਆਂ ਨੂੰ ਛਡਾਇਆ ਔਰ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ। ਅਸੀਂ ਇਹ ਵੀ ਕਹਿੰਦੇ ਹਾਂ ਕਿ ਭਾਈ ਪੰਜਾਬ ਦੀ ਧਰਤੀ ਦੀਆਂ ਲੋਕ ਬੋਲੀਆਂ 'ਚ ਬੋਲੀ ਹੈ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ। ਉਦੋਂ ਬਸਰਾ, ਬਗਦਾਦ, ਗਜ਼ਨੀ ਜਿੱਥੇ ਨਿਲਾਮੀ ਹੁੰਦੀ ਸੀ, ਪਰ ਅੱਜ ਉਹੀ ਖਾਲਸਾ ਜਦੋਂ ਅਸੀਂ ਇੱਥੇ ਵੱਡੇ ਵੱਡੇ ਸਮਾਗਮ ਕਰਾਂਗੇ, ਬੜੇ ਬੜੀਆਂ ਤਕਰੀਰਾਂ ਹੋਣਗੀਆਂ, ਤੇ ਕੀ ਸਾਡਾ ਆਪਣੀ ਧਰਤੀ ਵੱਲ ਧਿਆਨ ਹੈ ਕਿ ਸਾਡੀ ਇੱਜ਼ਤ ਅਜ਼ਮਤ ਅੱਜ ਕਿਸੇ ਗੈਰ ਦੇ, ਅਸੀਂ ਤਾਂ ਗੈਰਾਂ ਦੀ ਬਚਾਉਣ ਵਾਲੇ ਹਾਂ, ਪਰ ਅੱਜ ਸਾਡੀ ਇੱਜ਼ਤ ਅਜ਼ਮਤ ਜਿਹੜੀ ਹੈ ਉਹ ਸਾਡੇ ਉਸ ਪੰਜਾਬ ਦੇ ਥਾਣਿਆਂ ਦੇ ਵਿੱਚ ਰੋਲੀ ਜਾ ਰਹੀ ਹੈ। ਕੀ ਸਾਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੈ? ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 24ਵਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ 16 ਅਪ੍ਰੈਲ 2023 ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ। 15 ਅਪ੍ਰੈਲ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਵਿਖੇ ਰੋਜ਼ਾਨਾ ਕਥਾ ਅਤੇ ਕੀਰਤਨ ਸਮਾਗਮ ਦਾ ਆਨੰਦ ਵੀ ਮਾਣੋ। ਗੁਰੂ ਘਰ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਵੱਧ ਚੜ੍ਹ ਕੇ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ UK ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਇੱਕ ਵਾਰ ਫਿਰ ਖਾਲਿਸਤਾਨ ਦਾ ਮੁੱਦਾ ਚੁੱਕਿਆ ਹੈ। ਭਾਰਤ ਬਾਰ-ਬਾਰ ਖਾਲਿਸਤਾਨ ਦੇ ਮੁੱਦੇ ਨੂੰ ਕਿਉਂ ਉਭਾਰਿਆ ਹੈ ਅਤੇ ਬਗੈਰਤ UK ਬਾਰ-ਬਾਰ ਇਸ ਬੇਇੱਜ਼ਤੀ ਨੂੰ ਕਿਉਂ ਸਹਾਰਿਆ ਹੈ। ਸੋ ਭਾਰਤ ਸਰਕਾਰ ਨੇ BBC ਦੇ ਖਿਲਾਫ ਜਾਂਚ ਹੋਰ ਅੱਗੇ ਵਧਾਈ ਹੈ। ਸੋ ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੋਰਾ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨੈਪੋਲੀਅਨ ਬੋਨਾਪਾਰਟ ਨਾਲ ਹੀ ਸ਼ਾਇਦ ਇਹ ਕੋਟ ਜੁੜਦੀ ਹੈ ਜਦੋਂ ਉਹਨੇ ਇਹਨਾਂ ਨੂੰ ਬ੍ਰਿਟਿਸ਼ ਨੂੰ ਕੰਟਰੀ ਆਫ ਸ਼ਾਪਕੀਪਰਸ ਕਿਹਾ ਸੀ, ਦੁਕਾਨਦਾਰਾਂ ਦਾ ਮੁਲਕ। ਜੀ ਆਈਕੇ ਗੁਜਰਾਲ ਭਾਵੇਂ ਬਰੀਫ ਟਾਈਮ ਲਈ ਪ੍ਰਾਈਮ ਮਿਨਿਸਟਰ ਬਣਿਆ, ਪੰਜਾਬ ਦੇ ਜਲੰਧਰ ਨਾਲ ਉਹਦਾ ਸਬੰਧ ਸੀ। ਉਸ ਤੋਂ ਪਹਿਲਾਂ ਉਹ ਸ਼ਾਇਦ ਜੇਲਮ ਲਹਿੰਦੇ ਪੰਜਾਬ 'ਚ ਉਹਦਾ ਬਰਥ ਸੀ। ਉਹਨੇ ਜਿਹੜੀ ਕਿਹਾ ਤਾਂ ਉਹਨੇ ਆਫ ਦਾ ਰੈਕਰਡ ਸੀ, ਪਰ ਉਹ ਸਾਹਮਣੇ ਆ ਗਿਆ। ਉਹਨੇ ਕਿਹਾ ਸੀ ਕਿ ਥਰਡ ਰੇਟ ਪਾਵਰ, ਬ੍ਰਿਟਨ ਥਰਡ ਰੇਟ ਪਾਵਰ। ਸੋ ਉਦੋਂ ਵੀ ਇਹ ਲੱਗਦਾ ਸੀ ਕਿ ਵੀ ਇਹ ਔਰ ਕਿਹਾ ਸੀ ਉਹਨੇ। ਲੇਕਿਨ ਹੁਣ ਜਦੋਂ ਅੱਜ ਅਸੀਂ ਵਰਤਾਰਾ ਦੇਖ ਰਹੇ ਹਾਂ ਕਿ ਭਾਈ ਸੱਚਮੁੱਚ ਥਰਡ ਕੀ, ਇਹ ਤਾਂ ਵਿਦਆਊਟ ਐਨੀ ਰੇਟ ਵਾਲੀ ਹਕੂਮਤ ਬਣ ਗਈ ਹੈ। ਬਿਲਕੁਲ ਕਿ ਭਾਰਤ ਵਰਗਾ ਜਿਹੜਾ ਇੱਕ ਥਰਡ ਵਰਲਡ ਦਾ ਉਹ ਮੁਲਕ ਜਿਨ੍ਹਾਂ ਦਾ 40% ਤੋਂ ਜ਼ਿਆਦਾ ਜਿਨ੍ਹਾਂ ਦੀ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੀ ਹੈ, ਜਿਹਦੇ 'ਚ COVID-19 ਦੇ ਚਲਦਿਆਂ 1/3 ਮੌਤਾਂ ਦੁਨੀਆ 'ਚ 1.5 ਕਰੋੜ ਲੋਕ ਮਰਦੇ ਨੇ ਤੇ 43 ਲੱਖ ਆਲਮੋਸਟ 1/3 ਕੱਲਾ ਭਾਰਤ ਦੇ ਵਿੱਚ ਮਰਦਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਫਿਗਰਸ ਨੇ, ਜਿਨ੍ਹਾਂ ਦੇ ਕੋਲ ਕੁਝ ਵੀ ਐਸਾ ਨਹੀਂ ਅਦਰ ਦੈਨ ਕਿ ਉਹਨਾਂ ਨੂੰ ਬ੍ਰਿਟਨ ਜਿਹੜਾ ਵਕਤਨ ਬਾ ਵਕਤਨ ਆਪਣਾ ਜੰਗ, ਉਹ ਭਾਵੇਂ ਇੱਕ ਸਟੇਜ ਦੇ ਉੱਤੇ ਉਹ ਕੋਈ ਜਹਾਜ਼ ਵੇਚਣੇ ਨੇ, ਕੋਈ ਹੈਲੀਕਾਪਟਰ ਵੇਚਣੇ ਨੇ, ਕੋਈ ਹੋਰ ਚੀਜ਼ ਵੇਚਣਾ, ਤੇ ਉਹ ਇਹ ਬਾਣੀਆਂ ਇੱਕ ਬਾਣੀਆਂ ਦੂਸਰੇ ਨੂੰ ਓਬਲਾਈਜ਼ ਕਰਦਾ ਔਰ ਉਹ ਉਹਦੇ ਤੋਂ ਖਰੀਦ ਲੈਂਦੇ ਨੇ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਭਾਈ ਜਿੰਨੇ ਭਾਰਤ ਦੇ ਚੋਰ ਮੋਦੀ ਔਰ ਗਾਦੀਏ ਔਰ
ਦੂਜੇ ਸਾਰੇ ਦੌੜੇ ਹੋਏ ਨੇ ਉੱਥੋਂ, ਉਹ ਸਾਰੇ ਆ ਕੇ ਬ੍ਰਿਟਨ 'ਚ ਹੀ ਬੈਠੇ ਨੇ। ਇਹ ਕੀ ਬਾਣੀਆਂ ਦਾ ਆਪਸ ਦੇ ਵਿੱਚ ਕੀ ਇਹਨਾਂ ਦਾ ਸਮਝੌਤਾ ਹੋਇਆ ਹੈ। ਜੀ। ਔਰ ਜਿਹੜੀ ਰਿਪੀਟਡ ਹਿਊਮਿਲੇਸ਼ਨ ਹੈ, ਹੁਣ ਇੱਕ ਪਾਸੇ ਤਾਂ ਬਰਤਾਨੀਆ ਥਰਡ ਰੇਟ ਪਾਵਰ ਦੇ ਤੌਰ ਤੇ ਉਹ ਅਮਰੀਕਾ ਦਾ ਪਿਛਲਾ ਬਣ ਕੇ ਉਹ ਇਰਾਕ ਵਾਰ ਹੋਏ, ਉਹ ਅਫਗਾਨਿਸਤਾਨ ਹੋਏ, ਦੂਜਾ ਹੋਏ, ਉਹਦੇ 'ਚ ਨਾਲ ਚੰਬੜਿਆ ਹੁੰਦਾ ਆਪਣੇ ਆਪ ਨੂੰ ਕਰਕੇ, ਜਾਂ ਚਾਈਨਾ ਨੂੰ ਘੇਰਨ ਦੇ ਲਈ ਜੇ ਔਕਸ ਬਣਦਾ ਤੇ ਔਕਸ ਦੇ ਵਿੱਚ ਜਿਹੜਾ ਹੈ ਉਹ ਯੂਕੇ ਔਰ ਅਮਰੀਕਾ ਔਰ ਆਸਟ੍ਰੇਲੀਆ ਆਉਂਦਾ। ਆਸਟ੍ਰੇਲੀਆ 'ਚ ਤਾਂ ਉਹਦਾ ਇੰਟਰਸਟ ਹੈ, ਉਹਨਾਂ ਦਾ ਡੋਮੀਨੀਅਨ ਹੈ। ਲੇਕਿਨ ਜਿਵੇਂ ਇੰਡੀਆ ਰਿਪੀਟਡਲੀ ਹਿਊਮਿਲੇਟ ਕਰ ਰਿਹਾ ਇੱਕ ਪਾਸੇ ਤਾਂ ਇਹ ਥਰਡ ਰੇਟ ਜਿਹਾ ਸੂਨਕ, ਰਿਸ਼ੀ ਸੂਨਕ ਜਿਹੜਾ ਹੈ ਇਹ ਬਣ ਜਾਂਦਾ। ਔਰ ਬਹੁਤਿਆਂ ਨੂੰ ਅਜੇ ਵੀ ਨਹੀਂ ਲੱਗਦਾ ਵੀ ਇਹ ਐਸਾ ਕੀ ਹੋਇਆ, ਉਹ ਗੋਰਾ ਨਸਲਵਾਦੀ ਗੋਰਾ ਜਿਹੜਾ ਹੈ ਉਹਨੂੰ ਉਹਨਾਂ ਨੇ ਇਹਨੂੰ ਟੋਲਰੇਟ ਕਰ ਲਿਆ। ਪਰ ਇਹ ਜਿਹੜੀ ਬੇਗੈਰਤੀ ਹੁੰਦੀ ਹੈ ਉਹ ਤਾਂ ਪਹਿਲਾਂ ਹੀ ਬੇਗੈਰਤ ਉਸ ਸਾਰਿਆਂ ਚੋਂ ਹੈ, ਤੇ ਹੁਣ ਇੱਕ ਬੇਗੈਰਤ ਔਰ ਗਰੀਡੀ ਜਿਹੜਾ ਪੈਸਿਆਂ ਔਰ ਜੋ ਹਾਲ ਇਹਨਾਂ ਦਾ ਹੋਣ ਜਾ ਰਿਹਾ, ਜਿਸ ਤਰੀਕੇ ਨਾਲ ਸਕਾਟਲੈਂਡ 'ਚ ਹੁਣ ਨਾਰਦਰਨ ਆਇਰਲੈਂਡ ਜਿਹਦਾ ਥੋੜ੍ਹਾ ਬਹੁਤ ਪੀਸਫੁਲ ਹੋਇਆ ਸੀ ਜਦੋਂ ਲਗਭਗ 25 ਸਾਲ ਪਹਿਲਾਂ ਵਾਈਟ ਹਾਊਸ ਦੇ ਵਿੱਚ ਅਕੋਰਡ ਹੋਇਆ ਸੀ ਨਾਰਦਰਨ ਆਇਰਲੈਂਡ ਦੇ ਗੋਰਿਆਂ ਦੇ ਨਾਲ, ਜਿਹੜੇ ਉਹਨਾਂ ਦੇ ਲੜਾਕੂਆਂ ਦੇ ਨਾਲ, IRA ਵਾਲਿਆਂ ਨਾਲ, ਸ਼ਿਨ ਫੇਨ ਦੇ ਥੱਲੇ ਪ੍ਰੈਜ਼ੀਡੈਂਟ ਕਲਿੰਟਨ ਦੇ ਈਰਾ ਦੇ ਵਿੱਚ। ਉਹ ਵੀ ਹੁਣ ਐਤਕੀ ਬਾਈਡਨ ਗਿਆ ਉੱਥੇ ਆਇਰਲੈਂਡ, ਦੂਸਰਾ ਨਾਲ ਲੱਗਦਾ ਮੁਲਕ, ਉੱਥੇ ਉਹਨੇ ਵਕਤ ਗੁਜ਼ਾਰਿਆ। ਪਰ ਇਹ ਫਿਕਰ ਹੈ ਕਿ ਬਈ ਇਹ ਨਾਰਦਰਨ ਆਇਰਲੈਂਡ ਜਿਹੜੀ ਸਾਰੀ ਮੂਵਮੈਂਟ ਹੈ ਉੱਥੇ ਵਾਪਸ ਖੜੀ ਹੋ ਰਹੀ ਹੈ। ਸੋ ਇਹਨਾਂ ਹਾਲਾਤਾਂ 'ਚ ਇਹਦੇ ਬਾਵਜੂਦ ਦੇਖੋ, ਉਹ ਜਿਵੇਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਭਾਈ ਜਿਹੜਾ ਤੁਹਾਡੀ ਜਿੱਥੇ ਤੁਸੀਂ ਇੱਕ ਵੱਡਾ ਰੁਤਬਾ ਜਾਂ ਖਾਨਦਾਨੀ ਕੋਈ ਵਿਹਾਰ ਕੀਤਾ ਹੁੰਦਾ, ਤੁਸੀਂ ਬ੍ਰਿਟਿਸ਼ ਐਮਪਾਇਰ ਜਿਹਦੇ ਰਾਜ 'ਚ ਸੂਰਜ ਨਹੀਂ ਡੁੱਬਦਾ, ਜਿਹਦੇ 'ਚ ਫਰਾਣਾ, ਤੇ ਇੰਡੀਆ ਵਰਗਾ ਥਰਡ ਰੇਟ ਮੁਲਕ ਜਿਹੜਾ ਹੈ ਉਹ ਬਾਰ-ਬਾਰ ਧਮਕਾ ਰਿਹਾ ਬ੍ਰਿਟਨ ਨੂੰ। ਅਸੀਂ ਦੇਖ ਰਹੇ ਕਿੰਨਾ ਵਾਕਿਆ, ਔਰ ਜਿਹਨੂੰ ਅਸੀਂ ਐਲੀਬਾਈ ਕਹਿੰਦੇ ਆ, ਐਲੀਬਾਈ ਇੱਕ ਬਹਾਨਾ ਹੁੰਦਾ। ਹੁਣ ਕਿੰਨੀ ਕੁ ਖਾਲਿਸਤਾਨ ਦੀ ਮੂਵਮੈਂਟ UK ਦੇ ਵਿੱਚ ਹੈ ਕਿ ਵੀ ਇਹਨਾਂ ਦੇ ਪੈਰਾਂ ਥੱਲੇ ਜਿਹੜਾ ਉਹ ਰੇਤਾ ਇਹਨਾਂ ਦੇ ਰੱਖ ਦਿੱਤਾ ਤੱਤਾ, ਵੀ ਇਹਨਾਂ ਦੇ ਪੈਰ ਸੜ ਗਏ ਨੇ, ਇਹਨਾਂ ਦੀਆਂ ਕੋਈ ਹੱਡੀਆਂ ਤੋੜ ਦਿੱਤੀਆਂ ਖਾਲਿਸਤਾਨ ਦੀ ਮੂਵਮੈਂਟ ਨੇ। ਕੀ ਕੀਤਾ? ਜੇ ਪ੍ਰੋਟੈਸਟ ਹੁੰਦਾ ਹੈ, ਪ੍ਰੋਟੈਸਟ ਉਹ ਕਲਾਈਮੇਟ ਚੇਂਜ ਨੂੰ ਲੈ ਕੇ ਹੋਣ, ਦੂਸਰੇ ਹੋਣ, ਇੰਨੀ ਵਾਇਲੈਂਸ ਹੁੰਦੀ ਹੈ, ਝੰਡਾ ਲਾ ਕੇ ਦੂਜਾ ਲਾ ਦੇਣਾ, ਇਹ ਤਾਂ ਕੋਈ ਗੱਲ ਨਹੀਂ ਹੈ। ਹਾਂ, ਜੇ ਕਿਸੇ ਨੂੰ ਕੋਈ ਮਾੜਾ ਮੋਟਾ ਕਿਸੇ ਦੀ ਹੱਡੀਆਂ ਤੋੜੀਆਂ ਹੋਣ, ਉਹ ਵੀ ਕੋਈ ਹੈ ਨਹੀਂ ਕਿ ਭਾਈ ਕੋਈ ਮਰ ਗਿਆ ਹੋਏ, ਕੋਈ ਹੱਡੀਆਂ ਤੋੜੀਆਂ ਹੋਣ। ਪਰ ਜਿਸ ਅੰਦਾਜ਼ ਦੇ ਵਿੱਚ ਬ੍ਰਿਟਨ ਨੂੰ ਬਾਰ-ਬਾਰ ਹਿਊਮਿਲੇਟ ਕਰ ਰਿਹਾ ਇੰਡੀਆ, ਮੈਂ ਵੀ ਸਮਝਣ ਤੋਂ ਨਾਕਸ ਹਾਂ ਕਿ ਐਸੀ ਕਿਹੜੀ ਚੀਜ਼ ਇਹਨਾਂ ਦੇ ਹੱਥ 'ਚ ਆਈ ਹੋਈ ਹੈ, ਔਰ ਬ੍ਰਿਟਨ ਦੀ ਐਸੀ ਕੀ ਮਜਬੂਰੀ ਹੈ। ਇਕੱਲਾ ਇਹ ਨਹੀਂ ਵੀ ਉਹਨਾਂ ਨੇ ਸਿੱਖਾਂ ਦੇ ਹਵਾਲੇ ਨਾਲ, ਪਹਿਲਾਂ ਰੈਫਰੈਂਡਮ ਦੇ ਹਵਾਲੇ ਨਾਲ ਬ੍ਰਿਟਨ ਨੂੰ, ਔਰ ਦੂਸਰਾ ਡਿਮਾਰਸ਼ੇ ਦਿੱਤਾ ਹੈ। ਫਿਰ ਇਹ ਜਿਹੜੀ ਹਾਈ ਕਮਿਸ਼ਨ ਇਨਸੀਡੈਂਟ 19 ਮਾਰਚ ਨੂੰ ਹੁੰਦੀ ਹੈ ਪ੍ਰੋਟੈਸਟ ਦੀ, ਉਹਦੇ ਥੱਲੇ ਉਹਨਾਂ ਦੇ ਐਂਬੈਸਡਰ ਨੂੰ ਸੱਦਿਆ, ਫਿਰ ਹਾਈ ਕਮਿਸ਼ਨਰ ਨੂੰ, ਫਿਰ ਦਿੱਲੀ 'ਚ ਜਿੱਥੇ ਇਹਨਾਂ ਦੀ ਐਂਬੈਸੀ ਹੈ ਉਹਦੇ ਨੇੜੇ ਪਬਲਿਕ ਲੈਟਰੀਨ ਬਣਾਉਣੀ ਸ਼ੁਰੂ ਕਰਤੀ। ਫਿਰ ਹੁਣ ਆ ਜਿਹੜੀ ਪਰਸੋਂ ਅਸੀਂ ਗੱਲ ਕਰ ਰਹੇ ਸੀ, ਬੁੱਧਵਾਰ ਇਹਨਾਂ ਦੀ ਹੋਮ ਮਿਨਿਸਟਰੀ ਲੈਵਲ ਦੇ ਉੱਤੇ ਗੱਲ ਹੋਈ, ਉਹਦੇ 'ਚ ਵੀ ਉਹਨਾਂ ਨੇ ਖਾਲਿਸਤਾਨ ਦਾ ਮੁੱਦਾ ਘਸੋੜ ਦਿੱਤਾ। ਇੱਕ ਪਾਸੇ BBC ਨੇ ਜੇ 2 ਪਾਰਟ ਦੇ ਵਿੱਚ ਮੋਦੀ ਦੀਆਂ ਕਰਤੂਤਾਂ ਨੂੰ ਜ਼ਾਹਰ ਕਰਦਿਆਂ ਇੱਕ ਨਿਊਟਰਲ ਗਰਾਊਂਡ ਤੇ ਖਲੋ ਕੇ ਡਾਕੂਮੈਂਟਰੀ ਬਣਾਈ, ਤੇ ਉਸ ਤੋਂ ਬਾਅਦ ਇਹੀ ਨਹੀਂ ਵੀ ਉਹ ਡਾਕੂਮੈਂਟਰੀ ਉੱਥੇ ਬੈਨ ਹੋਈ ਜਾਂ ਐਲਨ ਮਸਕ ਤੋਂ ਬੈਨ ਕਰਾਈ। ਉਸ ਤੋਂ ਕੁਝ ਦਿਨਾਂ ਬਾਅਦ ਅਸੀਂ ਦੇਖਦੇ ਹਾਂ ਕਿ BBC ਦੇ ਬੰਬਈ ਔਰ ਦਿੱਲੀ ਦਫ਼ਤਰਾਂ ਦੇ ਉੱਤੇ ਜਿਹੜੇ ਨੇ ਉਹ ਰੇਡ ਹੁੰਦੇ ਨੇ। ਔਰ ਕੱਲਾ ਇਹੀ ਨਹੀਂ, ਉਹ ਰੇਡ ਉਦੋਂ ਹੋਏ ਜਾਂ ਉਹਨੂੰ 4-4 ਦਿਨ ਉਹਨਾਂ ਨੇ ਸੌਣ ਨਹੀਂ ਦਿੱਤਾ EMPLOYEES ਨੂੰ। ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਰਿਸ਼ੀ ਸੂਨਕ ਔਰ ਮੋਦੀ ਦੀ ਟੈਲੀਫੋਨ ਤੇ ਗੱਲ ਹੁੰਦੀ ਹੈ G20 ਦੇ ਲਈ ਸੱਦਾ ਦੇਣ ਲਈ, ਔਰ ਹੁੰਦਾ ਕੀ ਆ ਗੱਲ, G20 ਤਾਂ ਉਹਨੂੰ ਕਿਹੜਾ ਸੱਦਾ ਉਹਨੇ ਕੋਈ ਜਿਹੜਾ ਉਹ ਨਾਈ ਭੇਜਣਾ ਉਹਨੂੰ ਸੱਦਣ ਦੇ ਲਈ, ਉਹ ਤਾਂ ਪਤਾ ਹੀ ਹੈ ਕਿ ਵੀ ਇਹਨਾਂ ਸਾਰਿਆਂ ਦਾ ਹੀ ਹੱਥ ਠੋਕਿਆ। ਬਿਲਕੁਲ। ਪ੍ਰਾਈਮ ਮਿਨਿਸਟਰ ਮੋਦੀ ਰੇਜ਼ਸ ਸਿਕਿਉਰਿਟੀ ਆਫ ਹਾਈ ਕਮਿਸ਼ਨ ਵਿਦ ਬ੍ਰਿਟਿਸ਼ ਕਾਊਂਟਰਪਾਰਟ ਰਿਸ਼ੀ ਸੂਨਕ। ਹੁਣ ਉਹ ਫੋਨ ਦੇ ਉੱਤੇ ਗੱਲ ਕਰ ਰਿਹਾ, ਔਰ ਉਹਦੇ 'ਚ ਵੀ ਪ੍ਰਾਈਮ ਮਿਨਿਸਟਰ ਮੋਦੀ ਰੇਜ਼ ਦਾ ਇਸ਼ੂ ਆਫ ਸਿਕਿਉਰਿਟੀ ਆਫ ਇੰਡੀਅਨ ਡਿਪਲੋਮੈਟਿਕ ਐਸਟੈਬਲਿਸ਼ਮੈਂਟ ਇਨ ਦਾ UK and called for strong action against anti-India elements by the UK government। उन्होंने कहा जी मतलब साड़ी सिक्योरिटी का फिक्र है और ये जड़े एंटी इंडिया ने एलीमेंट इन्हां दे खिलाफ कार्रवाई करो। हुण एक पासे वो ये कह रहा है, दूसरे पासे BBC दे खिलाफ द डिस्कशन बिटवीन द 2 लीडर्स came on a day
इधर गलबात ये है जिहड़ी ह्यूमिलेशन मैं समझदा है इन्ने बेगैरत हो गए ने यूके वाले जां इन्ना ही जिन्हों कहते हैं इन्हों के तप्पड़ रुले हुए ने सिखां नूं ही कह देना सी तप्पड़ वजा दिंदे इन्हां नूं जे इन्हां दे तप्पड़ रुले ने ਇਹ ਜਦੋਂ ਗੱਲਬਾਤ ਹੁੰਦੀ ਹੈ ਦਿਸ ਕੇਮ ਔਨ ਅ ਡੇ ਵੈਨ ਦ ਐਨਫੋਰਸਮੈਂਟ ਡਾਇਰੈਕਟੋਰੇਟ ਇਨੀਸ਼ੀਏਟਡ ਇਨਕੁਆਇਰੀ ਅਗੇਂਸਟ BBC under the Foreign Exchange Management Act. The BBC has been in the middle of a diplomatic spat between the two sides since the channel telecast a controversial documentary on Prime Minister Modi. ਹੁਣ ਉਧਰ ਇਹ ਮੋਦੀ ਸੂਨਕ ਨੂੰ ਕਾਲ ਕਰਕੇ ਕਹਿ ਰਿਹਾ ਜੀ ਇਹ ਸਾਡੀ ਸਿਕਿਉਰਿਟੀ ਔਰ ਖਾਲਿਸਤਾਨੀਆਂ ਨੂੰ ਨੱਥ ਪਾਓ ਉਧਰੋਂ BBC ਦੇ ਖਿਲਾਫ ਕੇਸ ਰਜਿਸਟਰ ਕਰ ਰਿਹਾ ਉਹਨਾਂ ਦਾ ਈਡੀ ਮਹਿਕਮਾ ਹੁਣ ਇੰਨੀ ਐਸੀ ਕੀ ਬੇਗੈਰਤੀ ਹੈ ਕਿ ਭਾਈ ਅਸੀਂ ਮੈਨੂੰ ਘੱਟੋ ਘੱਟ ਇਹ ਸਮਝ ਨਹੀਂ ਆਉਂਦੀ ਹਾਂ ਜੇ ਕੋਈ ਬ੍ਰਿਟਿਸ਼ ਸਿਟੀਜ਼ਨ ਜਾਂ ਕੋਈ ਮੈਨੂੰ ਸਮਝਾ ਸਕੇ ਕਿ ਵੀ ਇਹਨਾਂ ਦੀ ਕੀ ਮਜਬੂਰੀ ਹੈ ਇਹਨਾਂ ਨੇ ਕਿਹੜਾ ਸੌਦਾ ਹੋਰ ਵੇਚਣਾ ਇਹਨਾਂ ਨੇ ਆਪਣੇ ਥਰਡ ਰੇਟ ਜਗੁਆਰ ਵੇਚ ਲਏ ਸੀ 1985 ਜਦੋਂ ਰਾਜੀਵ ਗਾਂਧੀ ਦੇ ਨਾਲ ਡੀਲ ਬਣਾਈ ਇਸ ਦੇ ਥੱਲੇ ਕਿ ਜੀ ਯੂਕੇ ਦੇ ਵਿੱਚ ਸਿੱਖਾਂ ਨੂੰ ਖਾਲਿਸਤਾਨੀਆਂ ਨੂੰ ਨੱਥ ਪਾਓ ਮਾਰਗਰੇਟ ਥੈਚਰ ਨੇ ਜਿਹੜਾ ਉਹ ਈਵਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਜਲੂਸ ਨੂੰ ਵੀ ਪਰਮਿਸ਼ਨ ਦੇਣ ਤੋਂ ਨਾ ਕਰਨ ਦੀ ਜਿਹੜੀ ਹੈ ਰਿਕਮੈਂਡੇਸ਼ਨ ਸਿਟੀ ਕੌਂਸਲ ਨੂੰ ਉਦੋਂ ਸਮਝ ਆ ਸਕਦਾ ਸੀ ਹੁਣ ਐਸਾ ਕੀ ਹੈ ਇੰਡੀਆ ਕੀ ਕਰਵਾਉਣਾ ਚਾਹੁੰਦਾ ਉਹਨਾਂ ਤੋਂ ਤੇ ਉਹਨਾਂ ਦੀ ਐਸੀ ਕੀ ਮਜਬੂਰੀ ਹੈ ਕਿ ਭਾਈ ਰਿਸ਼ੀ ਸੁਨਕ ਜਿਹੜਾ ਇੱਕ ਯੂਕੇ ਇੱਕ ਪਾਵਰ ਹੈ ਉਹ ਤਾਂ ਯੂਰਪੀਅਨ ਯੂਨੀਅਨ ਚੋਂ ਨਿਕਲੇ ਕਿ ਜੀ ਸਾਡਾ ਪਾਉਂਡ ਭਾਰਾ ਹੈ ਅਸੀਂ ਤੁਹਾਡੇ ਯੂਰੋ ਡਾਲਰ ਦੇ ਨਾਲ ਜਿਹੜਾ ਅਸੀਂ ਨਹੀਂ ਇਲਹਾਕ ਕਰਨਾ ਪਰ ਇਹ ਮੈਂ ਵੀ ਸਮਝਣ ਤੋਂ ਜਿਹੜਾ ਉਹ ਮੈਂ ਬੇਸਮਝ ਹੈ ਰਾਦਰ ਇਸ ਦੇ ਉੱਤੇ ਕਿ ਭਾਈ ਐਸਾ ਕੀ ਚੱਲ ਰਿਹਾ ਹੈ ਕਿ ਬ੍ਰਿਟਨ ਜਿਹੜਾ ਹੈ ਉਹ ਇੰਨੀ ਜਿਹੜੀ ਹੈ ਬਿਜ਼ਤੀ ਆਪਣੀ ਕਰਵਾ ਰਿਹਾ ਹੈ ਰਾਦਰ ਜਿਹਨੂੰ ਕਹਿੰਦੇ ਨੇ ਕਿ ਵੀ ਸਪਾਈਨਲੈਸ ਤਾਂ ਹੈ ਹੀ ਨੇ ਪਰ ਇਹ ਤਾਂ ਇਹ ਹੈ ਵੀ ਕ੍ਰਸ਼ਿੰਗ them ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਨਾਮ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦਿਵਸ ਨੂੰ ਸਮਰਪਿਤ 24ਵਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ 16 ਅਪ੍ਰੈਲ 2023 ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ 15 ਅਪ੍ਰੈਲ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਵਿਖੇ ਰੋਜ਼ਾਨਾ ਕਥਾ ਅਤੇ ਕੀਰਤਨ ਸਮਾਗਮ ਦਾ ਆਨੰਦ ਵੀ ਮਾਣੋ ਗੁਰੂ ਘਰ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਵੱਧ ਚੜ੍ਹ ਕੇ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੈਸਟਰਨ ਆਸਟ੍ਰੇਲੀਆ ਦੇ ਮੁੱਖ ਸ਼ਹਿਰ ਸਵਾਨ ਦੀ ਸਿਟੀ ਕੌਂਸਲ ਨੇ 14 ਅਪ੍ਰੈਲ ਖਾਲਸਾ ਸਾਜਨਾ ਦਿਵਸ ਨੂੰ ਸਿੱਖ ਨੈਸ਼ਨਲ ਡੇ ਵਜੋਂ ਮਾਨਤਾ ਦਿੱਤੀ ਹੈ ਇਹ ਬੜੇ ਫਖਰ ਤੇ ਮਾਣ ਵਾਲੀ ਗੱਲ ਹੈ ਔਰ ਯਾਦ ਰਹੇ ਸਰਦਾਰ ਜਗਦੀਪ ਸਿੰਘ ਸਵਾਨ ਸਿਟੀ ਕੌਂਸਲ ਦੇ ਮੈਂਬਰ ਹਨ ਅਤੇ ਉਹਨਾਂ ਦੇ ਯਤਨਾਂ ਸਦਕਾ ਹੀ ਇਹ ਸੰਭਵ ਹੋਇਆ ਸੋ ਅਸੀਂ ਆਸਟ੍ਰੇਲੀਆ ਸਮੇਤ ਦੁਨੀਆ ਭਰ ਵਿੱਚ ਜਿਹੜੀਆਂ ਬੈਠੀਆਂ ਸਿੱਖ ਸੰਗਤਾਂ ਨੂੰ ਇਸ ਪ੍ਰਾਪਤੀ ਤੇ ਮੁਬਾਰਕਬਾਦ ਪੇਸ਼ ਕਰਦੇ ਹਾਂ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਦੇਖੋ ਇਸ ਤੋਂ ਪਹਿਲਾਂ ਕਿ ਅਸੀਂ ਇਸ ਮੁਬਾਰਕ ਜਿਹੜੀ ਪ੍ਰਾਪਤੀ ਹੈ ਇਸ ਦੀ ਗੱਲ ਕਰੀਏ ਅੱਛਾ ਕੁਝ ਮੈਸੇजेस ਜਿਹੜੇ YouTube ਲਾਈਵ ਚੈਟ ਤੇ ਨੇ ਉਸ ਉਹਨਾਂ ਨੂੰ ਅਸੀਂ ਐਕਨੋਲੇਜ ਕਰਨਾ ਚਾਹੁੰਦੇ ਆਲ ਅਬਾਊਟ ਟਰੂਥ ਐਂਡ ਸਿੱਖੀਜ਼ਮ ਕਹਿੰਦੇ ਨੇ 160 ਕਰੋੜ ਲੋਕਾਂ ਦੀ ਮੰਡੀ ਆ ਤੇ ਪੰਜਵੀਂ ਵੱਡੀ ਹੈ I don't know what they talking about. Jennifer economy ਵੀ ਹੈ ਹਾਂਜੀ ਜੈਨੀਫਰ ਹਾਂਜੀ ਜਿਤ ਸਿੰਘ ਜੀ ਵਾਹਿਗੁਰੂ ਭਲੀ ਕਰੇ ਸਭ ਕਾਰਜ ਸੰਪੂਰਨ ਹੋਣ ਔਰ ਸਿੰਘ ਗਰਚਾ ਜੀ ਲਿਖਦੇ ਨੇ ਖਾਲਸਾ ਜ਼ਿੰਦਾਬਾਦ ਔਰ ਜਿਤ ਸਿੰਘ ਕਹਿੰਦੇ ਜੈਨੀਫਰ ਜੀ 100% ਰਾਜ ਕਰੇਗਾ ਖਾਲਸਾ ਮਿਲੇ ਅਜੇ ਕੁਝ ਕਮੀਆਂ ਨੇ ਸੋ ਜੈਨੀਫਰ ਕਹਿੰਦੇ ਨੇ ਕਿ ਹਰ ਇੱਕ ਬੱਚਾ ਧਰਮ 'ਚ ਰਹਿ ਕੇ ਜ਼ਿੰਦਗੀ ਨੂੰ ਜਿਉਣਾ ਸਿੱਖ ਸਕੇ ਅਜਿਹੀ ਜਿਹੜੀ ਸਿੱਖਿਆ ਪ੍ਰਣਾਲੀ ਤਿਆਰ ਹੋਵੇ ਜੋ ਰੋਜ਼ਗਾਰ ਦੇ ਨਾਲ ਧਰਮ ਨਾਲ ਨੂੰ ਜੋੜ ਸਕੇ ਰੋਜ਼ਗਾਰ ਨਾਲ ਜੋੜ ਸਕੇ ਸੋ ਨਾਈਸ ਐਂਡ ਫਿਰ ਉਹਨਾਂ ਦਾ ਮੈਸੇਜ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਸਾਨੂੰ ਸਾਡਾ ਖੁੱਸਿਆ ਰਾਜ ਮਿਲ ਜਾਵੇ ਤਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਇਤਿਹਾਸ ਤੇ ਸਿੱਖ ਫਲਸਫੇ ਤੇ ਪਹਿਰਾ ਦੇ ਸਕਣ ਪੰਜਾਬ ਦੀ ਹੱਦਬੰਦੀ ਹੋਵੇ ਹਰ ਗੁਰੂ ਘਰ ਸਕੂਲਾਂ 'ਚ ਜਿਹੜਾ ਧਰਮ ਦੀ ਸਿੱਖਿਆ ਦਿੱਤੀ ਜਾਵੇ ਸੋ ਨਾਈਸ ਐਂਡ ਇਸੇ ਤਰ੍ਹਾਂ ਐਨ ਸਿੰਘੋ ਜੀ ਕਹਿੰਦੇ ਨੇ ਏਕ ਓਂਕਾਰ ਖਾਲਸਾ ਜ਼ਿੰਦਾਬਾਦ ਐਂਡ ਜਿਸ ਅੱਗੇ ਫਿਰ ਸਾਡੇ ਕੋਲ ਮੈਸੇਜ ਹੈ ਜੈਨੀਫਰ ਫਿਰ ਕਹਿੰਦੇ ਨੇ ਕਿ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਉਨ ਖਾਲਸਾ ਦੇ ਮਤੇ ਜਲਦੀ ਬਣ
ਤੇ ਫਿਰ ਇਸੇ ਤਰ੍ਹਾਂ ਮਨਜੀਤ ਕੌਰ ਜੀ ਲਿਖਦੇ ਨੇ ਖਾਲਸਾ ਜ਼ਿੰਦਾਬਾਦ। 1987 ਮੇਰੇ ਖਿਆਲ ਹਾਂਜੀ 47 ਤੋਂ ਬਾਅਦ ਭਾਰਤੀ ਸਰਕਾਰ ਉਹ ਪੰਜਾਬੀਅਤ ਉੱਤੇ ਅਤੇ ਸਿੱਖਾਂ ਤੇ ਜ਼ੁਲਮ ਕਰਦੀਆਂ ਰਹੀਆਂ ਨੇ। ਬਿਲਕੁਲ ਸਹੀ ਹੈ। ਔਰ ਇਸੇ ਤਰ੍ਹਾਂ ਸਾਡੇ ਕੋਲ ਪਰਮਜੀਤ ਸਿੰਘ ਕਹਿੰਦੇ ਨੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਿਓ ਕਾਲ ਸਭੇ ਜਗ ਉੱਪਰ ਮਾਹੇ ਲਿਖੇ ਪਰਮ ਗਿਆਨੀ ਕੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੈ ਜਾਨੀ। ਹਾਂ, ਇਹ ਉਹਨਾਂ ਨੇ ਗੁਰਬਾਣੀ ਚ ਕਬੀਰ ਸਾਹਿਬ ਦਾ ਫਰਮਾਨ ਕੋਟ ਕੀਤਾ ਹੈ। ਜੀ ਗੁਰੂ ਗ੍ਰੰਥ ਸਾਹਿਬ ਚ ਸਿਰਫ ਇੱਕ ਥਾਂ ਤੇ ਖਾਲਸਾ ਲਫ਼ਜ਼ ਇਸਤੇਮਾਲ ਹੋਇਆ ਔਰ ਕਬੀਰ ਸਾਹਿਬ ਨੇ ਉਹੀ ਲਿਬਰੇਟਡ ਸੈਂਸ ਦੇ ਵਿੱਚ ਕਹੋ ਕਬੀਰ ਜਨ ਭਏ ਖਾਲਸੇ, ਜੀ ਜਿਹੜਾ ਪ੍ਰੇਮਾ ਭਗਤੀ ਚ ਆਇਆ ਰੱਬ ਦਾ ਹੋ ਗਿਆ ਉਹ ਖਾਲਸਾ ਹੈ, ਉਹ ਲਿਬਰੇਟਡ ਹੈ ਬਾਕੀ ਸਾਰੇ ਕਿਸੇ ਵੀ ਕਰਮ ਕਾਂਡ ਤੋਂ ਡਰ ਪੈ ਤੋਂ। ਜੀ ਗੁਰਵਿੰਦਰ ਸਿੰਘ ਹੋਰਾਂ ਦੇ ਕਾਫੀ ਸਾਰੇ ਬਾਲਰਾਂ ਦੇ ਕਾਫੀ ਸਾਰੇ ਮੈਸੇਜ ਨੇ। ਉਹਨਾਂ ਨੇ ਫਤਿਹ ਬੁਲਾਈ ਹੈ, ਖਾਲਸਾ ਜ਼ਿੰਦਾਬਾਦ ਕਿਹਾ ਔਰ ਭਾਈ ਅਮਰਪਾਲ ਸਿੰਘ ਦੀ ਖਾਲਸਾ ਜ਼ਿੰਦਾਬਾਦ ਕਿਹਾ ਉਹਨਾਂ ਨੇ ਇਹ ਵੀ ਲਿਖਿਆ ਕਿ ਵਾਹਿਗੁਰੂ ਜੀ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੀ ਜੀ ਖਾਲਸਾ ਨੂੰ ਹਮੇਸ਼ਾ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੋ ਜੀ। ਭਾਈ ਅਮਰਪਾਲ ਸਿੰਘ ਖਾਲਸਾ ਨਾਲ ਦੇ ਸਿੰਘ ਜਿਹੜੇ ਨੇ ਉਹਨਾਂ ਦੇ ਅੰਗ ਸੰਗ ਵਾਹਿਗੁਰੂ ਸਾਹੀ ਹੋਣ ਜੀ। ਸਾਰਿਆਂ ਨੂੰ ਸਾਰੇ ਅਰਦਾਸ ਕਰ ਰਹੇ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ। ਸੋ ਨਾਈਸ। ਐਂਡ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖੀਜ਼ਮ ਕਹਿੰਦੇ YouTube ਵੀ ਚੈਨਲ ਬੰਦ ਨਹੀਂ ਕਰ ਸਕੇਗਾ ਪਰ ਸਾਡੀ ਕੌਮ ਤੋਂ ਮੈਂ ਬਹੁਤ ਨਿਰਾਸ਼ ਹਾਂ। ਹਾਂਜੀ, ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈ। ਜਸਵੀਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਅਮਰਜੀਤ ਸਿੰਘ ਜੀ ਤੇ ਭੈਣ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਤੁਸੀਂ ਪੰਜਾਬ ਵਾਸਤੇ ਮਿਹਨਤ ਬਹੁਤ ਜ਼ਿਆਦਾ ਕਰਦੇ ਹੋ, ਪ੍ਰਮਾਤਮਾ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਰੱਖੇ। ਬਰਾੜ ਸਾਹਿਬ ਸਾਡਾ ਫਰਜ਼ ਹੈ, ਕੋਈ ਆਸਾਨ ਨਹੀਂ ਹੈ। ਸਾਡੀ ਕੌਮ ਦੇ ਬੀੜੀਆਂ ਹਥਕੜੀਆਂ ਨੂੰ ਕੱਟ ਕੇ ਆਜ਼ਾਦੀ ਹਾਸਲ ਕਰਨਾ ਇਹ ਹਰ ਸਿੱਖ ਦਾ ਫਰਜ਼ ਵੀ ਹੈ। ਉਸ ਦਾ ਇਸ ਤੋਂ ਬਿਨਾ ਸਾਡੀਆਂ ਅਗਲੀਆਂ ਜਨਰੇਸ਼ਨਸ ਕੀ ਮੌਜੂਦਾ ਹੀ ਜਨਰੇਸ਼ਨ ਸਾਡੀਆਂ ਜਿਹੜੀਆਂ ਨੇ ਉਹ ਜਕੜੀਆਂ ਹੋਈਆਂ ਨੇ। ਸੋ ਇਹ ਕੋਈ ਆਸਾਨ ਨਹੀਂ ਹੈ। ਬਹੁਤ ਬਹੁਤ ਸ਼ੁਕਰੀਆ। ਮੈਂ ਹੁਣ ਟੌਪਿਕ ਵੱਲ ਆਵਾਂ। ਅਸੀਂ ਜਦੋਂ ਅਮਰੀਕਾ ਦੀਆਂ ਜਾਂ ਕੈਨੇਡਾ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ ਕਿ ਖਾਲਸਾ ਸਾਜਨਾ ਦਿਵਸ ਦੇ ਹਵਾਲੇ ਨਾਲ ਵੀ ਨਵੰਬਰ 84 ਦੇ ਹਵਾਲੇ ਨਾਲ ਕੈਲੀਫੋਰਨੀਆ ਅਸੈਂਬਲੀ ਨੇ ਰੈਕਗਨਾਈਜ਼ ਕੀਤਾ। ਟੈਕਸਾਸ ਦੇ ਵਿੱਚ ਕੱਲ ਸਵੇਰੇ ਜਿਹੜਾ 9 ਵਜੇ ਪ੍ਰੋਕਲੇਮੇਸ਼ਨ ਉਹਨਾਂ ਦੀ ਕੈਪੀਟਲ ਆਸਟਨ ਦੇ ਵਿੱਚ ਹੋਏਗੀ, ਉਹ ਕੱਲ ਅਸੀਂ ਡਿਸਕਸ ਕੀਤਾ ਸੀ। ਆਸਟ੍ਰੇਲੀਆ ਦੇ ਵਿੱਚ ਵੀ ਸਾਡੇ ਵੀਰ ਭੈਣਾਂ ਨੇ ਕਾਫੀ ਮੱਲਾਂ ਮਾਰੀਆਂ ਨੇ, ਜਿੱਥੇ ਸਿਆਸੀ ਪਿੜ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਮੈਲਬਰਨ ਔਰ ਬ੍ਰਿਸਬੇਨ ਔਰ ਹੁਣ ਸਿਡਨੀ 'ਚ ਹੋਏਗਾ, ਜਿਹਦੇ 'ਚ ਉਹਨਾਂ ਨੇ ਹਿੰਦੂ ਤਵੀਆਂ ਦੇ ਬਹੁਤ ਸਾਰੇ ਹਮਲੇ ਪਛਾੜੇ। ਔਰ ਜਿਸ ਤੇਜ਼ੀ ਨਾਲ ਆਸਟ੍ਰੇਲੀਆ ਦੇ ਵਿੱਚ ਇਨ ਰੋਡਸ ਹਿੰਦੂ ਤਵੀ ਜਥੇਬੰਦੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ, ਉਸ ਨੂੰ ਸਾਡੀਆਂ ਜਿਹੜੀਆਂ ਜਾਗਰੂਕ ਜਥੇਬੰਦੀਆਂ ਨੇ ਸਿੰਘ ਸਿੰਘਣੀਆਂ ਨੇ ਉਹਨਾਂ ਨੇ ਉਸ ਦਾ ਮੂੰਹ ਭੰਨਿਆ। ਉੱਥੇ ਵਿਦਨ ਜਿਹੜੇ ਲਾਅ ਮੇਕਰਸ ਦੇ ਵੀ ਆਪਣੀ ਥਾਂ ਬਣਾਈ, ਜਿਵੇਂ ਕੈਨਬਰਾ ਦੇ ਉਸ ਜਿੱਥੇ ਕਿ ਪੱਕਾ ਮੋਰਚਾ ਲਾ ਕੇ ਸਿੰਘ ਬੈਠੇ ਸੀ, 6 ਉਹਨਾਂ ਦੇ ਆਰਡਰਡ ਮੈਂਬਰਸ ਆਫ ਪਾਰਲੀਮੈਂਟ ਉਹਨਾਂ ਨੇ ਆ ਕੇ ਐਡਰੈਸ ਕਰਕੇ ਜੋ ਪੰਜਾਬ ਅੰਡਰ ਸੀਜ ਹੈ, ਸਿਵਲ ਲਿਬਰਟੀਜ਼ ਦਾ ਹਨਨ ਹੋ ਰਿਹਾ ਹੈ, ਉਸ ਲਈ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ। ਪਰ ਇੱਕ ਗੱਲ ਦਾ ਧਿਆਨ ਰਹੇ ਜਿਹੜਾ ਅਸੀਂ ਇੱਥੇ ਵੀ ਐਨਕਰੇਜ ਕਰਦੇ ਹਾਂ, ਔਰ ਬੱਚੀ ਜਸਮੀਨ ਕੌਰ ਜਿਹਨੇ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਮਤਾ ਲਿਆਂਦਾ ਨਵੰਬਰ 84 ਦਾ, ਮੈਂ ਸਮਝਦਾ ਸੀ ਕਿ ਉਹ 2-3 ਮਹੀਨਾ ਪਹਿਲਾਂ ਚੁਣੇ ਗਏ, ਉਹ ਮਾਰਚ ਦੇ ਮਹੀਨੇ 'ਚ 22 ਮਾਰਚ ਨੂੰ ਉਹਨੇ ਸਹੁੰ ਚੁੱਕੀ ਹੈ। ਉਹਨੇ ਵਿਦਨ ਮੰਥ ਪਟਾਕਾ ਪਾਤਾ ਔਰ ਉਹ ਪਹਿਲੀ ਬੀਬੀ ਹੈ ਜਿਹੜੀ ਅਮਰੀਕਾ 'ਚ 125 ਸਾਲ ਸਿੱਖਾਂ ਨੂੰ ਆਇਆ ਹੋ ਗਏ ਨੇ, ਪਹਿਲੀ ਕੋਈ ਸਿੱਖ ਮਰਦ ਜਾਂ ਬੀਬੀ ਜੇ ਕੋਈ ਗਿਆ ਅਸੈਂਬਲੀ 'ਚ ਉਹ ਸਿੱਖ ਬੀਬੀ ਪਹਿਲੀ ਹੈ। ਸੋ ਇਸ ਤੋਂ ਮੈਂ ਇਸ ਲਈ ਕਹਿਣਾ ਚਾਹੁੰਦਾ ਕਿ ਭਾਈ ਜਦੋਂ ਵੀ ਅਸੀਂ ਕਿਤੇ ਵੀ ਹੋਰ ਅਲਟੀਮੇਟਲੀ ਚੇਂਜ, ਇਹ ਬਾਹਰਲਾ ਵੀ ਬੜਾ ਜ਼ਰੂਰੀ ਹੈ, ਪ੍ਰੋਟੈਸਟ ਬੜੇ ਜ਼ਰੂਰੀ ਨੇ, ਵੰਗਾਰ ਬੜੀ ਜ਼ਰੂਰੀ ਹੈ, ਬਾਕੀ ਫੀਲਡ ਵੀ ਹਿਊਮੈਨਿਟੇਰੀਅਨ ਕੰਮ ਵੀ ਬੜਾ ਜ਼ਰੂਰੀ ਹੈ, ਸਭ ਬਹੁਤ ਇੰਪੋਰਟੈਂਟ ਹੈ। ਪਰ ਅਲਟੀਮੇਟਲੀ ਜਦੋਂ ਤੱਕ ਅਸੀਂ ਡਿਸੀਜਨ ਮੇਕਿੰਗ ਸਿਸਟਮ ਦੇ ਵਿੱਚ ਨਹੀਂ ਆਵਾਂਗੇ ਉਦੋਂ ਤੱਕ ਅਸੀਂ ਕੋਈ ਬਹੁਤ ਪ੍ਰਭਾਵਸ਼ਾਲੀ ਨਹੀਂ ਹੋ ਪਾਵਾਂਗੇ। ਔਰ ਅਸੀਂ ਸਮਝਦੇ ਹਾਂ ਵੀ ਇਹ ਵੀ ਯੂਨੀਕ ਪ੍ਰਾਈਡ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਵੈਸਟਰਨ ਏਸ਼ੀਆ ਦੇ ਵੱਡੇ ਸ਼ਹਿਰ ਸਵੈਨ ਦੀ ਕੌਂਸਲ ਨੇ ਯੂਨੈਨੀਮਸਲੀ ਜਿਹੜਾ 14 ਅਪ੍ਰੈਲ ਦਾ ਦਿਨ ਹੈ ਉਹਨੂੰ ਸਿੱਖ ਨੈਸ਼ਨਲ ਡੇ ਵਜੋਂ ਰੈਕਗਨਾਈਜ਼ ਕੀਤਾ ਤੇ ਇਸ ਕਿਸਮ ਦਾ ਸਾਨੂੰ ਤਾਂ ਰਿਜ਼ਲਟ ਨਜ਼ਰ ਆ ਰਿਹਾ ਹੁੰਦਾ ਹੈ। ਇਸ ਦੇ ਪਿੱਛੇ ਐਫਰਟ ਕਿੰਨਾ ਹੈ, ਕਿਹਦਾ ਐਫਰਟ ਹੈ, ਉਹ ਸਾਨੂੰ ਬਹੁਤ ਵਾਰ ਪਤਾ ਨਹੀਂ ਹੁੰਦਾ। ਸਾਡੇ ਵੀਰ ਜਗਦੀਪ ਸਿੰਘ ਜਿਹੜੇ ਕੌਂਸਲਮੈਨ ਬਣੇ ਸਵਾਨ ਸਿਟੀ ਕੌਂਸਲ ਦੇ, ਔਰ ਉਹਨਾਂ ਨੇ ਬੜੇ ਸ਼ਾਰਟ ਟਾਈਮ ਦੇ ਵਿੱਚ ਉਹ ਹਰ ਪੂਰੀ ਤਰ੍ਹਾਂ ਪੰਥ ਦਰਦੀ ਨੇ, ਦੀਪ ਸਿੱਧੂ ਦੀ ਯਾਦ ਜਿਹੜੇ ਸਮਾਗਮ ਨੇ ਉਹਨਾਂ 'ਚ ਸ਼ਮੂਲੀਅਤ,
ਬਾਕੀ ਥਾਵਾਂ ਤੇ ਵੀ ਪੂਰੀ ਤਰ੍ਹਾਂ ਪੰਥ ਨੂੰ ਪਰਨਾਏ ਹੋਏ ਨੇ ਔਰ ਉਹਨਾਂ ਨੇ ਅੰਦਰੂਨੀ ਤੌਰ ਦੇ ਉੱਤੇ ਆਪਣੀ ਲੌਬੀ ਦੇ ਨਾਲ ਕੌਂਸਲਮੈਨਾਂ ਨੂੰ ਨਾ ਸਿਰਫ ਇੱਕ ਹੁੰਦਾ ਹੈ ਕਿ ਵੀ ਗਏ ਪ੍ਰੋਕਲੇਮੇਸ਼ਨ ਹੋਈ ਚਲੇ ਗਏ। ਹੁਣ ਜਿੰਨੇ ਵੇਰਵੇ ਸਾਡੇ ਕੋਲ ਆਏ ਨੇ ਅਜੇ ਇੱਕ ਮੁੱਖ ਫੰਕਸ਼ਨ ਜਿਹੜਾ ਉਹ ਫਰਾਈਡੇ ਹੋਣਾ 14 ਵਾਲੇ ਦਿਨ ਔਰ ਜਿਸ ਦਿਨ ਮਹਾਰਾਜ ਦਾ ਸਰੂਪ ਵੀ ਉਹਨਾਂ ਦੀ ਉਸ ਥਾਂ ਤੇ ਲਿਜਾ ਕੇ ਸ਼ਾਮ ਦਾ ਦੀਵਾਨ ਔਰ ਦੂਜੇ। ਲੇਕਿਨ ਜਿਹੜੀ ਇਹ ਪ੍ਰੋਕਲੇਮੇਸ਼ਨ ਹੁੰਦੀ ਹੈ ਜਿਹੜੀ ਪਹਿਲਾਂ ਹੀ ਉਹਨਾਂ ਦੇ ਔਰ ਮੈਨੂੰ ਉੱਥੋਂ ਵੀਰ ਸਮਝਾ ਰਹੇ ਸੀ ਕਿ ਵੀ ਸਵਾਨ ਸਿਟੀ ਦਾ ਕੀ ਪੈਟਰਨ ਹੈ ਕਿਵੇਂ ਉਹਨਾਂ ਦੀ ਜਿਵੇਂ ਇੱਥੇ ਸਾਡੇ ਜਿਹੜੇ ਨੇ ਸਮਾਲ ਸਿਟੀਜ਼ ਜਾਂ ਟਾਊਨ 'ਚ ਸਿਟੀ ਹਾਲ ਮੀਟਿੰਗਸ ਕਹਿੰਦੇ ਨੇ ਕਿਉਂਕਿ ਡੈਮੋਕ੍ਰੇਸੀ ਦੀਆਂ ਇਹ ਜੜ੍ਹਾਂ ਨੇ ਕਿ ਜਿੱਥੇ ਤੁਸੀਂ ਇਲੈਕਟ ਕਰਦੇ ਹੋ ਜਿਨ੍ਹਾਂ ਨੇ ਫੈਸਲਾ ਕਰਨਾ ਹੁੰਦਾ ਫਿਰ ਟਾਊਨ ਹਾਲ ਮੀਟਿੰਗਸ ਹੁੰਦੀਆਂ ਜਾਂ ਸਿਟੀ ਹਾਲ ਮੀਟਿੰਗਸ ਹੁੰਦੀਆਂ ਜਿਹਦੇ 'ਚ ਲੋਕ ਸਿੱਧੇ ਆਪਣੇ ਨੁਮਾਇੰਦਿਆਂ ਨੂੰ ਪੁੱਛਦੇ ਨੇ ਔਰ ਕੁਝ ਥਾਵਾਂ ਨੇ ਜਿੱਥੇ ਉਹਨਾਂ ਨੇ ਚੈਂਬਰ ਦੇ ਵਿੱਚ ਉਹਨਾਂ ਦੇ ਇਲੈਕਟਡ ਕੌਂਸਲਮੈਨ ਨੇ ਲੇਕਿਨ ਇੱਕ ਵਾਲ ਜਾਂ ਗਲਾਸ ਰਾਹੀਂ ਜਾਂ ਦੂਸਰੇ ਲੋਕ ਵੀ ਜਿਹੜੇ ਨੇ ਪਾਰਟਿਸਿਪੇਟ ਕਰਦੇ ਨੇ। ਸੋ ਬੜੇ ਚੰਗੇ ਢੰਗ ਨਾਲ ਇਹਨਾਂ ਨੇ ਜਗਦੀਪ ਸਿੰਘ ਹੋਰਾਂ ਨੇ ਆਰਗੇਨਾਈਜ਼ ਕੀਤਾ ਕਿ ਉਹਨਾਂ ਨੇ ਨਾ ਸਿਰਫ ਜਿਹੜਾ ਇਹ ਇਸ ਦੀ ਰੈਕਗਨੀਸ਼ਨ ਲਈ 14 ਅਪ੍ਰੈਲ ਦੀ ਲੇਕਿਨ ਜਿੰਨੇ ਕੌਂਸਲਮੈਨ ਮੈਨ ਐਂਡ ਵਿਮਨ ਸੀ ਉਹਨਾਂ ਨੇ ਇਹ ਖਾਹਿਸ਼ ਵੀ ਜ਼ਾਹਿਰ ਕੀਤੀ ਸੀ ਕਿ ਅਸੀਂ ਵੀ ਦਸਤਾਰਾਂ ਸਜਾਉਣਾ ਚਾਹੁੰਦੇ ਔਰ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਕਿ ਵੀ ਕਿਸ ਅੰਦਾਜ਼ ਦੇ ਵਿੱਚ ਔਰ ਉਹਨਾਂ ਚੋਂ ਇੱਕ ਬੀਬੀ ਨੇ ਚਲੋ ਉਹਨਾਂ ਨੇ ਜਿਹੜੇ ਕੁਝ ਸੀ ਉਹਨਾਂ ਨੇ ਉਸ ਸਮਾਗਮ ਦੇ ਦੌਰਾਨ ਔਰ ਬਾਅਦ ਚ ਉਹਨਾਂ ਨੇ ਦਸਤਾਰ ਲਾਈ ਇੱਕ ਬੀਬੀ ਜਿਹਨੇ ਬੰਨੀ ਵੀ ਰੱਖੀ ਔਰ ਉਹਨੇ ਮਹਿਰੂਨ ਰੰਗ ਉਹਨਾਂ ਨੇ ਵੀ ਜਿਨ੍ਹਾਂ ਨੇ ਪ੍ਰਬੰਧ ਕੀਤਾ ਔਰ ਇਹਦੇ ਚ ਯੂਨਾਈਟਿਡ ਸਿੱਖਸ ਦਾ ਵੀ ਇੱਕ ਆਪਣਾ ਰੋਲ ਹੁੰਦਾ ਹੈ ਕਿਉਂਕਿ ਜਦੋਂ ਟਰਬਨ ਇਸ਼ੂ ਆਉਂਦਾ ਹੈ ਦੁਨੀਆ ਭਰ ਚ ਉਹਨਾਂ ਦੀ ਇੱਕ ਆਪਣੀ ਕੰਟਰੀਬਿਊਸ਼ਨ ਹੈ ਈਵਨ ਫਰਾਂਸ ਜਿੱਥੇ ਓਸਟੈਂਸਿਬਲ ਸਾਈਨਸ ਆਫ ਰਿਲੀਜਨ ਤੇ ਪਾਬੰਦੀ ਲੱਗੀ ਉੱਥੋਂ ਦੇ ਕੇਸਿਸ ਨੂੰ UN ਹਿਊਮਨ ਰਾਈਟ ਕਾਉਂਸਲ ਤੱਕ ਲਿਜਾਣਾ ਯੂਨਾਈਟਿਡ ਸਿੱਖਸ ਦਾ ਕੰਮ ਸੀ। ਲੇਕਿਨ ਇਹਨਾਂ ਨੇ ਦੇਖਦਿਆਂ ਹੋਇਆ ਅੱਡ ਰੰਗਾਂ ਦੀਆਂ ਦਸਤਾਰਾਂ ਸੀ ਕਿ ਕਿਹਨੂੰ ਕੀ ਪਸੰਦ ਹੈ ਤੇ ਇਸ ਬੀਬੀ ਨੂੰ ਮਹਿਰੂਨ ਦਸਤਾਰ ਪਸੰਦ ਸੀ ਔਰ ਉਹਨੂੰ ਬੰਨ ਵੀ ਰਹੇ ਨੇ ਆਪਣੇ ਜਿਹੜੇ ਔਰ ਇਹਦੇ ਤੇ ਅਸੀਂ ਜਿਹੜਾ ਸਮਝਦੇ ਹਾਂ ਕਿ ਵੀਰ ਜਗਦੀਪ ਸਿੰਘ ਜਿਨ੍ਹਾਂ ਦੇ ਐਫਰਟ ਦੇ ਨਾਲ ਇਹ ਸੰਭਵ ਹੋਇਆ ਉਹਨਾਂ ਨੂੰ ਵੀ ਅਸੀਂ ਮੁਬਾਰਕਬਾਦ ਦਿੰਦੇ ਹਾਂ ਔਰ ਇਹ ਸਾਰੇ ਚ ਜਿਹੜਾ ਉਹਨਾਂ ਦਾ ਕਿਉਂਕਿ ਜਦੋਂ ਤੁਸੀਂ ਪਬਲਿਕ ਲਾਈਫ ਚ ਹੁੰਦੇ ਹੋ ਪੰਥਕ ਲਾਈਫ ਚ ਇਹ ਈਜ਼ੀ ਨਹੀਂ ਹੁੰਦਾ ਬਹੁਤ ਸਾਰੇ ਪ੍ਰੈਸ਼ਰ ਹੁੰਦੇ ਨੇ ਮੁੱਖ ਧਾਰਾ ਕਮਿਊਨਿਟੀ ਹਿੰਦੂ ਤਾਂ ਵੀ ਉਹਨਾਂ ਦਾ ਵੀ ਕਿਉਂਕਿ ਤੁਸੀਂ ਇਕੱਲੇ ਆਪਣੀਆਂ ਵੋਟਾਂ ਨਾਲ ਤਾਂ ਨਹੀਂ ਬਣਦੇ ਲੇਕਿਨ ਅਸੀਂ ਇਹ ਆਸ ਕਰਦੇ ਹਾਂ ਕਿ ਜਗਦੀਪ ਸਿੰਘ ਉਹਨਾਂ ਨੇ ਜਿਹੜਾ ਪੰਥਕ ਪਿੜ ਦੇ ਵਿੱਚ ਜੋ ਕੰਮ ਜਿਵੇਂ ਆਰੰਭਿਆ ਜਿਵੇਂ ਉਹਨਾਂ ਨੇ ਇਹ ਵੱਡੀ ਪ੍ਰਾਪਤੀ ਕੀਤੀ ਹੈ ਬਹੁਤ ਵੱਡੀ ਪ੍ਰਾਪਤੀ ਔਰ ਮੇਰਾ ਖਿਆਲ ਹੈ ਇਕੱਲਾ ਵੈਸਟਰਨ ਆਸਟ੍ਰੇਲੀਆ 'ਚ ਹੀ ਨਹੀਂ ਸ਼ਾਇਦ ਆਸਟ੍ਰੇਲੀਆ 'ਚ ਹੀ ਸਵੈਨ ਸਿਟੀ ਉਹ ਪਹਿਲੀ ਸਿਟੀ ਹੋਏ ਜਿਸ ਨੇ 14 ਅਪ੍ਰੈਲ ਦਾ ਦਿਨ ਜਿਹੜਾ ਉਹ ਸਿੱਖ ਨੈਸ਼ਨਲ ਡੇ ਵਜੋਂ ਰੈਕਗਨਾਈਜ਼ ਕੀਤਾ ਔਰ ਹੁਣ ਜਿਹੜਾ ਸਮਾਗਮ ਕਿਉਂਕਿ ਕੱਲ ਅਸੀਂ ਹੋਣਾ ਨਹੀਂ ਜਦੋਂ ਵਾਪਸ ਅਸੀਂ ਆਏ ਨੈਕਸਟ ਵੀਕ ਫਿਰ ਜਿਹੜਾ ਇਹ ਸਮਾਗਮ ਉਹਨਾਂ ਦਾ ਉੱਥੇ ਸ਼ਾਮ ਦਾ ਹੈ ਔਰ ਉਸ ਤੋਂ ਬਾਅਦ ਹੋਰ ਵੀ ਕੋਈ ਐਕਟੀਵਿਟੀ ਉਸ ਨੂੰ ਅਸੀਂ ਡਿਸਕਸ ਕਰਾਂਗੇ ਪਰ ਇਹ ਜਿਹੜਾ ਇਸ ਦੇ ਉੱਤੇ ਉਹਨਾਂ ਨੇ ਜਗਦੀਪ ਸਿੰਘ ਉਹਨਾਂ ਨੇ ਜਿਹੜੇ ਐਲਟਨ ਵਾਰਡ ਦੇ ਕਾਉਂਸਲਰ ਨੇ ਉਹਨਾਂ ਨੇ ਪ੍ਰੈਸ ਰਿਲੀਜ਼ ਜਿਹੜੀ ਸਾਰੀ ਆਈ ਉਹਦੇ ਚ ਉਹਨਾਂ ਦੀ ਕੋਟ ਹੈ ਕਿ ਵੀ ਦਿਸ ਮੈਂਟ ਅ ਲੋਟ ਟੂ ਸ਼ੇਅਰ ਥੀਸ ਸੈਲੀਬ੍ਰੇਸ਼ਨਸ ਵਿਦ ਦ ਬ੍ਰੌਡਰ ਕਮਿਊਨਿਟੀ ਕਿ ਭਾਈ ਅਸੀਂ ਇਹ ਸਾਡੇ ਲਈ ਜਦੋਂ ਅਸੀਂ ਇਹ ਸਾਰਿਆਂ ਦੇ ਨਾਲ ਇਸ ਨੂੰ ਸ਼ੇਅਰ ਕਰ ਰਹੇ ਹਾਂ ਤੇ ਸਾਡੇ ਲਈ ਇਹ ਫਖਰ ਔਰ ਮਾਣ ਵਾਲੀ ਗੱਲ ਹੈ ਔਰ ਇਸੇ ਤਰ੍ਹਾਂ ਮੈਲ ਕੌਂਗਰਟਨ ਜਿਹੜੇ ਡਿਪਟੀ ਮੇਅਰ ਨੇ ਸਿਟੀ ਆਫ ਸਵੈਨ ਦੇ ਜਿਹੜੇ ਉਸ ਸਮਾਗਮ ਦੇ ਵੇਲੇ ਮੌਜੂਦ ਸੀ ਜਿੱਥੇ ਇਹ ਪ੍ਰੋਕਲੇਮੇਸ਼ਨ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਸਿਟੀ ਆਫ ਸਵੈਨ ਇਜ਼ ਪ੍ਰਾਊਡ to recognize and celebrate National Sikh Day. ਸਾਨੂੰ ਫਖਰ ਹੈ ਅਸੀਂ ਇਸ ਦਿਨ ਨੂੰ ਮਨਾ ਰਹੇ ਹਾਂ। The Sikh community is one of our biggest religious communities here in the city of Swan and this is reflective of our rich cultural diversity with more than a third of our residents born overseas. ਇੱਕ ਤਿਹਾਈ ਬਾਹਰੋਂ ਆਏ ਨੇ ਪਰ ਸਵੈਨ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 11,000 ਸਿੱਖਾਂ ਦੀ ਆਬਾਦੀ ਹੈ ਗੁਰਦੁਆਰਾ ਸਾਹਿਬਾਨ ਵੀ ਨੇ ਪਰ ਇਹ ਜਗਦੀਪ ਸਿੰਘ ਹੋਰਾਂ ਦੇ ਖਾਤੇ 'ਚ ਜਾਂਦਾ ਹੈ ਕਿ ਉਹਨਾਂ ਨੇ ਐਫਰਟ ਕਰਕੇ ਜਿਹੜਾ ਸਵੈਨ ਸਿਟੀ ਤੋਂ ਇਹ ਰੈਕਗਨੀਸ਼ਨ ਲਈ ਹੈ ਔਰ ਅਸੀਂ ਸਭ ਨੂੰ ਬਹੁਤ ਮੁਬਾਰਕਬਾਦ ਦਿੰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ
24ਵਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ 16 ਅਪ੍ਰੈਲ 2023 ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ। 15 ਅਪ੍ਰੈਲ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਵਿਖੇ ਰੋਜ਼ਾਨਾ ਕਥਾ ਅਤੇ ਕੀਰਤਨ ਸਮਾਗਮ ਦਾ ਆਨੰਦ ਵੀ ਮਾਣੋ। ਗੁਰੂ ਘਰ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਵੱਧ ਚੜ੍ਹ ਕੇ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਨੇ ਪੂਰੀ ਸਾਇੰਟਿਫਿਕ ਜਾਂਚ ਤੋਂ ਬਾਅਦ ਰਿਪੋਰਟ ਦਿੱਤੀ ਹੈ ਕਿ ਗਾਂ ਦੇ ਯੂਰਨ ਵਿੱਚ 14 ਕਿਸਮ ਦੇ ਜਿਹੜੇ ਨੁਕਸਾਨਦੇਹ ਬੈਕਟੀਰੀਆ ਹੁੰਦੇ ਹਨ। ਇਸ ਲਈ ਇਹ ਇਨਸਾਨੀ ਇਸਤੇਮਾਲ ਲਈ ਬਹੁਤ ਨੁਕਸਾਨਦੇਹ ਹੈ। ਔਰ ਯਾਦ ਰਹੇ, ਹਿੰਦੂ ਧਰਮੀਆਂ ਨੇ ਕਾਊ ਯੂਰਨ ਨੂੰ ਇੱਕ ਅੰਮ੍ਰਿਤ ਵਾਂਗ ਪੇਸ਼ ਕੀਤਾ ਹੈ ਅਤੇ ਇਸ ਨਾਲ ਜਿਹੜੇ ਕੈਂਸਰ ਸਮੇਤ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋਣ ਦੇ ਦਾਅਵੇ ਲਗਾਤਾਰ ਕਰਦੇ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸਬਜੈਕਟ ਨੂੰ ਡਿਸਕਸ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਨਾਲ ਫੇਸਬੁੱਕ ਰਾਹੀਂ ਵੀਰ ਭੈਣਾਂ ਜੁੜੇ ਨੇ ਉਹਨਾਂ ਦੀਆਂ ਲਿਖਤਾਂ ਸਾਂਝੀਆਂ ਕਰਦੇ ਹਾਂ। ਭੈਣ ਜੀ ਕਿਰਨਜੀਤ ਕੌਰ ਕਹਿੰਦੇ ਨੇ, ਖਾਲਸੇ ਦੇ ਸਾਜਨਾ ਦਿਹਾੜੇ ਅਤੇ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ ਵੀ ਭੈਣ ਜੀ ਬਹੁਤ ਬਹੁਤ ਮੁਬਾਰਕ। ਗੁਰਦੀਪ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਆਪ ਜੀ ਨੂੰ ਤੇ ਸਮੁੱਚੇ ਨਾਨਕ ਨਾਮ ਲੈਵਾ ਸਿੱਖ ਸੰਗਤ ਖਾਲਸਾ ਪੰਥ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੇ ਖਾਲਸਾ ਸਾਜਨਾ ਦਿਹਾੜੇ ਵਿਸਾਖੀ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਵੀਰ ਗੁਰਦੀਪ ਸਿੰਘ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ। ਸਿੰਘ ਹਰਮਿੰਦਰ, ਉਹਨਾਂ ਨੇ ਵੀ ਮੈਨੂੰ, ਤੁਹਾਨੂੰ ਤੇ ਟੀਵੀ ਚੈਨਲ 84 ਚੈਨਲ ਦੇਖ ਰਹੇ ਖਾਲਿਸਤਾਨੀ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਸ਼ੁਕਰੀਆ ਹਰਮਿੰਦਰ ਸਿੰਘ ਜੀ, ਤੁਸੀਂ ਰੈਗੂਲਰ ਵਿਊਅਰ ਹੋ। ਵਰਿੰਦਰ ਸਿੰਘ, ਉਹਨਾਂ ਨੇ ਖਾਲਸੇ ਦਾ ਪ੍ਰਗਟ ਕਰਨ ਦਾ ਜਿਹੜਾ ਮਨਸ਼ਾ ਸੰਕਲਪ, ਉਸ ਦਾ ਆਸ਼ਾ ਔਰ ਮਿਸ਼ਨ, ਉਸ ਨੂੰ ਉਹਨਾਂ ਨੇ ਬਿਆਨੇ। असुर संगारवे को, दुर्जन के मारवे को, संकट निवारवे को खालसा बनायो है। ਜਿਹੜਾ ਨੈਗੇਟਿਵ ਈਵਲ ਉਹਨਾਂ ਦਾ ਸੰਘਾਰ, ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਜਨਮ ਦਾ ਵੀ ਮਕਸਦ ਦੱਸਿਆ ਸੀ, ਯਾਹੀ ਕਾਜ ਧਰਾ ਹਮ ਜਨਮੰ ਸਮਝ ਲਿਹੋ ਸਾਧੂ ਸਭ ਮਨਮੰ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ। ਦੁਰਜਨ ਨੂੰ ਮਾਰਨਾ, ਦੁਸ਼ਟਾਂ ਦਾ ਅੰਤ ਕਰਨਾ, ਔਰ ਐਸਾ ਸਿਸਟਮ ਸਾਧ ਸਮੂਹ ਪ੍ਰਸੰਨ ਫਿਰ ਹੈ ਜਗ ਛਤਰ ਸਭੈ ਅਵਲੋਕ ਚ ਪੈਣਗੇ। ਬਹੁਤ ਬਹੁਤ ਸ਼ੁਕਰੀਆ ਵੀਰ ਵਰਿੰਦਰ ਸਿੰਘ ਜੀ। ਗੁਰਸਿੱਖ ਢਿੱਲੋਂ, ਉਹਨਾਂ ਨੇ ਫਤਿਹ ਬੁਲਾਈ। ਤੁਹਾਡੀ ਟੀਮ ਨੂੰ ਤੇ ਸਾਰੀ ਵੇਖ ਰਹੀ ਸੰਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਪਰਮਾਤਮਾ ਸਿੱਖ ਕੌਮ ਨੂੰ ਚੜ੍ਹਦੀ ਕਲਾ ਚ ਰੱਖੇ। ਬਹੁਤ ਸ਼ੁਕਰੀਆ। ਸੋਹਣ ਸਿੰਘ ਮਾਹਲ, ਉਹਨਾਂ ਨੇ ਖਾਲਸਾ ਸਾਜਨਾ ਦਿਵਸ ਵਿਸਾਖੀ ਪੁਰਬ ਸਭ ਨੂੰ ਮੁਬਾਰਕਾਂ। ਕਰਨੈਲ ਸਿੰਘ ਜੀ ਖਾਲਸਾ, ਉਹਨਾਂ ਨੇ ਵੀ ਉਹਨਾਂ ਨੇ ਖਾਲਸਾ ਸਥਾਪਨਾ ਦਿਵਸ ਲਫ਼ਜ਼ ਇਸਤੇਮਾਲ ਕੀਤਾ ਦੀਆਂ ਬਹੁਤ ਬਹੁਤ ਸਰਬੱਤ ਸੰਗਤਾਂ ਨੂੰ ਵਧਾਈਆਂ ਜੀ। ਕਰਨੈਲ ਸਿੰਘ ਜੀ, ਤੁਹਾਨੂੰ ਵੀ ਵਧਾਈ। ਰੰਜਨ ਸਿੰਘ ਜੀ ਹੋਰਾਂ ਨੇ ਵਧਾਈਆਂ ਦਿੱਤੀਆਂ। ਔਰ ਬੌਬ ਸਿੰਘ ਲਿਖਦੇ ਨੇ, ਅੱਜ ਦੇ ਹਾਲਾਤ ਪੂਰੀ ਤਰ੍ਹਾਂ ਹਿੰਦੂ ਸ਼ੈਤਾਨੀ ਸਰਕਾਰ ਦੀ ਔਕਾਤ ਦੇ ਮੁਤਾਬਕ ਹਨ। ਬਿਲਕੁਲ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਵੀ ਹਿੰਦੂ ਸ਼ੈਤਾਨੀ ਲਿਖਦੇ ਨੇ। ਉਸਤਾਨ ਹੀ ਵਾਕਈ ਇਹ ਸ਼ੈਤਾਨ ਦਾ ਮੁਲਕ ਹੈ। ਔਰ ਸਾਡੇ ਵਿੱਕੀ ਬ੍ਰਦਰ, ਵਾਲੇਕਮ ਸਲਾਮ ਡਾਕਟਰ ਸਾਹਿਬ, ਬਹੁਤ ਸ਼ੁਕਰੀਆ ਇਹਨਾਂ ਦਾ। ਸਭ ਤੋਂ ਪਹਿਲਾ ਮੈਸੇਜ ਇਹਨਾਂ ਦਾ ਸੀ। ਕਰਨੈਲ ਸਿੰਘ ਲਿਖਦੇ ਨੇ, ਮੇਰੇ ਖਿਆਲ ਵਿੱਚ ਪੰਥਕ ਆਗੂਆਂ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਸਾਡਾ ਹੀ ਭਰਾ ਹੈ। ਜੇ ਕੋਈ ਊਣਤਾਈ ਹੋਈ ਹੈ, ਅਸੀਂ ਮਿਲ ਬੈਠ ਕੇ ਵਿਚਾਰ ਲਵਾਂਗੇ ਤੇ ਹੁਣ ਅਸੀਂ ਉਸ ਦੇ ਵਾਲਾ ਕੰਮ ਸ਼ੁਰੂ ਕਰਾਂਗੇ, ਭਾਵ ਕਿ ਵਹੀਰ ਸ਼ੁਰੂ ਕਰਕੇ ਅੰਮ੍ਰਿਤ ਛਕਾਉਣਾ ਤੇ ਨਸ਼ੇ ਛਡਾਉਣੇ ਸ਼ੁਰੂ ਕਰਾਂਗੇ। ਐਕਚੁਅਲੀ ਅੱਜ ਹੀ ਸਾਡੇ ਮਿੱਤਰ ਮਲਕ ਸਾਹਿਬ, ਉਹਨਾਂ ਦੀ ਕਾਲ ਸੀ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਜੇ ਦੇਖੋ ਜਿਹੜੇ ਵਾਰਿਸ ਪੰਜਾਬ ਦੇ ਉੱਥੇ ਜਾਂ ਕੋਈ ਐਕਟਿਵ ਨੇ, ਦੂਸਰੀਆਂ ਜਥੇਬੰਦੀਆਂ ਤੱਕ ਵੀ ਮੈਸੇਜ ਪਹੁੰਚਾਓ ਕਿ ਜਿਹੜੀ ਮੂਵਮੈਂਟ ਵੀਰ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਸ਼ੁਰੂ ਕੀਤੀ, ਨਸ਼ੇ ਛਡਾਉਣ, ਅੰਮ੍ਰਿਤ ਛਕਾਉਣ, ਖਾਲਸਾ ਵਹੀਰ, ਉਹ ਨਹੀਂ ਰੁਕਣੀ ਚਾਹੀਦੀ। ਕਿ ਭਾਈ ਇਹ 3 ਹਫ਼ਤੇ ਹੁਣ ਲੰਘ ਗਏ ਨੇ, ਇਹ ਅਕਾਲੀਆਂ ਨੇ ਜਾਂ ਗਿਆਨੀ ਹਰਪ੍ਰੀਤ ਸਿੰਘ ਤਾਂ ਉਹ ਐਕਟਿੰਗ ਹੀ ਕਰ ਰਹੇ ਨੇ ਕਿ ਭਾਈ ਇਸ ਦੀ ਕਾਲ ਦੇ ਕੇ ਨਾਲ ਦੀ ਨਾਲ ਇਹ ਸ਼ੁਰੂ ਕਰਨਾ ਚਾਹੀਦਾ ਮਿਸ਼ਨ, ਤਾਂ ਕਿ ਗੱਲ ਅੱਗੇ ਜਾਰੀ ਰਹੇ। ਉਹਨਾਂ ਦਾ ਤਾਂ ਸਗੋਂ ਇਹ ਵੀ ਸੁਜੈਸ਼ਨ ਸੀ
ਕਿ ਜਿੰਨੀ ਦੇਰ ਤੱਕ ਉਹ ਹੁਣ ਰੂਪੋਸ਼ ਨੇ ਜਾਂ ਜੋ ਵੀ ਹਾਲਾਤ ਬਣਦੇ ਨੇ ਉਹ ਕਿਸੇ ਆਪਣੀ ਥਾਂ ਦੇ ਉੱਤੇ ਕਿਸੇ ਨੂੰ ਨੋਮੀਨੇਟ ਕਰਨ ਤਾਂ ਕਿ ਇਹ ਜਿਹੜਾ ਮਿਸ਼ਨ ਹੈ ਇਹ ਜਾਰੀ ਰਹੇ। ਤੁਸੀਂ ਠੀਕ ਕਿਹਾ ਵੀਰ ਕਰਨੈਲ ਸਿੰਘ ਜੀ। ਸੋਹਣ ਸਿੰਘ ਮਾਲ ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਜਗਤਾਰ ਸਿੰਘ ਜੌਲ ਡਾਕਟਰ ਸਾਹਿਬ ਯੂਕੇ 'ਚ ਤੇ ਸਖਤੀ ਕਰਨੀ ਹੀ ਹੈ ਕਿਉਂਕਿ ਪਰਸੋਂ ਸੋਨਕ ਦੀ ਵਾਈਫ ਬੜੇ ਮਾਣ ਨਾਲ ਇੰਡੀਆ ਦੇ ਝੂਠੇ ਜਿਹੇ ਸਮਾਰੋਹ 'ਚ ਬੈਠੀ ਸੀ ਤੇ ਗੋਦੀ ਮੀਡੀਆ ਉਹਦੀ ਸਿੰਪਲਿਸਿਟੀ ਦੀਆਂ ਸਿਫਤਾਂ ਕਰ ਰਿਹਾ ਸੀ। ਇਹ ਖਬਰ ਠੀਕ ਹੈ ਉਹਨਾਂ ਦੀ ਜੌਲ ਸਾਹਿਬ ਦੀ ਕਿ ਕੋਈ ਫੰਕਸ਼ਨ ਸੀ, ਪਤਾ ਨਹੀਂ ਕੀ ਅਵਾਰਡ ਇਹਦੀ ਵਾਈਫ ਦੀ ਮਾਂ ਜਾਂ ਪਿਓ ਨੂੰ ਜਾਂ ਕੀ ਦਿੱਤਾ ਹੈ ਤੇ ਉਹ ਪਿੱਛੇ ਬੈਠੀ ਸੀ। ਤਾਂ ਉਹਨਾਂ ਨੇ ਕਿਹਾ ਜੀ ਕਿਸੇ ਨੇ ਪਛਾਣ ਲਿਆ। ਉਹਨਾਂ ਨੇ ਕਿਹਾ ਦੇਖੋ ਫਸਟ ਲੇਡੀ, ਇਹ ਤਾਂ ਕੋਈ ਪ੍ਰੋਟੋਕਾਲ ਨਹੀਂ ਦਿੱਤਾ ਗਿਆ। ਉਹ ਫਟਾਫਟ ਉਹਨੂੰ ਲਿਆਂਦਾ ਉਹਨਾਂ ਨੇ, ਅਮਿਤ ਸ਼ਾਹ ਤੇ ਮੋਦੀ ਦੇ ਜੋ ਵੀ ਸੀ ਉਹਦੇ ਵਿਚਾਲੇ ਕੁਰਸੀ ਡਾਹਤੀ। ਔਰ ਦੂਜਾ ਹੁਣ ਮੀਡੀਆ ਜਿਹੜਾ ਉਹ ਗੁਣ ਗਾ ਰਿਹਾ ਸੀ, ਦੇਖੋ ਕਿੰਨੀ ਸਿੰਪਲ, ਉਹਨੇ ਕੋਈ ਸਿਕਿਉਰਿਟੀ ਨਹੀਂ ਲਈ, ਕੋਈ ਪਰਵਾਹ ਨਹੀਂ ਕੀਤੀ, ਕੋਈ ਦੂਜਾ ਨਹੀਂ ਲਿਆ। ਸੋ ਉਹਨਾਂ ਨੇ ਕਿਹਾ ਕਿ ਬਈ ਉਹਨਾਂ ਨੇ ਦੇਖ ਲਿਆ ਵੀ ਇਹ ਕਿੰਨੇ ਕੁ ਜੋਗੇ ਨੇ। ਬੌਬ ਸਿੰਘ ਕਹਿੰਦੇ ਨੇ ਤੇਗ ਵਾਹੁਣ ਦਾ ਸਮਾਂ ਹੈ। ਇਹ ਵੀ ਖਾਲਸੇ ਦਾ ਮਿਸ਼ਨ ਇਹੀ ਹੈ, ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ। ਔਰ ਦੀਪ ਸਿੰਘ ਕਹਿੰਦੇ ਨੇ ਮੈਨੂੰ ਤਾਂ ਹੁਣ ਇੰਜ ਲੱਗ ਰਿਹਾ ਕਿ ਮੁਗਲਾਂ ਦੇ ਕੀਤੇ ਜ਼ੁਲਮਾਂ ਮਗਰ ਬ੍ਰਾਹਮਣ ਦਾ ਹੱਥ ਸੀ ਤੇ ਭਾਰਤ ਵਿੱਚ ਹਰ ਹੋ ਚੁੱਕੇ ਜ਼ੁਲਮ ਹੋ ਰਹੇ ਜ਼ੁਲਮ ਦਾ ਕਾਰਨ ਵੀ ਬ੍ਰਾਹਮਣ ਹੈ। ਇਹ ਹਿਸਟੋਰੀਕਲੀ ਕਾਫੀ ਕਰੈਕਟ ਸਟੇਟਮੈਂਟ ਹੈ ਕਿਉਂਕਿ ਜੇ ਅਸੀਂ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ ਦੇਖੀਏ ਬ੍ਰਾਹਮਣਾਂ ਦਾ ਕੀ ਰੋਲ ਹੈ, ਫਿਰ ਉਹ ਸ਼ੁਰੂ ਹੋ ਜਾਂਦਾ ਹੈ ਕੰਧ ਸਾਹਿਬ ਬਟਾਲੇ ਤੋਂ, ਜਦੋਂ ਕੰਧ ਸੁੱਟ ਕੇ ਹੀ ਬ੍ਰਾਹਮਣ ਮਾਰਨਾ ਚਾਹੁੰਦੇ ਸੀ। ਫਿਰ ਅਸੀਂ ਚੰਦੂ, ਗੰਗੂ, ਸੁਚਾਨੰਦ, ਲੱਖੂ, ਜੱਸੂ ਇਹਨਾਂ ਦਾ ਰੋਲ ਦੇਖਦੇ ਹਾਂ। 10ਵੇਂ ਪਾਤਸ਼ਾਹ ਦੀਆਂ ਜੇ 14 ਜੰਗਾਂ ਨੇ ਤਾਂ 22 ਧਾਰ ਦੇ ਪਹਾੜੀ ਹਿੰਦੂ ਰਾਜੇ ਜਿਨ੍ਹਾਂ ਦੇ ਕੁਲ ਪ੍ਰੋਤ ਬੈਠੇ ਹੋਏ ਨੇ, ਉਹਨਾਂ ਦੇ ਰਾਜ ਪ੍ਰੋਤ ਉਹਨਾਂ ਨੂੰ ਕਰ ਰਹੇ ਨੇ। ਔਰ ਇਸੇ ਤਰ੍ਹਾਂ ਜਿਹੜਾ ਦੀਪ ਸਿੰਘ ਉਹਨਾਂ ਨੇ ਰਾਜ ਕਰੇਗਾ ਖਾਲਸਾ, ਤੇ ਮੁਹੰਮਦ ਜਾਵੇਦ ਸਾਹਿਬ ਨੇ ਨੋ ਹਿੰਦੂ ਨਾ ਹਿੰਦੁਸਤਾਨ, ਪੰਜਾਬ ਦਾ ਹੱਕ ਖਾਲਿਸਤਾਨ। ਸੋ ਅਸੀਂ ਇਸ ਦੇ ਨਾਲ ਜਿਹੜਾ ਉਹ ਕਲੋਜ਼ ਕਰਦੇ ਹਾਂ। ਪਰ ਜਿਹੜੀ ਮੇਨ ਖਬਰ, ਕਿਉਂਕਿ ਮੈਨੂੰ ਇਹ ਲੱਗਾ ਕਿ ਵੀ ਅਸੀਂ ਬਹੁਤ ਵਾਰ ਜਦੋਂ ਇਹਨਾਂ ਨੇ ਗਾਂ ਦਾ ਯੂਰਿਨ ਉਹਨੂੰ ਜਿਵੇਂ ਤੁਸੀਂ ਕਿਹਾ ਵੀ ਇਵੇਂ ਵੇਚਿਆ, ਔਰ ਸਵਾਮੀ ਰਾਮਦੇਵ ਦੀ ਇੱਕ ਵੱਡੀ ਇੰਡਸਟਰੀ ਜਿਹੜੀ ਝੂਠ ਦੇ ਉੱਤੇ ਖੜੀ ਹੈ, ਡਰੱਗ ਇੰਡਸਟਰੀ, ਉਹਦੇ 'ਚ ਯੂਰਿਨ ਨੂੰ, ਗਾਂ ਦੇ ਮੂਤਰ ਨੂੰ ਜਿਹੜਾ ਉਹ ਇੱਕ ਅੰਮ੍ਰਿਤ ਔਸ਼ਧੀ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾਂਦਾ ਹੈ। ਫਿਰ ਇੰਡੀਆ ਦੇ ਪੋਸਟ ਆਫਿਸਿਸ, ਰੇਲਵੇ ਸਟੇਸ਼ਨ ਮੈਂਡੇਟਰੀ ਉਹਨੂੰ ਵੇਚਦੇ ਨੇ। ਔਰ ਜਿਵੇਂ ਫਿਰ ਪ੍ਰਚਾਰਿਆ ਜਾਂਦਾ ਕੈਂਸਰ ਤੋਂ ਸ਼ੁਰੂ ਕਰਕੇ, ਉਹ ਤਾਂ ਇੱਥੋਂ ਤੱਕ ਸੀ ਕਿ ਇਹ ਵੀ ਉਹਨਾਂ ਨੇ ਇੱਕ ਰਿਸਰਚ ਲੈਬੋਰਟਰੀ 'ਚ ਸੀ ਕਿ ਜੀ ਗਾਂ ਦੇ ਮੂਤਰ ਦੇ ਵਿੱਚ ਸੋਨਾ ਹੁੰਦਾ, ਟ੍ਰੇਸਿਸ ਆਫ ਗੋਲਡ। ਸੋ ਉਹ ਰਿਸਰਚ ਚੱਲ ਰਹੀ। ਬਾਕੀ ਚੱਲ ਰਿਹਾ ਗਾਂ ਨੂੰ ਜਿਹੜਾ ਉਹ ਗਾਂ ਦਾ ਪੰਚ ਜੰਨਿਆ ਉਹਨੂੰ ਕਹਿੰਦੇ ਨੇ ਜੀ, ਪੰਜੋ ਹੀ ਚੀਜ਼ਾਂ ਗਾਂ ਦੀਆਂ ਜਿਹੜੀਆਂ ਨੇ ਉਹ ਪਵਿੱਤਰ ਨੇ। ਉਹਦਾ ਦੁੱਧ ਵੀ, ਉਹਦੇ ਚੋਂ ਬਣਨ ਵਾਲਾ ਘਿਓ ਵੀ, ਚਲੋ ਉਹ ਤਾਂ ਸਮਝ ਆਇਆ, ਤੇ ਗੋਹਾ ਵੀ ਤੇ ਮੂਤਰ ਵੀ, ਇਹ ਸਾਰੇ ਜਿਹੜੇ ਨੇ ਉਹਨਾਂ ਦਾ ਹਿੱਸਾ ਹੈ। ਔਰ ਇਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਮੈਡੀਸਨਸ ਨੇ ਆਯੁਰਵੈਦਿਕ, ਉਹਦੇ 'ਚ ਕਾਊ ਯੂਰਿਨ ਨੂੰ ਇਸਤੇਮਾਲ ਕਰਦੇ ਨੇ। ਹੁਣ ਜਿਹੜੀ ਇਹ ਰਿਪੋਰਟ ਹੈ ਕਿਸੇ ਅਮਰੀਕਾ ਦੇ ਕ੍ਰਿਸਚੀਅਨ ਇੰਸਟੀਚਿਊਟ ਨੇ ਨਹੀਂ ਕੱਢੀ, ਕੋਈ ਖਾਲਿਸਤਾਨ ਦੇ ਸਿੱਖ ਸਾਇੰਟਿਸਟ ਨੇ ਨਹੀਂ ਕੱਢੀ, ਕੋਈ ਪਾਕਿਸਤਾਨ ਦੇ ਮੁਸਲਮਾਨ ਸਕਾਲਰ ਨੇ ਨਹੀਂ ਕੱਢੀ। ਇਹਨਾਂ ਦੀ ਜਿਹੜੀ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਹੈ, ਔਰ ਇਹਨੂੰ ਪ੍ਰਿੰਟ ਵੀ ਖਬਰ ਨੂੰ ਜਿਹੜੀ ਪਬਲੀਕੇਸ਼ਨ ਦਾ ਵਾਇਰ ਹੈ ਉਹਨੇ ਕੀਤਾ, ਔਰ ਉਹਦੀ ਹੈਡਲਾਈਨ ਹੀ ਹੈ ਕਾਊ ਯੂਰਿਨ ਅਨਫਿਟ ਫਾਰ ਹਿਊਮਨਸ ਕੰਟੇਨਸ ਹਾਰਮਫੁਲ ਬੈਕਟੀਰੀਆ ਸੇਜ਼ ਵੈਟਰਨਰੀ ਰਿਸਰਚ ਇੰਸਟੀਚਿਊਟ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਲੇਟੈਸਟ ਰਿਪੋਰਟ ਉਹਨਾਂ ਨੇ ਕੱਢੀ ਹੈ, ਔਰ ਉਹਨਾਂ ਨੇ ਸੁੱਤੇ ਉੱਠ ਕੇ ਨਹੀਂ ਕੱਢ ਦਿੱਤੀ, the peer-reviewed research carried out on urine samples of cows and bulls, ਇਹ ਨਾਲ ਉਹਨਾਂ ਨੇ ਬੋਰਡ ਵੀ ਜੋੜ ਲਏ ਰਿਸਰਚ ਵੇਲੇ, ਉਹਨਾਂ ਦੀ ਅੱਡ ਰਿਸਰਚ ਹੋਈ, has found at least 14 types of harmful bacteria including the presence of Escherichia coli bacterium which is commonly associated with stomach infections in humans। ਕਿ ਜਿਹੜਾ ਹਿਊਮਨ ਬੀਇੰਗਸ ਦੇ ਵਿੱਚ ਢਿੱਡ ਦੀ ਇਨਫੈਕਸ਼ਨ ਹੁੰਦੀ ਹੈ ਉਹਦੇ ਲਈ ਇਹ ਜਿਹੜਾ ਕੋਲਾਈ ਜ਼ਿੰਮੇਵਾਰ ਹੈ, ਉਹ ਵੀ ਗਾਂ ਦੇ ਯੂਰਨ ਦੇ ਵਿੱਚ ਪਾਇਆ ਉਹਨਾਂ ਨੇ ਫਾਊਂਡ ਕੀਤਾ। 14 ਇਸ ਕਿਸਮ ਦੇ ਨੇ। ਫਿਰ ਉਹਨਾਂ ਨੇ ਕਿਹਾ ਸਟੈਟਿਸਟੀਕਲ ਐਨਾਲਿਸਿਸ of 73 urine samples of cows, buffaloes and humans
suggest that antibacterial activity in buffalo urine was far more superior than cows. ਹੁਣ ਕਿਤੇ ਮੱਝਾਂ ਦਾ ਮੂਤਨਾ ਪੀਣ ਲੱਗ ਜਾਣਾ, ਉਹਨੇ ਕਿਹਾ ਜੀ ਉਹਨਾਂ 'ਚ ਫਿਰ ਘੱਟ ਬੈਕਟੀਰੀਆ ਨੇ ਮੱਝ ਵਾਲੇ 'ਚ ਗਾਵਾਂ ਨਾਲੋਂ। The urine of buffalo was significantly more effective on bacteria, like ਅੱਗੋਂ ਬੈਕਟੀਰੀਆ ਦੇ ਨਾਂ ਨੇ। ਇਹ ਭੋਜ ਰਾਜ ਸਿੰਘ who led the study told the Times of India। ਹੁਣ ਉਹਨੂੰ ਲੀਡ ਕਰਨ ਵਾਲਾ ਵੀ ਰਾਜਪੂਤ ਹੈ, ਇੰਡੀਆ ਦੀ ਆਫੀਸ਼ੀਅਲ ਰਿਸਰਚ ਇੰਸਟੀਚਿਊਟ ਹੈ। ਫਿਰ ਇਹ ਕੋਈ ਰਾਜ ਭੋਜ ਸਿੰਘ ਐਵੇਂ ਕਿਵੇਂ ਦਾ ਨਹੀਂ ਹੈ। who heads the epidemiology department at the institute, carried out the research along with 3 of his PhD students between June 22 and November 22 on 3 types of cows। ਫਿਰ ਇਹ ਵੀ ਨਹੀਂ ਹੈ ਕਿ ਉਹਨਾਂ ਨੇ ਕੋਈ ਵਲੈਤੀ ਗਾਵਾਂ ਦੇ ਉੱਤੇ ਰਿਸਰਚ ਕੀਤੀ। ਹੁਣ 3 ਕਿਸਮ ਦੀਆਂ ਗਾਵਾਂ ਅੱਜ ਵੀ, ਜਿਹਨੂੰ ਪੰਜਾਬ ਦੇ ਵਿੱਚ ਕਿਸੇ ਵੇਲੇ ਇਸ ਜ਼ਿਲ੍ਹੇ ਨੂੰ ਮੌਂਟਗੋਮਰੀ ਕਹਿੰਦੇ ਸੀ, ਹੁਣ ਸਾਹੀਵਾਲ ਕਹਿੰਦੇ ਨੇ। ਸਾਹੀਵਾਲ ਦੀ ਜਿਹੜੀ ਬਰੀਡ ਸੀ ਗਾਵਾਂ ਦੀ, ਉਹ ਸਾਰੇ ਪੰਜਾਬ ਦੇ ਵਿੱਚ ਹੀ ਕੀ ਉਸ ਖਿੱਤੇ 'ਚ ਬੜੀ ਮਸ਼ਹੂਰ ਸੀ। ਔਰ ਮੈਂ ਜਦੋਂ ਸਾਹੀਵਾਲ ਦੀ ਬਰੀਡ ਪੜ੍ਹੀ ਮੈਂ ਕਿਹਾ ਵਾਹ। ਉਹਨਾਂ ਨੇ ਕਿਹਾ ਵੀ 3 ਬ੍ਰਾਂਡ ਦੀਆਂ ਗਾਵਾਂ ਦੇ ਉੱਤੇ ਉਹਨਾਂ ਨੇ ਜਿਹੜੀ ਹੈ ਰਿਸਰਚ ਕੀਤੀ ਹੈ, ਸਾਹੀਵਾਲ, ਥਾਰਪਰਕਰ ਐਂਡ ਵਰਿੰਦਾਵਨੀ। ਹੁਣ ਵਰਿੰਦਾਵਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗੌਰੇ। ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਵਰਿੰਦਾਵਨ ਬੜੇ ਸੋਹਣਾ ਜਿੱਥੇ ਕਿ ਤੁਲਸੀ ਦੇ ਟਰੀ ਨੇ। ਵਰਿੰਦਾਵਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗੌਰੇ। ਉਹ ਵਰਿੰਦਾਵਨ ਦੀ ਗਾਂ ਵੀ ਲਿਆਂਦੀ, ਸਾਹੀਵਾਲ ਦੀ ਗਾਂ ਵੀ, ਔਰ ਇਹ ਥਾਰਪਰਕਰ ਇਹ ਮੇਰਾ ਖਿਆਲ ਹੈ ਰਾਜਸਥਾਨ ਦੇ ਡੈਜ਼ਰਟ ਚੋਂ ਦੀ ਹੋਏਗੀ ਕੋਈ ਵੈਰਾਈਟੀ, ਕ੍ਰਾਸ ਬਰੀਡ ਫਰਮ ਲੋਕਲ ਡੇਅਰੀ ਫਾਰਮਸ। Even samples from humans and buffaloes were considered for the study. He noted that a sizable proportion of urine samples from apparently healthy individuals carry potentially pathogenic bacteria। ਹੁਣ ਇਹ ਸਾਰੇ ਤੋਂ ਉਹਨਾਂ ਨੇ ਕਿਹਾ ਕਿ ਭਾਈ ਇਕੱਲਾ ਇਹੀ ਨਹੀਂ। ਫਿਰ ਉਹਦੇ ਜਿਹੜੇ ਇੱਕ ਹਿੰਦੂ ਤਵੀ ਨੇ ਉਹ ਕਹਿਣਗੇ ਜੀ ਇੱਕ ਪਿਓਰ ਕਾਊ ਯੂਰਿਨ ਨਹੀਂ, ਡਿਸਟਿਲਡ, ਉਹਨੂੰ ਉਬਾਲ ਕੇ ਡਿਸਟਿਲ ਕਰੋ। ਉਹਦੇ ਤੇ ਵੀ ਉਹਨੇ ਕਿਹਾ while highlighting that there is a widespread belief that distilled cow urine as opposed to fresh cow urine doesn't have infectious bacteria. He said the research tells the same. It cannot be generalized that cow urine has antibacterial properties। ਉਹਨੇ ਕਿਹਾ ਜੀ 3 PhD students ਦੇ ਨਾਲ ਰਲ ਕੇ ਜੋ ਅਸੀਂ ਇਹ ਸਾਰੇ ਦਾ ਕੀਤਾ ਇਹ ਬਿਲਕੁਲ ਗਲਤ ਹੈ ਕਿ ਕਾਊ ਦੇ ਯੂਰਿਨ ਦੇ ਵਿੱਚ ਕੋਈ ਐਂਟੀ ਬੈਕਟੀਰੀਅਲ ਹੁੰਦਾ। ਉਹ ਤਾਂ ਖੁਦ 14 ਟਾਈਪ ਜਿਹੜੇ ਨੇ ਉਹਦੇ ਹਾਰਮਫੁਲ ਬੈਕਟੀਰੀਆ ਨੇ। ਸੋ ਹੁਣ ਗਊ ਮਾਤਾ ਕੀ ਜੈ ਤਾਂ ਕਹਿ ਨਹੀਂ ਸਕਦੇ, ਭਾਰਤ ਮਾਤਾ ਕੀ ਜੈ ਵੀ ਨਹੀਂ, ਕਿਉਂਕਿ ਭਾਰਤ ਮਾਤਾ ਦੀ ਅੱਗੋਂ ਗਊ ਮਾਤਾ ਔਰ ਉਹਦੇ ਵਪਾਰੀ ਇਹ RSS ਵਾਲੇ। ਪਰ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਗੱਲ ਇਹ ਨਹੀਂ ਹੈ ਕਿ ਵੀ ਇਹ ਕੀ, ਇਹ ਤਾਂ ਪਹਿਲੇ ਵੀ ਵੈਸਟ ਵਾਲਿਆਂ ਨੂੰ ਪਹਿਲਾਂ ਵੀ ਪਤਾ ਹੈ ਵੀ ਕੀ ਹੈ, ਕੋਈ ਨਵੀਂ ਗੱਲ ਨਹੀਂ ਹੈ। ਪਰ ਇਹ ਕਿਵੇਂ ਆਪਣਾ ਝੂਠ 1 ਬਿਲੀਅਨ 500 ਮਿਲੀਅਨ ਲੋਕਾਂ ਨੂੰ ਵੇਚਦੇ ਨੇ। ਔਰ ਇੱਥੇ 에ਅਰਪੋਰਟਾਂ ਤੇ ਹੁਣ ਜਦੋਂ ਬਾਲਟੀਮੋਰ ਦੱਸ ਰਹੇ ਸੀ ਕੋਈ ਗੁਜਰਾਤੀ ਆਇਆ, ਉਹਨਾਂ ਦੇ ਬੈਗ ਚੋਂ ਗੋਹੇ ਦਾ ਨਿਕਲੇ ਉਹ ਪਾਥੀ ਜਿਹੀ। ਹੁਣ ਪੁੱਛਦੇ ਨੇ ਅੱਗੇ ਤਾਂ ਹੁੰਦਾ ਸੀ ਨਾ ਹੈਵ ਯੂ ਐਨੀ ਈਟੇਬਲ ਐਂਡ ਆਲ, ਹੁਣ ਕਹਿੰਦੇ ਨੇ ਹੈਵ ਯੂ ਐਨੀ ਕਾਰਡਨ। ਜੀ ਹਾਲ ਦੇਖ ਲਓ ਹਾਲ ਦੇਖ ਲਓ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਆਪਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।